ਤੁਹਾਡਾ ਪੰਜਾਬੀ ਸੱਥ ਵਿੱਚ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਬਾਲ ਸਾਹਿਬ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ। ਤੁਹਾਨੂੰ ਵੀ ਸਤਿ ਸ੍ਰੀ ਅਕਾਲ ਭਾਜੀ, ਸਾਰੇ ਦਰਸ਼ਕਾਂ ਨੂੰ ਜੀ। ਕਿਉਂਕਿ ਅਕਸਰ ਹੀ ਭਰਾਵਾਂ ਨਾਲ ਜ਼ਿਕਰ ਕਰਦੇ ਹੁੰਦੇ ਆ ਵੀ ਅਸੀਂ ਆਪਣੇ ਆਪ ਨੂੰ ਵਡਭਾਗੀ ਗਿਣਦੇ ਆ ਜੀ ਕਿ ਸਾਨੂੰ ਬਰਦਾਸ਼ਤ ਕਰਦੇ ਜੇ, ਸੁਣਦੇ ਜੇ, ਸਮੇਂ ਚੋਂ ਸਮਾਂ ਕੱਢਦੇ ਜੇ। ਨਹੀਂ, ਇਦਾਂ ਦੀ ਗੱਲ ਨਹੀਂ, ਤੁਸੀਂ ਗੱਲਾਂ ਬੜੀਆਂ ਪਿਆਰੀਆਂ ਕਰਦੇ ਹੈਗੇ। ਗੱਲਾਂ ਮੈਂ ਤਾਂ ਪਹਿਲਾਂ ਵੀ ਕਈ ਵਾਰੀ ਸਿਫਤ ਕਰ ਚੁੱਕਾ। ਕਹਿੰਦੇ ਨਾ ਮੂੰਹ ਤੇ ਸਿਫਤ ਕਰਨੀ ਵੈਸੇ ਥੋੜੀ ਜਿਹੀ ਉਹਦਾ ਹੁੰਦਾ ਵੀ ਪਿੱਠ ਪਿੱਛੇ ਵੀ ਸਿਫਤ ਹੋਣੀ ਚਾਹੀਦੀ। ਮੈਂ ਤੁਹਾਡੀ ਮੂੰਹ ਤੇ ਵੀ ਸਿਫਤ ਕਰਦਾ ਕਿ ਤੁਸੀਂ ਗੱਲਾਂ ਬਹੁਤ ਚੰਗੀਆਂ ਕਰਦੇ ਹੋ, ਔਰ ਚੰਗੀਆਂ ਗੱਲਾਂ ਦੇ ਨਾਲ ਨਾਲ ਬਹੁਤ ਚੰਗਾ ਜਿਹੜਾ ਤੁਸੀਂ ਸੁਨੇਹਾ ਦਿੰਦੇ ਹੋ ਪੰਜਾਬੀ ਸੱਥ ਵਿੱਚ ਬੈਠੇ ਭੈਣ ਭਰਾਵਾਂ ਨੂੰ, ਪੰਜਾਬੀਆਂ ਨੂੰ, ਪੰਜਾਬੀਅਤ ਨਾਲ ਪਿਆਰ ਕਰਨ ਵਾਲੇ ਲੋਕਾਂ ਸਾਰਿਆਂ ਨੂੰ। ਹਾਂਜੀ, ਤੁਸੀਂ ਬਹੁਤ ਵਧੀਆ ਕਵਿਤਾਵਾਂ ਦੇ ਰਾਹੀਂ ਸੁਨੇਹਾ ਦਿੰਦੇ ਹੋ। ਇਸ ਗੱਲ ਦੀ ਸ਼ਲਾਘਾ ਕਰਨੀ ਬਣਦੀ ਹੈ। ਧੰਨਵਾਦ ਜੀ ਤੁਹਾਡਾ, ਸਾਰੇ ਦਰਸ਼ਕਾਂ ਦਾ ਇਸ ਕਰਕੇ ਧੰਨਵਾਦ ਜੀ। ਕਿਉਂਕਿ ਕਈ ਵਾਰ ਹੁੰਦਾ ਕਿ ਕੁਝ ਗੱਲਾਂ ਹੁੰਦੀਆਂ ਜਿਹੜੀਆਂ ਅਸੀਂ ਆਪਣੀ ਸੋਚ ਨਾਲ ਲਿਖੀਆਂ ਹੁੰਦੀਆਂ। ਵੈਸੇ ਵੀ ਤੇ ਕਹਿੰਦੇ ਆ ਕਿ ਜੇ 5 ਬੰਦੇ ਬਿਠਾ ਦੋ ਤੇ 5 ਦੀ ਸੋਚ ਨਹੀਂ ਮਿਲਦੀ। ਅਲੱਗ-ਅਲੱਗ ਹੀ ਹੁੰਦੇ ਨੇ ਵਿਚਾਰ, ਤਾਂ ਹਰ ਕਦੇ ਅਲੱਗ ਹੋ ਸਕਦੇ। ਹਾਂਜੀ, ਤੇ ਵੈਸੇ ਇਹ ਵੀ ਕਹਿੰਦੇ ਕਿ 5 'ਚ ਪਰਮੇਸ਼ਰ ਹੁੰਦਾ। ਗੱਲ ਜਿੱਧਰ ਮਰਜ਼ੀ ਜੋੜ ਲਓ, ਜਿੱਧਰ ਮਰਜ਼ੀ ਜੋੜ ਲਓ। ਮੈਂ ਅੱਜ ਜਿਵੇਂ ਤੁਹਾਡਾ ਰਸਤੇ 'ਚ ਗੱਲ ਕਰ ਰਿਹਾ ਸਾਂ, ਹਾਂਜੀ, ਕਿ ਮੈਂ ਖਲੀਲੁਰ ਰਹਿਮਾਨ ਜੀ ਨੇ ਪਾਕਿਸਤਾਨ ਦੇ ਬੜੇ ਵਧੀਆ ਰਾਈਟਰ, ਕੁਝ ਡਰਾਮੇ ਵੀ ਲਿਖੇ ਨੇ, ਉਹਨਾਂ ਦੇ ਡਾਇਲੌਗ ਵੀ ਲਿਖਦੇ, ਲੇਕਿਨ ਉਹਨਾਂ ਦੀਆਂ ਕਵਿਤਾਵਾਂ, ਉਹਨਾਂ ਦਾ ਬੋਲਣ ਦਾ ਸਟਾਈਲ, ਕਾਫੀ ਲੋਕੀ ਉਸ ਤੋਂ ਪ੍ਰਭਾਵਿਤ ਨੇ। ਕਾਫੀ ਅਵਾਰਡ ਵੀ ਉਹਨਾਂ ਨੂੰ ਮਿਲੇ। ਲੇਕਿਨ ਮੈਂ ਬਾਅਦ 'ਚ ਸੋਚਿਆ, ਮੈਂ ਕਿਹਾ ਵੀ ਸੁਣ ਕੇ ਤੇ ਦੇਖੀ ਕਿਹੋ ਜਿਹੀਆਂ ਚੀਜ਼ਾਂ ਨੇ ਕਿ ਕਾਹਦੇ ਕਾਰਨ ਬੰਦਾ ਮਹਾਨ ਹੁੰਦਾ। ਬਿਲਕੁਲ। ਕਿਉਂਕਿ ਕਿਸੇ ਵੀ ਮਹਾਨ ਬੰਦੇ ਦੀ ਜੋ ਤੁਸੀਂ ਇੰਟਰਵਿਊ ਸੁਣੋਗੇ, ਕੁਝ ਕਰੋਗੇ, ਤਾਂ ਤੁਹਾਨੂੰ ਕੁਝ ਨਾ ਕੁਝ ਲੱਭੇਗਾ ਜ਼ਰੂਰ। ਕਿਉਂ ਪਿਆਰ ਕਰਦੇ ਲੋਕ, ਪਤਾ ਲੱਗਣਾ ਚਾਹੀਦਾ। ਬਾਬਾ ਨਜ਼ਮੀ ਜੀ ਦੀ ਜਦੋਂ ਮੈਂ ਗੱਲ ਸੁਣੀ, ਉਹਨਾਂ ਕਿਹਾ ਕਿ ਮੈਂ ਮਜ਼ਦੂਰੀ ਹੰਢਾਈ ਆ। ਬਿਲਕੁਲ। ਕਿਉਂਕਿ ਮੇਰੀ ਉਹ ਕਹਿੰਦਾ, ਜਿਹੜੀਆਂ ਬਾਬਾ ਜੀ ਨੇ ਕਿਹਾ ਕਿ ਮੇਰੀਆਂ ਕਵਿਤਾ, ਬਾਬਾ ਨਜ਼ਮੀ ਜੀ, ਕਿ ਮੇਰੀਆਂ ਕਵਿਤਾਵਾਂ 'ਚ ਤੁਹਾਨੂੰ ਦਿਸੇਗਾ ਵੀ ਇਹ ਮਜ਼ਦੂਰ ਆ, ਸੱਚਮੁੱਚ ਹੀ ਮਜ਼ਦੂਰ ਦੀ ਮਜਬੂਰੀ ਆ, ਸਾਰਾ ਕੁਝ ਦਿਸੇਗਾ। ਬਿਲਕੁਲ ਬਿਲਕੁਲ। ਤੇ ਸੇਮ ਹੀ ਚੀਜ਼ ਮੈਂ ਉਹਨਾਂ ਵੱਲੋਂ ਵੇਖੀ। ਮੈਂ ਚੰਦ ਲਾਈਨਾਂ ਲਿਖ ਕੇ ਵੀ ਲਿਆ ਸਕਿਆ। ਉਹਨਾਂ ਕਿਹਾ ਕਿ ਆਪਣੀ ਔਕਾਤ ਨੂੰ ਤੇ ਅਸੀਂ ਪਰਖ ਸਕਦੇ ਹਾਂ। ਆਪਣੀ ਔਕਾਤ ਨੂੰ ਅਸੀਂ ਪਰਖ ਸਕਦੇ ਹਾਂ। ਬਿਲਕੁਲ। ਪਰ ਜਦੋਂ ਪ੍ਰਮਾਤਮਾ ਸਾਨੂੰ ਔਕਾਤ ਦਿੰਦਾ, ਅਸੀਂ ਕਿਸੇ ਔਕਾਤ 'ਚ ਆ ਜਾਂਦੇ ਹਾਂ। ਹਾਂਜੀ ਹਾਂਜੀ। ਕਹਿੰਦਾ ਉਦੋਂ ਸਾਨੂੰ ਪ੍ਰਮਾਤਮਾ ਨਹੀਂ ਪਰਖਣਾ ਚਾਹੀਦਾ। ਬਹੁਤ ਖੂਬ। ਵੀ ਜਾਂ ਅਸੀਂ ਆਪਣੇ ਆਪ ਨੂੰ ਰੱਬ ਸਮਝ ਲਈਏ ਤਾਂ ਅਸੀਂ ਰੱਬ ਕੀ ਚੀਜ਼ ਹੈ, ਮਤਲਬ ਰੱਬ ਨੂੰ ਨਹੀਂ ਪਰਖਣਾ ਚਾਹੀਦਾ ਸਾਨੂੰ। ਤੇ ਇੱਕ ਉਹਨਾਂ ਦੀ ਮੈਨੂੰ ਗੱਲ ਹੋਰ ਬੜੀ ਵਧੀਆ ਲੱਗੀ ਜੀ, ਜਦੋਂ ਅਸੀਂ ਬੇਵਸੀਆਂ ਹੁੰਦੀਆਂ ਸਾਡੇ ਤੇ, ਉਦੋਂ ਤੇ ਅਸੀਂ ਦੁਨੀਆ ਦੀ ਹਰ ਚੀਜ਼ ਨੂੰ ਯਾਦ ਕਰਦੇ ਹਾਂ। ਕਿਸੇ ਬਾਬੇ ਦੇ ਵੀ ਚੱਲ ਗਏ, ਰਿਸ਼ਤੇਦਾਰਾਂ ਨੂੰ ਵੀ ਯਾਦ ਕਰਦੇ ਹਾਂ ਵੀ ਸ਼ਾਇਦ ਮੇਰੀ ਕੋਈ ਮਦਦ ਕਰਦੇ, ਸਾਰਾ ਕੁਝ। ਤੇ ਕਹਿੰਦੇ ਜਦੋਂ ਬੇਵਸੀ ਖਤਮ ਹੋ ਜਾਂਦੀ, ਅਸੀਂ ਰੱਬ ਨੂੰ ਵੀ ਭੁੱਲ ਜਾਂਦੇ ਹਾਂ। ਉਹ ਰੱਬ ਨੂੰ ਵੀ ਜੱਬ ਕਹੀ ਜਾਂਦਾ। ਤੇ ਮੈਨੂੰ ਬੜੀਆਂ ਵਧੀਆ ਉਹਨਾਂ ਦੀਆਂ ਗੱਲਾਂ ਲੱਗੀਆਂ। ਉਹਨਾਂ ਨੇ ਕਿਹਾ ਜੀ, ਜਿਹਨੂੰ ਜ਼ਿੰਮੇਵਾਰੀ ਵੱਡਾ ਬਣਾ ਦਿੰਦੀ ਹੈ ਨਾ ਜੀ, ਉਹਦੀ ਉਮਰ ਨਹੀਂ ਹੁੰਦੀ। ਇਹ ਗੱਲ ਬਿਲਕੁਲ 16 ਨੇ ਸੱਚ ਹੈ। ਤੁਹਾਡੇ ਮੂੰਹ ਜਜੀ ਵੀ ਬਹੁਤ ਆ। ਹਾਂਜੀ, ਕਿ ਜਦੋਂ ਜ਼ਿੰਮੇਵਾਰੀ ਕੀ ਅਸਲ 'ਚ ਬੰਦੇ ਨੂੰ ਸਿਆਣਾ ਬਣਾਉਂਦੀਆਂ। ਬਿਲਕੁਲ ਜੀ। ਕਈ ਵਾਰ ਅਸੀਂ ਕਹਿ ਦਿੰਦੇ ਬੱਚਾ ਕਿੱਡਾ ਸਿਆਣਾ ਆ। ਤੇ ਮੈਨੂੰ ਰਹਿਮਾਨ ਸਾਹਿਬ ਦੀ, ਅਸਲ ਉਹਨਾਂ ਨਾਮ ਪੂਰਾ ਖਲੀਲ ਉਰ ਰਹਿਮਾਨ ਕਮਰ, ਉਹਨਾਂ ਦੀ ਮੈਨੂੰ ਇਹ ਗੱਲ ਬੜੀ ਵਧੀਆ ਲੱਗੀ। ਉਹ ਕਹਿੰਦੇ ਕਿ ਤੁਹਾਨੂੰ ਇਹ ਨਹੀਂ ਪਤਾ ਕਿ ਉਹ ਬੱਚਾ ਵਿਚਾਰਾ ਹੋ ਸਕਦਾ ਤੇ ਘਰਦਿਆਂ ਨੇ 4-5 ਸਾਲ ਦਾ ਦੁਕਾਨ ਨੂੰ ਤੋੜ ਦਿੱਤਾ ਹੋਵੇ, ਜ਼ਿੰਮੇਵਾਰੀ ਉਹਦੇ ਸਿਰ ਸੁੱਟਤੀ ਹੋਵੇ। ਹਾਂ, ਉਹਨੂੰ ਸੌਦਿਆਂ ਦੇ ਸਾਰੇ ਰੇਟ ਪਤਾ ਹੋ ਸਕਦਾ ਉਹ 10-12 ਸਾਲ ਦਾ ਚਾਹ ਦੀ ਦੁਕਾਨ ਤੇ ਲੱਗਾ ਜਾਂ ਮਜ਼ਦੂਰੀ ਕਰਨੀ ਸ਼ੁਰੂ ਕਰ ਦਿੱਤੀ ਹੋਵੇ। ਜਦੋਂ ਤੱਕ ਉਹ 20-25 ਸਾਲ ਦਾ ਹੋਇਆ, ਤੁਸੀਂ ਕਹਿੰਦੇ ਕਿ ਬੜਾ ਮੈਚਿਓਰ ਆ, ਛੋਟੀ ਉਮਰੇ ਇੰਨਾ ਮੈਚਿਓਰ ਹੋ ਗਿਆ। ਉਹ ਕਹਿੰਦਾ ਉਹਦੀ ਮੈਚਿਓਰਿਟੀ ਦਾ ਲੈਵਲ ਵੇਖੋ। ਇੱਕ ਬੱਚਾ ਜਿਹਨੂੰ ਤੁਸੀਂ 22 ਸਾਲ ਤੋਂ ਬਾਅਦ ਹੀ ਇਹ ਕਹਿਣਾ ਸ਼ੁਰੂ ਕਰ, ਯਾਰ ਆ ਚੀਜ਼ ਲੈ, ਮੈਨੂੰ ਰੇਟ ਹੀ ਨਹੀਂ ਪਤਾ। ਤੇ ਮੈਨੂੰ ਬੜੀ ਵਧੀਆ ਗੱਲ ਲੱਗੀ ਜੀ। ਕਹਿੰਦੇ ਉਮਰ ਦੇ ਨਾਲ ਜਿਹੜੀ ਕੋਈ ਸਿਆਣਪ ਦਾ ਤਕਾਜ਼ਾ ਨਹੀਂ ਹੁੰਦਾ। ਬਿਲਕੁਲ ਠੀਕ ਹੈ ਤੁਹਾਡੀ ਗੱਲ। ਉਮਰ ਤੇ ਸਿਆਣਪ ਜਿਹੜੇ ਜੀ, ਦੋਨੋਂ ਚੀਜ਼ਾਂ ਜਿਹੜੀਆਂ ਉਹ ਅਲੱਗ-ਅਲੱਗ ਹੈ। ਤੇ ਸਿਆਣਪ ਜਿਹੜੀ ਆ, ਜਿਵੇਂ ਤੁਸੀਂ ਦੱਸਿਆ ਕਿ ਬਚਪਨ ਦੇ ਵਿੱਚ ਹੀ ਕਿਸੇ ਦੇ ਸਿਰ 'ਚ ਜ਼ਿੰਮੇਵਾਰੀ ਹੋਵੇ। ਬਿਲਕੁਲ। ਫਰਕ ਕਈਆਂ ਘਰਾਂ ਦੇ ਵਿੱਚ ਇੱਦਾਂ ਹੁੰਦਾ ਜੀ, ਬੱਚਾ ਵਾ ਉਹਦੇ ਸਿਰ ਤੋਂ ਮਾਂ-ਬਾਪ ਦਾ ਸਾਇਆ ਹੀ ਛੇਤੀ ਉੱਠ ਜਾਂਦਾ। ਮਾਂ-ਬਾਪ ਛੇਤੀ ਫੌਤ ਹੋ ਜਾਂਦੇ, ਡੈਥ ਛੇਤੀ ਹੋ ਜਾਂਦੀ। ਬਿਲਕੁਲ। ਉਹ ਵਿਚਾਰਾ, ਉਹਦਾ ਸੋਚਣ ਦਾ ਨਜ਼ਰੀਆ ਬਦਲ ਜਾਂਦਾ, ਜ਼ਿੰਦਗੀ ਜਿਉਣ ਦਾ ਨਜ਼ਰੀਆ ਬਦਲ ਜਾਂਦਾ। ਉਹਨੂੰ ਬਹੁਤ ਸਾਰੀਆਂ ਗੱਲਾਂ ਉਸ ਉਮਰ 'ਚ ਪਤਾ ਲੱਗ ਜਾਂਦੀਆਂ, ਨਿਆਣਪੁਣੇ ਵਾਲੀ ਉਮਰ 'ਚ, ਜਿਹੜੀਆਂ ਬਹੁਤ ਸਾਰਿਆਂ ਨੂੰ ਬੁੱਢੇ ਬਾਰੇ ਵੀ ਨਹੀਂ ਪਤਾ ਲੱਗਦੀਆਂ। ਬਿਲਕੁਲ ਬਿਲਕੁਲ ਜੀ। ਇਹ ਇੱਕ ਕੁਦਰਤ ਕਹਿ ਲਓ, ਇਹ ਉਹਨੂੰ ਇੱਕ ਇਸ ਤਰੀਕੇ ਦਾ ਰਸਤਾ ਉਹਨੂੰ ਵਿਖਾਉਂਦੇ ਆ ਜਿਹਦੇ 'ਚ ਉਹਨੂੰ ਸਿਆਣਪ ਸਾਹਮਣੇ ਆਉਂਦੀ ਹੈ। ਸਿਆਣੀਆਂ ਗੱਲਾਂ ਕਈ ਵਾਰੀ ਕਰਦੇ ਜੀ ਆਪਾਂ। ਮੈਂ ਗੱਲ ਹੁਣ ਇੱਕਦਮ ਯੂ ਟਰਨ ਲੈਣ ਲੱਗਾ। ਹਾਂਜੀ। ਪੰਜਾਬੀ ਭਰਾਵਾਂ ਨੂੰ ਇਹ ਗੱਲ ਚੇਤੇ ਹੋਣੀ, ਪੰਜਾਬੀ ਸਾਥ 'ਚ ਬੈਠਿਆਂ ਨੂੰ, ਕਿ ਅਕਾਲ ਤਖਤ ਜਿਹਨਾਂ ਨੂੰ ਅਸੀਂ ਸਿੱਖਾਂ ਦੀ ਸਰਮੌਰ ਸੰਸਥਾ ਕਹਿੰਦੇ, ਔਰ ਉਹਨਾਂ ਦੇ ਉੱਤੇ ਤਖਤ ਦੇ ਉੱਤੇ ਬੈਠੇ ਜਿਹੜੇ ਜਥੇਦਾਰ ਜੀ ਆ, ਉਹਨਾਂ ਨੇ ਇੱਕ ਬਿਆਨ ਦਿੱਤਾ ਜੀ। ਬਿਆਨ ਵੈਸੇ ਉੱਦਾਂ ਪਹਿਲਾਂ
ਵੱਖਰੇ ਵੱਖਰੇ ਧਰਮਾਂ ਇਨਕਲੂਡਿੰਗ ਹਿੰਦੂ ਧਰਮ, ਸਿੱਖ ਧਰਮ, ਮੁਸਲਿਮ ਧਰਮ, ਸਾਰਿਆਂ ਨੇ ਬਿਆਨ ਦਿੱਤੇ ਸੀ ਜੀ ਤੁਹਾਡੇ ਬੱਚੇ ਹੋਣੇ ਚਾਹੀਦੇ ਜੀ, ਕਿ ਕੋਈ 4 ਬੱਚੇ ਕਹਿੰਦਾ, ਕੋਈ 6 ਬੱਚੇ ਕਹਿੰਦਾ। ਤੇ ਸਾਡੇ ਜਥੇਦਾਰ ਸਾਹਿਬ ਇਸ ਤੋਂ ਪਹਿਲੇ ਜਿਹੜੇ ਸੀ ਉਹਨਾਂ ਨੇ ਵੀ ਬਿਆਨ ਦਿੱਤਾ ਸੀ ਕਿ ਹਾਂ ਸਿੱਖਾਂ ਨੂੰ ਬੱਚੇ ਜਿਹੜੇ ਆ ਵੱਧ ਪੈਦਾ ਹੋਣੇ ਚਾਹੀਦੇ ਆ। ਤੇ ਨਵੇਂ ਜਥੇਦਾਰ ਸਾਹਿਬ ਨੇ ਕਹਿਤਾ ਜੀ ਸਿੱਖ ਮੌਕਾ ਆ ਗਿਆ, ਹੁਣ ਬਹੁਤ ਵਾਜਬ ਸਮਾਂ ਆ ਗਿਆ ਜਦੋਂ ਸਿੱਖਾਂ ਨੂੰ ਹਥਿਆਰ ਰੱਖਣੇ ਚਾਹੀਦੇ। ਹਥਿਆਰ ਜਾਂ ਉਹਨਾਂ ਨੇ ਵੈਸੇ ਨਾਲ ਇੱਕ ਗੱਲ ਡਰਦੇ ਡਰਦੇ ਜੋੜਤੀ, ਕਹਿੰਦੇ ਲਾਇਸੈਂਸੀ ਹਥਿਆਰ ਹੋਣੇ ਚਾਹੀਦੇ, ਸਰਕਾਰ ਤੋਂ ਲਾਇਸੈਂਸ ਲੈ ਕੇ ਹਥਿਆਰ ਲੈ ਲਓ। ਬਾਲ ਸਾਹਿਬ ਪੰਜਾਬ ਦੇ ਲੋਕਾਂ ਨੂੰ ਤਾਂ ਲੱਲੇ ਪੈਸੇ ਰੋਟੀ ਦੇ, ਬਿਲਕੁਲ ਬੇਰੁਜ਼ਗਾਰੀ ਲੋੜੇ ਦੀ, ਮਹਿੰਗਾਈ ਲੋੜੇ ਦੀ, ਅੰਤਾਂ ਦਾ ਗੁਰਬਤ ਉੱਥੇ ਹੈਗੀ ਆ। ਤੇ ਜਥੇਦਾਰ ਸਾਹਿਬ ਕਹਿੰਦੇ ਹਥਿਆਰ ਰੱਖੋ। ਇੱਕ ਪਾਸੇ ਕਹਿੰਦੇ ਸਾਰਾ ਪੰਜਾਬ ਜਿਹੜਾ ਵਾ ਉਹ ਨਸ਼ੀੜੀ ਹੋ ਗਿਆ, ਫਿਰ ਨਸ਼ੀੜੀ ਕਹਿੰਦੇ ਹੱਥ 'ਚ ਹਥਿਆਰ ਫੜਾਉਣਾ। ਨਹੀਂ, ਅਸਲ 'ਚ ਪਤਾ ਕੀ ਗੱਲ ਹੈ ਜੀ, 3-4 ਤਰ੍ਹਾਂ ਦੇ ਟੌਪਿਕ ਲੜ ਜਾਂਦੇ ਆ। ਪਹਿਲਾ ਟੌਪਿਕ ਤੇ ਇਹ ਕਿ ਜਿਸ ਬੰਦੇ ਨੂੰ ਆਪ ਮੁਫਤ ਹਥਿਆਰਾਂ ਦੀ ਸੁਰੱਖਿਆ ਮਿਲੀ ਹੋਵੇ, ਮੁਫਤ ਫ੍ਰੀ, ਜਿਹਨੂੰ ਮੁਫਤ ਵੀ ਕਹਿ ਦਿੰਦੇ, ਫ੍ਰੀ ਹਥਿਆਰਾਂ ਦੀ ਜਿਹੜੀ ਸੁਰੱਖਿਆ ਮਿਲੀ ਹੋਵੇ। ਜਿਵੇਂ ਹੁਣੇ ਅਸੀਂ ਗੱਲ ਕੀਤੀ ਕਿ ਉਸ ਬੰਦੇ ਨੂੰ ਉਹ ਤਜਰਬਾ ਹੀ ਨਹੀਂ, ਬਿਲਕੁਲ ਉਹਦੇ ਹਿਸਾਬ ਨਾਲ ਮੈਚੁਰ ਕਿਵੇਂ ਹੋਏਗਾ? ਕਿਉਂਕਿ ਬੜੀ ਔਖੀ ਤੇ ਬਦਹਜ਼ਮੀ ਵਾਲੀ ਗੱਲ ਲੱਗਣੀ ਸਾਰੇ ਮੇਰੇ ਵੀਰਾਂ ਨੂੰ, ਲੇਕਿਨ ਇਹ ਅਟਲ ਸੱਚਾਈ ਆ। ਅਟਲ ਸੱਚਾਈ ਇਸ ਕਰਕੇ ਆ ਕਿਉਂਕਿ ਮੈਨੂੰ ਇੱਕ ਉਹਨਾਂ ਦੀ ਖਲੀਲੁਰ ਰਹਿਮਾਨ ਉਹਨਾਂ ਦੀ ਹੋਰ ਲਾਈਨ ਚੇਤੇ ਆ ਗਈ, ਵੀ ਮੈਂ ਲਿਖ ਕੇ ਲਿਆ ਸਾਂ। ਉਹ ਕਹਿੰਦੇ ਆ ਕਿ ਜਦੋਂ ਜਿਹੜੀ ਆਪਣਾ ਅਸੀਂ ਕਹਿੰਦੇ ਆ ਨਾ ਕਿ ਜਿਹੜੀ ਕ੍ਰੀਏਟਿਵਿਟੀ ਆ, ਇਹ ਸਿਖਾਇਆ ਨਹੀਂ ਆਉਂਦੀ ਕਿਸੇ ਨੂੰ, ਬਿਲਕੁਲ ਕੁਦਰਤ ਤੇ ਨਾ ਹੀ ਇਹ ਸਾਇੰਸ ਰਾਹੀਂ ਕਿਸੇ ਨੂੰ ਦਿੱਤੀ ਜਾ ਸਕਦੀ ਆ। ਤੇ ਉਹਨਾਂ ਨੇ ਅੱਗੋਂ ਲਿਖਿਆ ਜੀ ਕਿ ਬਾਇਓਲੋਜੀਕਲੀ ਜਿਹੜੇ ਆ ਨਾ ਉਹ ਸ਼ੇਰਾਂ ਦੇ ਪੁੱਤ ਸ਼ੇਰ ਹੋ ਸਕਦੇ ਆ। ਬਾਇਓਲੋਜੀਕਲੀ ਹਾਂਜੀ। ਅਦਰਵਾਈਜ਼ ਐਕਸਟਰਾ ਆਰਡੀਨਰੀ ਐਗਜ਼ਾਮਪਲਾਂ ਨੇ ਕਿ ਅਦਰਵਾਈਜ਼ ਬੰਦੇ ਦਾ ਪੁੱਤ ਕਦੀ ਸ਼ੇਰ ਨਹੀਂ ਹੁੰਦਾ। ਬੰਦੇ ਦੇ ਪੁੱਤ ਗਿੱਦੜ ਵੀ ਹੋ ਸਕਦੇ ਆ, ਬੰਦੇ ਦੇ ਪੁੱਤ ਦੂਜੇ ਵੀ ਹੋ ਸਕਦੇ, ਬੰਦੇ ਦੇ ਪੁੱਤ ਬਾਂਦਰ ਵੀ ਹੋ ਸਕਦੇ ਜਿਹੜੇ ਸ਼ਰਾਰਤਾਂ ਕਰਦੇ ਆ। ਕਿਉਂਕਿ ਬੰਦੇ ਦੇ ਪੁੱਤ ਕਦੀ ਵੀ ਤੁਸੀਂ ਵੇਖਿਓ, ਜਿਵੇਂ ਮੇਰੀ ਇੱਕ ਪਹਿਲਾਂ ਜੀ ਕਵਿਤਾ ਸੀ ਕਿ ਜਿਹੜਾ ਕੱਖ ਨਾ ਕਰੇ ਉਹ ਖੋਤੇ ਦਾ ਪੁੱਤਰ, ਤੇ ਜਿਹੜਾ ਦੱਬ ਕੇ ਤਗੜਾ ਉਹ ਸ਼ੇਰ ਦਾ ਪੁੱਤਰ। ਇਹ ਸਾਡੀਆਂ ਇੱਕ ਆਮ ਕਹਾਵਤਾਂ ਹੀ ਕਿਉਂ ਬਣਾ ਲਈਆਂ ਸੀ? ਕਿਉਂਕਿ ਇਹ ਆਪਣੇ ਬੱਚਿਆਂ ਨੂੰ ਜਾਨਵਰਾਂ ਦੇ ਬੱਚੇ ਬਣਾਉਣਾ ਸ਼ੁਰੂ ਕਰਤਾ, ਕਿਉਂਕਿ ਸਾਨੂੰ ਮਨੁੱਖ ਤੇ ਹੀ ਬਣਾਉਣਾ ਹੀ ਨਹੀਂ। ਕਦੀ ਕਿਸੇ ਜਥੇਦਾਰ ਨੇ, ਕਦੀ ਕਿਸੇ RSS ਵਾਲੇ ਨੇ, ਕਦੀ ਕਿਸੇ ਹਿੰਦੂ ਧਰਮ ਵਾਲੇ ਨੇ, ਕਦੀ ਕਿਸੇ ਮੁਸਲਿਮ ਦੇ ਜਿਹੜੇ ਮੁਜਾਹਿਦੀਨ ਆਉਂਦੇ ਨੇ, ਮੁਜਾਹਿਦੀਨ ਕਿਹੜੇ ਜੋ ਵੀ ਆਉਂਦੇ ਮੁਜਾਹਿਦੀਨ ਆਉਂਦੇ ਨੇ, ਉਹਨਾਂ ਨੇ ਕਦੀ ਤੁਹਾਨੂੰ ਇਹ ਕਿਹਾ ਹੋਵੇ ਵੀ ਭਾਈ ਮਨੁੱਖ ਬਣ ਜਾਓ। ਜਥੇਦਾਰ ਸਾਹਿਬ ਨੇ PhD ਕੀਤੀ ਆ, ਪਰ PhD ਕਰਨ ਦਾ ਮਤਲਬ ਸੀ ਕਿ ਤੁਸੀਂ ਸਿੱਖ ਕੀਤੀ ਦੀ ਵਿੱਚ ਵਿਚਾਲੀ ਜੇ ਫਸੀ ਪਈ ਆ। ਚਲੋ ਜਿੱਥੇ ਵੀ ਆ, ਜੋ ਵੀ ਅਸੀਂ ਇਹੋ ਮੰਨ ਲੈਨੇ ਵੀ ਕੀਤੀ, ਉਹਦਾ ਮਤਲਬ ਇਹ ਸੀ ਕਿ ਤੁਸੀਂ ਲੋਕਾਂ ਨੂੰ ਇਹ ਦੱਸਦੇ ਜੀ ਜਪਜੀ ਸਾਹਿਬ ਜਿਹੜਾ ਨਾ ਉਹਨੂੰ ਪੜ੍ਹੋ। ਪੜ੍ਹਨ ਤੋਂ ਬਾਅਦ ਜਦੋਂ ਤੁਸੀਂ ਸ਼ਲੋਕ ਤੇ ਆਉਂਦੇ ਜੇ, ਉੱਥੇ ਆਉਂਦਾ ਜੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਿਤ। ਤੁਸੀਂ ਪਵਨ ਦੀ, ਪਾਣੀ ਦੀ, ਇਹਦੀ ਸੁਰੱਖਿਆ ਕਰੋ। ਦਿਵਸ ਰਾਤ ਦੋਏ ਦਾਈ ਦਾਇਆ, ਖੇਲੇ ਸਗਲ ਜਗਤ। ਸਾਰੇ ਜਗ 'ਚ ਪਸਾਰਾ ਇਸੇ ਤਰੀਕੇ ਨਾਲ ਚੱਲਦਾ ਆਉਂਦਾ ਆ। ਮੈਂ ਤਾਂ ਜਥੇਦਾਰ ਸਾਹਿਬ ਨੂੰ ਪੁੱਛਣਾ ਚਾਹੁੰਦਾ ਜੀ ਵੀ ਜਥੇਦਾਰ ਸਾਹਿਬ, ਅਮਰੀਕਾ ਦੇ ਵਿੱਚ ਇੱਕ ਘਟਨਾ ਅਜੇ ਤੁਹਾਡੇ ਬਿਆਨ ਦੇਣ ਤੋਂ ਇੱਕ ਦਿਨ ਬਾਅਦ ਵਾਪਰ ਗਈ। ਇੱਕ ਸਕੂਲ ਵਿੱਚ ਇੱਕ ਸਿਰ ਫਿਰੇ ਬੱਚੇ ਨੇ, ਬੱਚਾ ਸਿਰ ਫਿਰਿਆ ਹੀ ਹੋਊਗਾ, ਜਿਹਨੇ 17-18 ਬੱਚੇ 19 ਵਿਅਕਤੀ 17 ਬੱਚੇ ਔਰ 2 ਉਹਨਾਂ ਦੇ ਟੀਚਰ ਜਿਹੜੇ ਸੀਗੇ ਉਹ ਇੱਕੋ ਬੰਦ ਕਮਰੇ 'ਚ ਕਰਕੇ ਤੇ ਮਾਰ ਦਿੱਤੇ। ਜੇ ਹਥਿਆਰਾਂ ਨਾਲ ਇਹ ਬੰਦੇ ਮਾਰਨ ਵਾਲੀਆਂ ਘਟਨਾਵਾਂ ਹੀ ਹੋਣੀਆਂ, ਬਿਲਕੁਲ, ਤੇ ਸਾਰੀ ਦੁਨੀਆ ਤਾਂ ਅਮਰੀਕਾ ਦੀ ਇਸ ਘਟਨਾ ਨੂੰ ਨਿੰਦਿਆ ਕਰਦੀ ਹੈ, ਤੇ ਤੁਹਾਡੇ ਫਿਰ ਬਿਆਨ ਨੂੰ ਕੀ ਕਹੀਏ? ਮੈਂ ਕਹਿੰਦਾ ਜੀ ਤੁਹਾਡਾ ਬਿਆਨ ਠੀਕ ਆ, ਮੰਨ ਲਓ, ਪਰ ਤੁਸੀਂ ਕਦੀ ਇਹ ਸੋਚਿਆ ਵੀ ਤੁਹਾਡੇ ਜਿਹੜੇ ਗ੍ਰੰਥੀ ਨੇ ਉਹ ਵਿਚਾਰੇ ਦਿਹਾੜੀ ਤੇ ਲਾਉਂਦੇ ਆ 500 ਦੀ, ਉਦੋਂ ਤੁਸੀਂ 15 ਗੁਣਾ ਕਰੋ, 15,000 ਉਹਦੀ ਤਨਖਾਹ ਆ, ਤੇ ਜੇ ਮੰਨ ਲਓ ਉਹਦੇ 2 ਵੀ ਬੱਚੇ ਆ ਤੇ ਉਹਦਾ ਘਰ ਦਾ ਖਰਚਾ ਹੀ 15 ਤੋਂ 17,000 ਆ। ਤੇ ਤੁਹਾਨੂੰ ਇਹ ਪਤਾ ਵੀ ਇੱਕ ਲਾਇਸੈਂਸ ਦਾ ਖਰਚਾ ਕਿੰਨਾ ਬਣਾਉਣ ਦਾ, ਤੇ ਉਦੋਂ ਬਾਅਦ ਜਿਹੜਾ ਹਥਿਆਰ ਕੋਈ ਵੀ ਲੈਣਾ ਦੁਨਾਲੀ ਤੋਂ ਲੈ ਕੇ ਅੱਜ ਦੀ ਡੇਟ 'ਚ ਕੋਈ ਵੀ 20,000 25,000 ਤੋਂ ਥੱਲੇ ਨਹੀਂ। ਹਾਂ, ਜੇ ਤੁਸੀਂ ਯੂਪੀ ਚੋਂ ਗੱਟੇ ਲਿਆ ਕੇ ਦੇਣੇ ਆ ਤਾਂ ਉਹ ਗੱਲ ਵੱਖਰੀ ਆ। ਨਹੀਂ, ਉਹ ਤਾਂ ਲਾਇਸੈਂਸ ਹੀ ਨਹੀਂ ਨਾ ਹੈਗਾ। ਨਹੀਂ, ਮੈਂ ਲਾਇਸੈਂਸੀ ਹਥਿਆਰਾਂ ਦੀ ਗੱਲ ਕਰਦਾ ਵੀ ਏਡੇ ਮਹਿੰਗੇ ਨੇ। ਦੂਸਰੀ ਗੱਲ, ਲਾਇਸੈਂਸ ਰਿਨਿਊ ਕਰਾਉਣਾ ਪੈਂਦਾ, ਉਹਦੀ ਵੈਰੀਫਿਕੇਸ਼ਨ ਦੇਣੀ ਪੈਂਦੀ ਆ। ਲੋੜ ਕਿਉਂ ਆ? ਮੈਂ ਤੁਹਾਨੂੰ ਸਾਰੀ ਗੱਲ ਦੱਸਦਾ ਨਾ, ਕਹਿਣਾ ਬੜਾ ਸੌਖਾ। ਜਿਹੜੀ ਗੱਲ ਤੁਸੀਂ ਕਹੀ ਕਿ ਜਥੇਦਾਰ ਸਾਹਿਬ ਆਪਦੀ ਸਰਕਾਰੀ ਸੁਰੱਖਿਆ ਛੱਡ ਲੈਣ, ਨਹੀਂ, ਉਹਨਾਂ ਕਿਹਾ ਵੀ ਲੈ ਜਾਓ, ਆਪ ਅਪਲਾਈ ਕਰਨ ਤੇ ਹਥਿਆਰ ਆਪਦੇ ਕੋਲ ਰੱਖਣ। ਉਹਨਾਂ ਕਿਹਾ ਆਪਦੇ ਮੋਢੇ ਤੇ ਬੰਦੂਕ ਰੱਖਣ। ਉਹਨਾਂ ਕਿਹਾ ਭਗਵੰਤ ਮਾਨ ਨੂੰ ਲੈ ਜਾਓ, ਮੇਰੇ ਜਿਹੜੇ ਸਿੱਖ ਮੇਰੀ ਸੁਰੱਖਿਆ ਲਈ ਬੜੇ। ਸਿੱਖ ਕਿਉਂ ਤੇਰੀ ਸੁਰੱਖਿਆ ਲਈ ਬੜੇ? ਭਾਈ ਤੂੰ ਕਿਹੜਾ ਐਡਾ ਵੱਡਾ ਪਾਪੀ ਹੈ ਜੇ ਤੂੰ ਐਡਾ ਵੱਡਾ ਜ਼ੁਲਮ ਕਰਤਾ ਜਿਹੜੇ ਤੇਰੇ ਸਿੱਖ? ਤੂੰ ਲੋਕਾਂ ਦੇ ਬੱਚਿਆਂ ਤੋਂ ਸੁਰੱਖਿਆ ਕਰਾਵੇਂ, ਆਪ ਆਪਣੀ ਸੁਰੱਖਿਆ ਕਰ। ਬਿਲਕੁਲ।
ਨਹੀਂ ਪਤਾ ਤੇ ਤਾਂ ਲੱਗਦਾ ਸੁਰੱਖਿਆ ਦਾ ਵੀ ਅਸੀਂ ਬਿਲਕੁਲ ਅਸੀਂ ਆਪ ਆਪਣੀ ਸੁਰੱਖਿਆ ਕਰੀਏ, ਕਿਉਂਕਿ ਗੱਲਾਂ ਬਹੁਤ ਕੌੜੀਆਂ ਨੇ, ਲੇਕਿਨ ਇਸ ਅਟੱਲ ਸੱਚਾਈ ਆ। ਜਦੋਂ ਕਿਉਂਕਿ ਮੈਂ ਅੰਮ੍ਰਿਤਸਰ ਨੂੰ ਬਿਲੋਂਗ ਕਰਦਾ, ਮੈਂ ਅੱਗੇ ਵੀ ਹਰ ਵਾਰੀ ਇਹ ਜ਼ਿਕਰ ਕਰਦਾ ਹੁੰਦਾ, ਜਦੋਂ 78 ਤੋਂ ਲੈ ਕੇ 84 ਤੱਕ ਦਾ ਵਾਕਾ ਹੋਇਆ, ਹਾਂਜੀ 84 ਤੋਂ ਬਾਅਦ ਜਦੋਂ ਇਹੋ ਜਿਹੇ ਹਾਲਾਤ ਸ਼ੁਰੂ ਹੋਏ ਤੇ ਅਸੀਂ ਜੇ ਕਿਤੇ ਬਾਈ ਚਾਂਸ ਆਪਣਾ ਖੁਦ ਪਰਸਨਲ ਸਕੂਟਰ ਮੋਟਰਸਾਈਕਲ ਲੈ ਕੇ ਜਾਂਦੇ, ਸੀਆਰਪੀ ਵਾਲੇ ਡਾਕੇ ਤੇ ਤਲਾਸ਼ੀ ਲੈਂਦੇ, ਸਭ ਕੁਝ ਕਹਿੰਦੇ ਕਿ ਸਰ ਕੀ ਹੋਇਆ, ਕਹਿੰਦੇ ਜੀ ਹਥਿਆਰਾਂ ਦਾ ਖਤਰਾ ਆ, ਵੀ ਤੁਹਾਡੇ ਕੋਲ ਕਿਸੇ ਕੋਲ ਹਥਿਆਰ ਨਾ ਹੋਣ। ਤੇ ਉਦੋਂ ਇਹੋ ਜਿਹੇ ਮੂਰਖ ਮੇਰੇ ਆਪਣੀ ਉਹ ਕੀ ਕਹਿੰਦੇ ਦਾਇਰੇ ਦੇ ਵਿੱਚ ਜਿਹੜੇ ਬਾਅਦ ਚ ਸ਼ਹੀਦ ਕਹਿੰਦੇ ਨੇ, ਮੈਂ ਤਾਂ ਕਹਿੰਦਾ ਵੀ ਜਾਨ ਗਵਾ ਬੈਠੇ ਝੋਲੀਆਂ 'ਚ ਗੋਲੀਆਂ ਪਾ ਕੇ ਤੇ ਨੱਚਦੇ ਵੇਖੇ ਮੈਂ। ਤੇ 12 ਤੋਂ ਲੈ ਕੇ 18 19 ਸਾਲ ਦੇ ਪਿਸਤੌਲ ਚਲਾ ਕੇ ਟ੍ਰੇਨਿੰਗਾਂ ਲੈਂਦੇ, ਜੇ ਉਹ ਕਰਦੇ ਵੇਖੇ। ਉਹਨਾਂ ਬੰਦਿਆਂ ਦੇ ਲੱਖ ਤੁਸੀਂ ਸਮਝਾ ਲੈਂਦੇ, ਉਹ ਸਮਝ ਨਹੀਂ ਸਕਦੇ। ਦੂਸਰੀ ਗੱਲ, ਘਰ 'ਚ ਹਥਿਆਰ ਰੱਖਣਾ ਇੱਕ ਸਿਰ ਤੇ ਪੱਕੀ ਪਰਮਾਨੈਂਟ ਟਲ ਮੱਥੇ 'ਚ ਮਾਰਨ ਵਾਲੀ ਗੱਲ ਆ, ਕਿਉਂਕਿ ਜੇ ਤੁਸੀਂ ਘਰ ਛੱਡ ਕੇ ਜਾਂਦੇ ਜੀ ਬਿਨਾਂ ਵਜ੍ਹਾ ਤੁਸੀਂ ਆਪਣੇ ਆਪ ਨੂੰ ਸੰਕਟ 'ਚ ਪਾ ਲੈਣਾ। ਜੇ ਤੁਸੀਂ ਘਰ ਛੱਡ ਕੇ ਜਾਂਦੇ ਜੀ, ਉਹ ਤੁਹਾਡੇ ਬੱਚਿਆਂ ਨੂੰ ਵੀ ਪਤਾ ਹਥਿਆਰ ਹੈ, ਤੁਹਾਡੀ ਵਾਈਫ ਨੂੰ ਵੀ ਪਤਾ ਹਥਿਆਰ ਹੈ। ਰੱਬ ਨਾ ਕਰੇ ਕੋਈ ਗੱਲਬਾਤ ਹੋ ਜਾਏ, ਗੁਆਂਢਣ ਨਾਲ ਗੁਆਂਢਣ ਦੀ ਲੜਾਈ ਹੋ ਜਾਏ, ਜਨਾਨੀਆਂ ਅੱਜ ਕੱਲ੍ਹ ਬੜੀਆਂ ਸਤੀਆਂ ਨੇ, ਗੋਲੀ ਮਾਰਦੇ। ਬਿਲਕੁਲ, ਬੱਚੇ ਵੀ ਉਹਦੇ ਨਜਾਇਜ਼ ਫਾਇਦਾ ਲੈ ਸਕਦੇ। ਹਥਿਆਰ ਮਾੜਾ ਨਹੀਂ, ਹਰ ਘਰ 'ਚ ਲਾਇਸੈਂਸੀ ਹਥਿਆਰ ਰੱਖੋ, ਤੁਸੀਂ ਕਹਿੰਦੇ ਸਹੀ ਹੈ, ਲੇਕਿਨ ਇਹ ਸੋਚੋ ਵੀ ਉਹਦਾ ਮਤਲਬ ਕਿ ਅਲਟੀਮੇਟ ਰਿਜ਼ਲਟ ਕੀ ਆ। ਨਹੀਂ ਜੀ, ਉਹਦਾ ਫਾਇਦਾ ਕੀ ਹੈ? ਪਹਿਲੀ ਗੱਲ ਤੇ ਹੈ, ਤੁਸੀਂ ਦੇਖੋ ਉਸ ਤੋਂ ਬਾਅਦ ਅਮਰੀਕਾ ਦੀ ਘਟਨਾ ਤੋਂ ਬਾਅਦ ਕੈਨੇਡਾ ਵਿੱਚ ਘਟਨਾ ਇੱਕ ਵਾਪਰ ਗਈ। ਹਾਂਜੀ, ਟੋਰਾਂਟੋ ਦੇ ਵਿੱਚ ਇੱਕ ਸਕੂਲ ਵੱਲ ਨੂੰ ਬੰਦਾ ਜਾਂਦਾ ਪਿਆ ਸੀ, ਕਿਸੇ ਗੁਆਂਢੀ ਨੇ ਸ਼ਿਕਾਇਤ ਕਰਤੀ ਕਿ ਉਹਦੇ ਕੋਲ ਹਥਿਆਰ ਹੈ ਤੇ ਜਾਂਦਾ ਵੀ ਸਕੂਲ ਵੱਲ ਨੂੰ ਪਿਆ ਜੀ। ਔਰ ਪੁਲਿਸ ਨੇ ਬੜੀ ਮੁਸਤੈਦੀ ਦੇ ਨਾਲ ਉਸ ਬੰਦੇ ਨੂੰ ਘੇਰ ਲਿਆ। ਉਹਦੇ ਨਾਲ ਕੀ ਹੋਇਆ ਵਾਪਰਿਆ ਉਹ ਤੁਸੀਂ ਅਖਬਾਰਾਂ ਵਿੱਚ ਜਾਂ ਟੀਵੀ ਮਾਧਿਅਮ ਤੇ ਵੇਖ ਚੁੱਕੇ ਹੈਗੇ ਹੋ। ਇਹੋ ਜਿਹੀਆਂ ਗੱਲਾਂ ਕਹਿਣੀਆਂ ਸੌਖੀਆਂ, ਪ੍ਰੈਕਟੀਕਲੀ ਬੜੀਆਂ ਔਖੀਆਂ। ਜੇ ਸੱਚੀਆਂ ਹੈਗੀਆਂ ਤੇ ਫਿਰ ਜਥੇਦਾਰ ਇੱਕ ਹੋਰ ਹੈਗੇ ਸੀ ਰਘਬੀਰ ਸਿੰਘ ਹੋਰੀ, ਉਹਨਾਂ ਦੇ ਕੋਲੋਂ ਜਦੋਂ ਪੰਜਾਬ ਦੀ ਸਰਕਾਰ ਨੇ ਵਾਪਸ ਲੈ ਲਈ ਸੁਰੱਖਿਆ, ਬੜੀ ਤਕਲੀਫ ਮਹਿਸੂਸ ਹੋਈ। ਜਦੋਂ ਉੱਥੋਂ ਦੇ ਮੰਤਰੀਆਂ, ਪੁਰਾਣੇ ਮੰਤਰੀਆਂ ਜਿਹੜੇ ਸਾਬਕਾ ਮੰਤਰੀ ਆ, ਸਾਬਕਾ ਐਮਐਲਏ ਆ, ਸਾਬਕਾ ਅਫਸਰ ਹੈ, ਕੋਈ ਹੋਰ ਪਿੰਡਾਂ ਦੇ ਚੌਧਰੀ ਹੈਗੇ ਆ, ਉਹਨਾਂ ਤੋਂ ਭਗਵੰਤ ਮਾਨ ਨੇ ਸੁਰੱਖਿਆ ਵਾਪਸ ਲੈਣ ਦੀ ਗੱਲ ਕੀਤੀ ਆ ਤੇ ਪੂਰਾ ਮੀਡੀਆ ਸ਼ੋਰ ਮਚਾ ਰਿਹਾ, ਪੂਰੇ ਪੋਲੀਟੀਕਲ ਬੰਦੇ ਸ਼ੋਰ ਮਚਾ ਰਹੇ, ਪੂਰੀਆਂ ਪੁਰਾਣੀਆਂ ਅਫਸਰਾਂ ਦੀਆਂ ਐਸੋਸੀਏਸ਼ਨਾਂ ਰੌਲਾ ਪਾ ਰਹੀਆਂ, ਚੀਕਾਂ ਮਾਰ ਰਹੀਆਂ ਕਿ ਦੇਖੋ ਜੀ ਸਰਕਾਰ ਨੇ ਸਾਡੇ ਤੋਂ ਸੁਰੱਖਿਆ ਵਾਪਸ ਲੈ ਲਈ। ਇਹ ਸੁਰੱਖਿਆ, ਇਹ ਪੁਲਿਸ ਦੀ ਭਰਤੀ ਜਿਹੜੀ ਆ ਆਮ ਲੋਕਾਂ ਦੀ ਸੁਰੱਖਿਆ ਵਾਸਤੇ ਆ ਕਿ ਵੱਡਿਆਂ ਜਥੇਦਾਰਾਂ ਦੀ, ਸਾਬਕਾ ਮੰਤਰੀਆਂ ਦੀ, ਸਾਬਕਾ ਐਮਐਲਏ ਦੀ ਤੇ ਪਿੰਡ ਦੇ ਚੌਧਰੀਆਂ ਦੀ ਸੁਰੱਖਿਆ ਵਾਸਤੇ? ਹਾਂਜੀ, ਇਹ ਤੇ ਭਾਜੀ ਉਹ ਗੱਲ ਹੋ ਗਈ ਨਾ ਕਿ ਭਾਈ ਰਣਜੀਤ ਸਿੰਘ ਜੀ ਪਹਿਲੇ ਜਿਹੜੇ ਜਥੇਦਾਰ, ਹਾਂਜੀ, ਉਹਨਾਂ ਕੋਲ ਰਿਵਾਲਵਰ ਸੀਗਾ, ਉਹਨੂੰ ਕਿਉਂ ਤੁਸੀਂ ਛੇਤੀ ਨਾਲ ਹਟਾ ਦਿੱਤਾ? ਉਹਦੇ ਨਾਲ ਵੱਡੀ ਉਦਾਹਰਨ ਤੇ ਕੋਈ ਨਹੀਂ ਹੈ। ਬਿਲਕੁਲ, ਕਿਉਂਕਿ ਜਦੋਂ ਗੁਰਬਚਨ ਸਿੰਘ ਨਿਰੰਕਾਰੀ ਦੇ ਕੇਸ ਦੇ ਵਿੱਚ ਉਹ ਫੜੇ ਜਾਂਦੇ ਆ, ਫੜਨ ਤੋਂ ਬਾਅਦ ਸਾਰਾ ਕੁਝ ਸਾਰੇ ਲੋਕਾਂ ਨੂੰ, ਨਵੀਂ ਪੀੜ੍ਹੀ ਨੂੰ ਤੇ ਪਤਾ ਨਹੀਂ, ਸਾਨੂੰ ਤਾਂ ਸਾਰਾ ਪਤਾ ਕਿਉਂਕਿ ਅਸੀਂ ਅੰਮ੍ਰਿਤਸਰ ਦੇ ਰਹਿਣ ਵਾਲੇ ਆ। ਉਹ ਜਿਹੜੀ ਘਟਨਾ ਹੁੰਦੀ ਉਹ ਵੀ ਅੰਮ੍ਰਿਤਸਰ 'ਚ ਹੁੰਦੀ, ਜਦੋਂ ਨਿਸ਼ਾਨ ਸਿੰਘ ਜਿਹੜਾ ਦੂਜਾ ਕਾਤਲ ਸੀਗਾ ਗੁਰਬਚਨ ਸਿੰਘ ਦਾ, ਜਿਹਨੇ ਉੱਥੇ ਗੋਲੀ ਚਲਾਈ, ਮੁੜ ਕੇ ਉੱਥੇ ਡੀਐਸਪੀ ਦੇ ਸਾਰਿਆਂ ਤੇ ਚਲਾਈ, ਉਹ ਵੀ ਸਾਰੇ ਕੁਝ, ਇਹ ਸਾਰਾ ਕੁਝ ਜਦੋਂ ਹੁੰਦਾ ਉਦੋਂ ਬਾਅਦ ਪਤਾ ਲਾਉਣਾ ਸੀਗਾ। ਜਾਂ ਪੁੱਛੀਏ ਵੇਖੋ ਉਹਨਾਂ ਬੰਦਿਆਂ ਨੂੰ, ਕਰਮ ਸਿੰਘ ਸ਼ਾਇਦ ਪਹਿਲਵਾਨ ਉਹ ਵੀ ਵਿਚਾਰੇ ਚਲੇ ਗਏ, ਸਾਡੇ ਇੱਕ ਜਲਾਲਪੁਰੇ ਦੇ ਸੀ ਲਾਲ ਸਿੰਘ, ਸਾਰੇ ਚਲੇ ਗਏ। ਉਹਨਾਂ ਬਜ਼ੁਰਗਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਨੇ ਇੱਕ 2 3 4 ਪੁੱਤ ਗਵਾਤੇ। ਬਿਲਕੁਲ, ਸਾਰਾ ਟੱਬਰ। ਤੇ ਆਪ ਜਦੋਂ ਉਹਨਾਂ ਨੂੰ ਅਸੀਂ ਮਿਲਦੇ ਹੁੰਦੇ ਹਨ, ਉਹ ਕਹਿੰਦੇ ਪੁੱਤ ਕੋਈ ਨਹੀਂ, ਤੁਸੀਂ ਸਾਡੇ ਪੁੱਤ ਜੇ। ਉਹ ਹਾਲਾਤ ਸਾਡੇ ਸਾਹਮਣੇ ਆਉਣ ਨਾ ਤੇ ਫਿਰ ਤੁਹਾਨੂੰ ਪਤਾ ਲੱਗੇ ਵੀ ਹਥਿਆਰ ਚੀਜ਼ ਕੀ ਨੇ। ਕਹਿਣਾ ਬੜਾ ਸੌਖਾ ਆ ਵੀ ਕਰ ਲਓ, ਜੇ ਵੀ ਕਰ ਲਓ। ਸਾਨੂੰ ਪੁੱਛ ਕੇ ਵੇਖੋ, ਅਸੀਂ ਜਿਉਂ 85 86 ਤੋਂ ਲੈ ਕੇ ਜਾਣਾ ਕਾਲਜ ਤੇ ਤਲਾਸ਼ੀਆਂ ਮੁਫਤ ਦੀਆਂ। ਕਿਉਂ ਜੀ? ਲੈਣੀ ਹੈ ਜੀ ਤਲਾਸ਼ੀ ਸ਼ਰਿਆਂ। ਬਿਲਕੁਲ, ਕਿਉਂਕਿ ਸੈਂਟਰ ਦਾ ਜ਼ੋਰ ਹੀ ਸਾਰਾ ਜੋ, ਉਹ ਗੱਲ ਤੇ ਤਾਂ ਆਪਾਂ ਮਿੱਟੀ ਪਾਉਂਦੇ, ਆਪਾਂ ਹੁਣ ਤੁਹਾਡੇ ਵਾਲੀ ਗੱਲ ਤੇ ਮੇਨ ਆਉਂਦੇ ਆ ਜਿਹੜੀ ਜਥੇਦਾਰ ਸਾਹਿਬ ਨੇ ਕੀਤੀ। ਹਾਂ, ਹਥਿਆਰ ਰਖਵਾਓ, ਲੇਕਿਨ ਉਹ ਹਥਿਆਰ ਦਾ ਸਾਰਾ ਕੁਝ ਡਿਟੇਲ ਕਢਾ ਲਓ, ਕਿਸ ਬੰਦੇ ਨੂੰ ਕਿਸ ਪਰਪਸ ਲਈ ਤੇ ਕਿਉਂ ਹਥਿਆਰ ਚਾਹੀਦਾ। ਤੁਹਾਨੂੰ ਪਤਾ ਵੀ ਜਦੋਂ ਵੈਰੀਫਿਕੇਸ਼ਨਾਂ ਹੁੰਦੀਆਂ ਉੱਥੇ ਅਗਲੇ ਸਾਰਾ ਡਿਟੇਲ ਪੁੱਛਦੇ ਆ। ਤੁਸੀਂ ਕਹਿੰਦੇ ਜੀ ਹਰ ਘਰ 'ਚ ਹਥਿਆਰ ਰੱਖਣੇ ਚਾਹੀਦੇ, ਕੌਣ ਹਥਿਆਰ ਦਊ ਜਿਹੜਾ ਕਹੂਗਾ ਮੇਰੇ ਕੋਲ 15,000 ਦੀ ਆਮਦਨ ਹੈ ਜਾਂ 30,000 ਦੀ ਆਮਦਨ ਹੈ, ਜਾਂ ਕਹੂਗੀ ਮੈਨੂੰ ਕਿਸੇ ਤੋਂ ਸੁਰੱਖਿਆ ਤੋਂ ਡਰ ਨਹੀਂ। ਤੁਹਾਨੂੰ ਇਹਨਾਂ ਨਹੀਂ ਪਤਾ ਵੀ, ਕਿਉਂਕਿ ਮੈਂ ਵੀ ਹਥਿਆਰ ਦਾ ਇੱਕ ਵਾਰ ਲਾਇਸੈਂਸ ਲੈਣ ਗਿਆ, ਐਡਾ ਲੰਮਾ ਫਾਰਮ ਹੈ, ਉਸ ਤੋਂ ਬਾਅਦ ਸਾਰੀ ਵੈਰੀਫਿਕੇਸ਼ਨ ਜੇ ਹੁੰਦੀ ਹੈ, SSP ਤੱਕ ਜਾਂਦਾ ਕੰਮ, ਉਸ ਤੋਂ ਬਾਅਦ ਫਿਰ ਥੱਲੇ ਆਉਂਦਾ, ਫਿਰ ਉਹ ਤੁਹਾਡੀ ਇਨਕੁਆਇਰੀ ਹੁੰਦੀ ਆ ਤੁਹਾਡੇ ਥਾਣੇ 'ਚੋਂ, ਤੇ ਉਦੋਂ ਬਾਅਦ ਉਹ ਫਿਰ ਫਾਈਨਲ ਕਰਕੇ ਘੁੱਗੀ ਮਾਰਦੇ ਆ। ਇਸ ਕਰਕੇ ਨਾ, ਹਾਂ ਗੱਲ ਕਹਿਣੀ ਬੜੀ ਸੌਖੀ, ਮੈਂ ਵੀ ਹੁਣ ਗੱਲਾਂ ਸੌਖੀਆਂ ਕਹਿ ਰਿਹਾ ਨਾ, ਲੋਕਾਂ ਨੂੰ ਭੈੜੀਆਂ ਵੀ ਲੱਗਣੀਆਂ ਕਿਉਂਕਿ ਉਹ ਪੋਸਟ ਬਹੁਤ ਵੱਡੀ ਹੈ ਜਥੇਦਾਰ ਸਾਹਿਬ ਦੀ। ਜਥੇਦਾਰ ਸਾਹਿਬ ਨੂੰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਜੀ, ਸੌਰੀ ਤੁਹਾਡੀ ਕੱਟ ਰਹੀ।
ਗਰਦਾ ਸਾਹਿਬ, ਤੁਸੀਂ ਇੱਕ ਵੀਡੀਓ ਵਾਇਰਲ ਨਹੀਂ ਦੇਖੀ? ਦਿੱਲੀ ਵਿੱਚ ਇੱਕ ਫੈਸ਼ਨ ਸ਼ੋਅ ਹੋਇਆ। ਫੈਸ਼ਨ ਸ਼ੋਅ ਵਿੱਚ ਮੁੰਡੇ ਵੀ ਹੁੰਦੇ, ਕੁੜੀਆਂ ਵੀ ਹੁੰਦੀਆਂ। ਉਹਨਾਂ ਦੀ ਡਰੈਸਿਸ ਵੱਖਰੀਆਂ ਵੱਖਰੀਆਂ ਹੁੰਦੀਆਂ। ਉਹਨਾਂ ਕਈਆਂ ਦੇ ਸਿਰਾਂ ਤੇ ਪੱਗ ਹੁੰਦੀ, ਕਈਆਂ ਤੇ ਨਹੀਂ ਹੁੰਦੀ। ਉਹ ਕੋਈ ਪੰਜਾਬੀ ਹੋ ਸਕਦਾ, ਕੋਈ ਹਰਿਆਣਵੀ ਹੋ ਸਕਦਾ, ਕੋਈ ਦਿੱਲੀ ਦਾ ਹੋ ਸਕਦਾ, ਕੋਈ ਬੰਬੇ ਦਾ ਹੋ ਸਕਦਾ। ਤੁਸੀਂ ਉਹਨਾਂ ਦੇ ਗਲਾਂ ਵਿੱਚ ਪਾਈਆਂ ਸ਼ੇਰੀ ਸਾਹਿਬ ਨਹੀਂ ਵੇਖੀਆਂ? ਉਹਦੇ ਬਾਰੇ ਕੀ ਤੁਹਾਡੇ ਕਮੈਂਟ ਹੈਗੇ ਆ? ਉਡੀਕ ਕਰਾਂਗੇ ਅਗਲੇ ਪ੍ਰੋਗਰਾਮ ਤੱਕ, ਤੇ ਫਿਰ ਕਰਾਂਗੇ ਜ਼ਿਕਰ ਡਿਟੇਲ। ਨਹੀਂ ਜੀ, ਉਹ ਤੇ ਬੜੀ ਦੂਰ ਦੀ ਗੱਲ ਹੈ ਨਾ। ਸਭ ਤੋਂ ਵੱਡੀ ਗੱਲ ਹੈ, ਸਭ ਤੋਂ ਆਪਾਂ ਛੋਟੀ ਜਿਹੀ ਸ਼ੁਰੂਆਤ ਕਰਦੇ ਜੀ। ਪੰਜਾਬ ਦਾ 13,000 ਦੇ ਕਰੀਬ ਪਿੰਡ ਆ। ਐਵਰੇਜ ਹਰ ਪਿੰਡ 'ਚ ਇੱਕ ਗੁਰਦੁਆਰਾ ਤੇ ਪੱਕਾ, ਜਿਸ ਤਰ੍ਹਾਂ ਸਾਡੇ ਪਿੰਡ 4 ਨੇ, ਕਈਆਂ ਪਿੰਡਾਂ 'ਚ 3 ਵੀ ਹੋਣੇ, ਕਈਆਂ 'ਚ 2, 10 ਵੀ ਹੈਗੇ ਜੀ। ਆਪਾਂ ਕੁੱਲ ਮਿਲਾ ਕੇ 20,000 ਗੁਰਦੁਆਰਾ ਲਾ ਲਈਏ। 20,000 ਗੁਰਦੁਆਰਾ, ਚਲੋ 20 ਨਹੀਂ 18 ਲਾ ਲਓ, 18,000 ਗੁਰਦੁਆਰਾ ਨਾਲ 18,000 ਗ੍ਰੰਥੀ ਸਿੰਘ ਲਾ ਲਓ, ਉਹਨਾਂ ਦਾ ਪਰਿਵਾਰ ਲਾ ਲਓ। ਪਹਿਲਾਂ ਆਪਾਂ ਉਹਨਾਂ ਦਾ ਤਾਂ ਸੋਚ ਲਈਏ। ਸਿੱਖੀ ਬਣਨੀ ਕਿੱਥੋਂ ਆ? ਸਿੱਖੀ ਦੀ ਸ਼ੁਰੂਆਤ ਮੇਰੇ ਵਰਗਿਆਂ ਤੋਂ ਥੋੜਾ ਹੋਣੀ ਆ, ਜਿਨ੍ਹਾਂ ਨੇ ਦਾੜੀਆਂ ਬਣਾਈਆਂ ਤੇ ਚੁੱਕਿਆ ਬੋਰੀ ਬਿਸਤਰਾ ਕੈਨੇਡਾ ਨੂੰ ਤੁਰ ਪਏ। ਤੁਸੀਂ ਉਹਨਾਂ ਤੋਂ ਸਿੱਖੀ ਦੀ ਆਸ ਰੱਖਦੇ ਜੇ, ਜਾਂ ਉਹਨਾਂ ਤੋਂ ਸਿੱਖੀ ਦੀ ਆਸ ਰੱਖਦੇ ਜੇ ਜਿਨ੍ਹਾਂ ਨੂੰ ਇਹ ਪਤਾ ਵੀ ਹਾਂ ਕੋਈ ਨਹੀਂ, ਕਰ ਕੀਤਾ ਕੰਮ ਤੇ ਆਪਾਂ ਸੁਰੱਖਿਆ ਲੈ ਲਈ, ਜਾਂ ਕੀਤਾ ਕੰਮ ਤੇ ਆਪਾਂ ਉਹ SGPC 'ਚ ਹੋ ਗਏ, ਜਾਂ ਕੀਤਾ ਕੰਮ ਤੇ ਆਪਾਂ ਮੰਤਰੀ ਬਣ ਗਏ, ਤੇ ਕੀਤਾ ਕੰਮ ਤੇ ਉਹ ਬਣ ਗਏ। ਉਹਨਾਂ ਤੋਂ ਕਿਸੇ ਤੋਂ ਸਿੱਖੀ ਦੀ ਆਸ ਮੁੱਢ ਕਿੱਥੋਂ ਵੱਜਣਾ? ਜਿੰਨੇ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਉੱਠਦੇ ਇਹ ਕਹਿਣਾ ਵੀ ਉੱਠੋ ਭਗਤੋ, ਉੱਠੋ ਸੰਗਤੋ, ਅੰਮ੍ਰਿਤ ਵੇਲਾ ਹੋ ਗਿਆ, ਪਰਮਾਤਮਾ ਦਾ ਨਾਮ ਜਪੋ। ਤੇ ਉਹਨਾਂ ਨੇ ਜਪਜੀ ਸਾਹਿਬ ਤੋਂ ਬਾਅਦ ਆਨੰਦ ਸਾਹਿਬ ਦੀਆਂ ਚਾਹੇ 6 ਚਾਹੇ 39 40, ਜਿਹੜਾ ਪਿੱਛੇ ਉਹ ਵੀ ਝਗੜਾ ਚੱਲ ਪਿਆ ਸੀ, ਉਹ ਇੱਕ ਇਹਨਾਂ ਦੇ ਸ਼ਲੋਕ ਕਿੰਨੇ ਹੈਗੇ ਆ। ਹਾਂ, ਸ਼ਲੋਕ ਕਿੰਨੇ ਹੈਗੇ ਆ। ਅਸੀਂ ਇਹ ਰੌਲਾ ਛੇਤੀ ਪਾ ਲੈਣਾ। ਹਾਂਜੀ ਹਾਂਜੀ, ਉਹ ਵੀ ਪੈ ਗਿਆ ਸੀ, ਜਦ ਕਿ ਸਾਰਿਆਂ ਨੂੰ ਪਤਾ ਕਿ ਉਹ ਬਾਣੀ ਜਿਹੜੀ ਆ ਇੱਕੇ ਗੁਰੂ ਦੀ ਆ। ਇਹਨਾਂ ਨੇ ਵੰਡਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਪੜ੍ਹ ਕੇ ਆਨੰਦ ਸਾਹਿਬ ਪੜ੍ਹਨ ਤੋਂ ਬਾਅਦ ਉਹਨੇ ਭੋਗ ਪਾ ਕੇ ਤੁਹਾਡੇ ਬੱਚਿਆਂ ਨੂੰ ਸਿੱਖਿਆ ਦੇਣੀ ਆ। ਤੇ ਫਿਰ ਉਹਨਾਂ ਕਹਿਣਾ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਦਾਨਾ ਸਿਰ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ। ਬਿਲਕੁਲ। ਤੇ ਫਿਰ ਉਸ ਤੋਂ ਬਾਅਦ ਆਉਂਦਾ ਜੀ ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ। ਕਿਤੇ ਹਥਿਆਰਾਂ ਦਾ ਤੁਸੀਂ ਕਿਤੇ ਨਹੀਂ ਕੋਈ ਜ਼ਿਕਰ ਆਇਆ। ਕਈ ਲੋਕੀ ਕਹਿ ਦਿੰਦੇ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਹਥਿਆਰ, ਸਮਾਂ, ਹਾਲਾਤ, ਹਰ ਚੀਜ਼ ਦੇ ਅਕੋਰਡਿੰਗਲੀ ਹਰ ਚੀਜ਼ ਜ਼ਰੂਰੀ ਆ। ਅਸੀਂ ਇਹ ਤਾਂ ਨਹੀਂ ਕਹਿੰਦੇ ਵੀ ਤੁਸੀਂ ਹੁਣ ਅੰਮ੍ਰਿਤ ਨਾ ਛਕੋ, ਉਹ ਛਕੋ, ਸ੍ਰੀ ਸਾਹਿਬ ਪਾਓ, ਹਰ ਚੀਜ਼ ਕਰੋ। ਲੇਕਿਨ ਉਹਦੇ 'ਚ ਇਹ ਆ ਕਿ ਤੁਸੀਂ ਹੁਣ ਸੋਚੋ ਵੀ ਇੱਕ ਪਾਸੇ ਸ੍ਰੀ ਸਾਹਿਬ, ਇੱਕ ਪਾਸੇ ਦਨਾਲੀ ਰਫਲ ਮੋਢੇ ਤੇ ਚੁੱਕੀ ਹੋਵੇ, ਤੁਹਾਡਾ ਝਗੜਾ ਹੋਊ, ਤੁਸੀਂ ਸ੍ਰੀ ਸਾਹਿਬ ਨਾਲ ਲੜੋਗੇ ਤੇ ਸੁਰੱਖਿਆ ਨਹੀਂ ਲੜੋਗੇ। ਉਹਦੇ ਲਈ ਤੁਸੀਂ ਠਾਹ ਕਰਕੇ ਫੈਰ ਮਾਰੋਗੇ, ਹੋ ਗਿਆ। ਤੁਸੀਂ ਵੀ ਕਹੇ ਤੇ ਅਗਲਾ ਵੀ ਨਵਾਂ ਸਿਆਪਾ ਗੱਲ ਪਾਉਣ ਵਾਲੀ ਗੱਲ। ਇੱਕ ਮੈਂ ਸਮੇਂ ਦੀ ਗੱਲ ਦੱਸ ਦਿਆਂ, ਕਿਉਂਕਿ ਗੱਲ ਸਮੇਂ ਵਾਲ ਆਈ ਆ। ਸਾਰੇ ਮੇਰੇ ਵੀਰ ਜਰਾ ਬੜੇ ਗੌਰ ਨਾਲ ਸੁਣ ਲਿਓ ਵੀ ਸਮਾਂ ਸਮੇਂ ਨਾਲ ਸਮੇਂ ਨੂੰ ਬਦਲਣ ਲੱਗਾ। ਸਮੇਂ ਨਾਲ ਸਮੇਂ ਨੂੰ ਬਦਲਣ ਲੱਗਾ। ਬਿਲਕੁਲ ਬਿਲਕੁਲ। ਟਾਈਮ ਦੀ ਗੱਲ ਆਪਾਂ ਕਹਿੰਦੇ ਨਾ, ਟਾਈਮ ਦੀ ਗੱਲ, ਸਾਰਾ ਕੁਝ ਟਾਈਮ ਦਾ ਚੱਕਰ ਹੀ ਆ ਜੀ। ਟਾਈਮ ਲਫ਼ਜ਼ ਅੰਗਰੇਜ਼ੀ ਦਾ ਜੀ, ਮੈਂ ਕਹਿਤਾ, ਪਰ ਹੁੰਦਾ ਸਮਾਂ ਹੀ ਆ ਜਿਹੜਾ ਬਾਲ ਸਾਹਿਬ ਕਹਿੰਦੇ। ਸਮਾਂ ਸਮੇਂ ਨਾਲ ਸਮੇਂ ਨੂੰ ਬਦਲਣ ਲੱਗਾ ਤੇ ਬਦਲ ਦਿੱਤਾ ਸਭ ਕੁਝ ਤੇ ਆਪ ਚੁੱਪ ਰਿਹਾ। ਯੁੱਗ ਵੀ ਅਸੀਂ 4 ਹੀ ਗਿਣਦੇ ਆ ਜੀ, ਤ੍ਰੇਤਾ, ਦੁਆਪਰ, ਸਤਯੁਗ ਤੇ ਕਲਯੁਗ। ਵੇਦ ਵੀ 4 ਹੀ ਨੇ, ਰਿਗ ਵੇਦ, ਅਥਰ ਵੇਦ, ਯਜੁਰ ਵੇਦ ਤੇ ਸ਼ਾਮ ਵੇਦ। ਮੈਂ ਕਹਿੰਦਾ ਸੀ ਨਾ ਜੀ, ਬਾਲਾ ਸਾਹਿਬ ਬੜੀਆਂ ਸਿਆਣੀਆਂ ਗੱਲਾਂ ਕਰਦੇ। ਮੈਨੂੰ ਰਿਹਾ ਵੇਦ ਦੇ ਨਾਂ ਹੀ ਨਹੀਂ ਪਤਾ। ਜੇ ਪਤਾ ਲੱਗ ਵੀ ਜਾਣ ਤੇ ਮੇਰੇ ਕੋਲ ਉਸ ਰੇਟਮ 'ਚ ਦੱਸ ਹੀ ਨਹੀਂ ਹੁਣ, ਜਿੱਦਾਂ ਇਹਨਾਂ ਦੱਸੇ। ਨਹੀਂ, ਉਪਵੇਦ ਵੀ ਬੜੇ ਨੇ ਜੀ। ਫਿਰ ਉਹਨਾਂ ਦੇ ਹਿੰਦੂ ਧਰਮ ਨਾਲ ਗੀਤਾ ਆ, ਭਗਵਤ ਗੀਤਾ ਆ, ਰਾਮਾਇਣ ਆ, ਤੇ ਸਾਰਾ ਕੁਝ ਬਹੁਤ ਲੰਮਾ ਚੌੜਾ। ਜਦੋਂ ਪੜ੍ਹਦੇ ਰਹੀਏ, ਮੈਂ ਥੋੜ੍ਹਾ ਜਿਹਾ ਮੱਥਾ ਮਾਰਦਾ ਰਹਿਣਾ, ਪਾਗਲ ਜਿਹਾ ਬੰਦਾ ਜੀ, ਮੇਰੀ ਗੱਲਾਂ ਵੱਲ ਤੁਸੀਂ ਜਾਇਓ ਨਾ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਪਿੱਛੇ ਜੇ ਇਹਨਾਂ ਨੇ ਕਿਹਾ ਸੀ ਜੀ, ਇੱਕ ਸਾਡੀ ਸੰਸਥਾ ਆ ਜੀ, ਉਹ ਲਾਸਟ ਵਾਲੇ ਜਿਹੜੇ ਸਮਾਪਤੀ ਜਿੱਥੇ ਹੁੰਦੀ ਗੁਰੂ ਗ੍ਰੰਥ ਸਾਹਿਬ ਦੀ, ਉਹ ਸ਼ਲੋਕ ਪੜ੍ਹਦੇ ਨਹੀਂ ਜੀ। ਤੇ ਕੁਝ ਜਿਹੜੇ ਆ ਉਸ ਤੋਂ ਪਹਿਲਾਂ ਸਮਾਪਤੀ ਕਰ ਦਿੰਦੇ ਆ। ਹੁਣ ਕੂਕੇ ਆ ਜਿਹੜੇ, ਉਹ ਆਪਣੇ ਹਿਸਾਬ ਨਾਲ ਉਹਨਾਂ ਨੇ ਬਾਣੀ ਵੱਖਰੀ ਢਾਲ। ਇਸ ਕਰਕੇ ਉਹ ਨਹੀਂ, ਮੈਂ ਉਹ ਸਮੇਂ ਦੀ ਗੱਲ ਆ। ਜਦ ਕਿ ਗੁਰੂ ਸਾਹਿਬ ਸਮੇਂ ਸਮਾਂ ਹੋ ਸੀ। ਸਮੇਂ ਨਾਲ ਸਮੇਂ ਨੂੰ ਬਦਲਣ ਲੱਗਾ, ਸਭ ਕੁਝ ਬਦਲ ਦਿੱਤਾ, ਆਪ ਚੁੱਪ ਰਿਹਾ ਤੇ ਬੋਧੀ, ਦਾੜੀਆਂ, ਸਰਦਾਰੀਆਂ ਸਭ ਬਦਲੀਆਂ। ਬੋਧੀ ਹਿੰਦੂ ਧਰਮ ਵੀ ਬਦਲਿਆ, ਦਾੜੀਆਂ, ਸਰਦਾਰੀਆਂ ਸਭ ਬਦਲੀਆਂ, ਪਰ ਸਮਾਂ ਆਪਣੀ ਮਸਤੀ ਵਿੱਚ ਧੁੱਤ ਰਿਹਾ। ਸਮਾਂ ਤੇ ਨਹੀਂ ਨਾ, ਸਮੇਂ ਤੇ ਨਹੀਂ ਕੁਛ ਗਿਆ, ਉਹ ਤੋਂ ਹੀ ਚੱਲੀ ਜਾਂਦਾ। ਇੱਕ 12 ਵਜੇ ਤੋਂ ਬਾਅਦ 1 ਵਜਦਾ ਤੇ ਫਿਰ 12 ਵੱਜ ਜਾਂਦੇ, 12 ਵਜੇ ਤੋਂ ਬਾਅਦ 1 ਵਜਦਾ, ਫਿਰ 12 ਵਜੇ। ਹੁਣ ਵੇਖੋ ਜੀ, ਘੁੰਡ, ਚੁੰਨੀਆਂ, ਜੂੜੇ ਲੈ ਗਿਆ ਸਮਾਂ। ਮੇਰੇ ਵਰਗੇ ਸਾਰੇ ਬੈਠੇ ਹੀ ਆ ਨਾ, ਭਾਜੀ ਦਾ ਤਾਂ ਮੈਂ ਸਤਿਕਾਰ ਕਰਦਾ। ਮੈਂ ਕਹਿੰਦਾ ਮਹਾਂਪੁਰਸ਼ ਨੇ ਮੇਰੇ ਲਈ, ਜਿਹੜੇ ਬੈਠੇ ਨੇ ਨਾਲ। ਚਲੋ ਗੱਲ ਕਰੋ ਪਹਿਲਾਂ, ਆਪਾਂ ਫਿਰ। ਘੁੰਡ, ਚੁੰਨੀਆਂ, ਜੂੜੇ ਲੈ ਗਿਆ ਸਮਾਂ, ਤੇ ਸਮਾਂ
ਸਮੇਂ ਦੀ ਸਵਾਰ ਦਾ ਗੁੱਤ ਰਿਹਾ। ਸਮਾਂ ਸਮੇਂ ਦੀ ਸਵਾਰ ਦਾ ਗੁੱਤ ਰਿਹਾ। ਸਮੇਂ ਨੇ ਤਾਂ ਕਦੀ ਤੁਹਾਨੂੰ ਦੱਸਿਆ ਵੀ ਭਾਈ ਤੂੰ ਹਿੰਦੂ ਬਣ ਜਾ, ਤੂੰ ਮੁਸਲਮਾਨ ਬਣ ਜਾ, ਤੂੰ ਆਹ ਕਰ ਨਾ ਕਰ। ਉਹ ਆਪਣਾ ਹੀ ਮਸਤੀ 'ਚ ਉਣੀ ਜਾਂਦਾ ਸਾਰਾ ਕੁਝ। ਸਮਾਂ ਸਮੇਂ ਦੀ ਸਵਾਰ ਦਾ ਗੁੱਤ ਰਿਹਾ ਤੇ ਪੱਤ ਝੜ ਬਸੰਤ ਗਰਮੀ ਤੇ ਸਰਦੀ ਦਿੱਤੀ। ਰੁੱਤਾਂ ਚਾਰੇ, ਪੰਜਵੀਂ ਰੁੱਤ ਅਸੀਂ ਵੈਸੇ ਨਾਲ ਐਡ ਕੀਤੀ, ਰੁੱਤਾਂ ਵੀ ਚਾਰ ਹੀ ਨੇ, ਵੇਦ ਵੀ ਚਾਰ ਹੀ ਨੇ, ਸਭ ਕੁਝ ਚਾਰ ਹੀ ਨੇ, ਰੁੱਤਾਂ ਵੀ ਚਾਰ ਹੀ ਨੇ। ਪੱਤ ਝੜ ਬਸੰਤ ਗਰਮੀ ਤੇ ਸਰਦੀ ਦਿੱਤੀ, ਸਮਾਂ ਸਮੇਂ ਨੂੰ ਵਿਖਾਉਂਦਾ ਹਰ ਰੁੱਤ ਰਿਹਾ। ਅਸੀਂ ਕਹਿੰਦੇ ਸਮੇਂ ਨਾਲ ਹੀ ਰੁੱਤਾਂ ਬਦਲਦੀਆਂ। ਬਿਲਕੁਲ। ਤੇ ਸਮਾਂ ਸਮੇਂ ਨੂੰ ਵਿਖਾਉਂਦਾ ਹਰ ਰੁੱਤ ਰਿਹਾ। ਗੁਰ ਪੀਰ ਔਲੀਏ ਤੇ ਮਹਾਰਾਜੇ ਤੁਰ ਗਏ। ਸਾਡੇ ਦਸੇ ਗੁਰੂ ਜਿੰਨੇ ਵੀ ਪੀਰ ਪੈਗੰਬਰ ਹੋਏ ਆ ਸਾਰੇ ਇਸ ਧਰਤੀ ਤੇ ਆਏ ਤੇ ਸਾਰੇ ਜੋਤੀ ਜੋਤ ਸਮਾ ਕੇ ਵਾਪਸ ਚਲੇ ਗਏ। ਗੁਰ ਪੀਰ ਔਲੀਏ ਤੇ ਮਹਾਰਾਜੇ ਤੁਰ ਗਏ, ਨਜ਼ਾਰੇ ਵੇਖਦਾ ਸਮਾਂ ਬਣ ਬੁੱਤ ਰਿਹਾ। ਕੀ ਬਾਤ ਹੈ। ਸਮਾਂ ਅਡੋਲ ਤੇ ਸਾਰਾ ਕੁਝ ਵੇਖ ਰਿਹਾ, ਵੇਖ ਸਮਾਂ ਬਣ ਬੁੱਤ ਰਿਹਾ। ਇੱਕ ਤੇ ਬਾਅਦ ਚ ਇਹਨਾਂ ਨਾਲ ਗੱਲ ਕਰਾਂਗੇ ਵੀ ਤਰਤੀਬ ਬਣਦੀ ਕਿਵੇਂ ਹੈ, ਕਿਉਂਕਿ ਕਈ ਵੀਰ ਕਹਿੰਦੇ ਜੀ ਇਹ ਬੜਾ ਹੋਰ ਤਰ੍ਹਾਂ ਦਾ ਲੱਗਦਾ ਲਿਖਿਆ। ਗੁਰ ਪੀਰ ਔਲੀਏ ਮਹਾਰਾਜੇ ਤੁਰ ਗਏ, ਨਜ਼ਾਰੇ ਵੇਖਦਾ ਸਮਾਂ ਬਣ ਬੁੱਤ ਰਿਹਾ। ਪੁੱਤ ਪੋਤਰੇ ਧੀਆਂ ਦੋਹਤਿਆਂ ਵਾਲੇ, ਮਤਲਬ ਕਿ ਏਡੇ ਏਡੇ ਵੱਡੇ ਘਰ ਜਿਨ੍ਹਾਂ ਦੀ 3-3 ਪੀੜ੍ਹੀਆਂ 4-4 ਪੀੜ੍ਹੀਆਂ ਕੀ ਘਰ 'ਚ ਰਹਿੰਦੀਆਂ ਸੀ। ਪੁੱਤ ਪੋਤਰੇ ਧੀਆਂ ਦੋਹਤਿਆਂ ਵਾਲੇ ਘਰ, ਕਰ ਪੁਰਾਣੇ ਢਾਏ ਨਵੇਂ ਨੁੱਕ, ਕਰ ਪੁਰਾਣੇ ਢਾਹ ਕੇ ਨਵੇਂ ਨੁੱਕ ਰਿਹਾ। ਕਿਉਂਕਿ ਪੁਰਾਣੇ ਤਾਂ ਢਹਿ ਗਏ ਤੇ ਨਵੇਂ ਨੁੱਕ ਜਿਹੜੇ ਬਣੇ ਆ, ਤੇ ਲੇਕਿਨ ਉਹ ਘਰ ਕਦੋਂ ਤੋਂ ਬਣੇ ਉਹਦੇ ਉਹ ਢਾਹ ਤੇ ਲੇਕਿਨ ਆਪ ਸਮਾਂ ਨਵਾਂ ਨੁੱਕ ਰਿਹਾ। ਹੁਣ ਵੇਖੋ ਜੀ, ਬਲ ਸਮੇਂ ਕਈ ਸਦੀਆਂ ਤੇ ਯੁੱਗ ਬਦਲੇ। ਜਿਵੇਂ ਹੁਣੇ ਗੱਲ ਕੀਤੀ ਸੀ ਕਿ ਚਾਰੇ ਯੁੱਗ ਬਦਲੇ। ਕਹਿੰਦੇ ਜੀ ਪਹਿਲੀ ਸਦੀ ਵਧੀਆ ਸੀ, ਆਹ ਸਦੀ 20ਵੀਂ ਸਦੀ ਆ ਗਈ, 21ਵੀਂ ਵੀ ਆ ਗਈ, ਸਾਰੇ ਲੰਘ ਗਈ। ਇੱਕ ਸਦੀ ਤਾਂ ਪੂਰੀ ਸਾਡੇ ਸਾਹਮਣੇ ਵੀ ਲੰਘ ਚੱਲੀ ਹੈ। ਹੁਣ ਵੇਖੋ ਜੀ, ਬਲ ਸਮੇਂ ਕਈ ਸਦੀਆਂ ਤੇ ਯੁੱਗ ਬਦਲੇ, ਪਰ ਸਮਾਂ ਆਪ ਨਾ ਕਿਸੇ ਅੱਗੇ ਝੁਕ ਰਿਹਾ। ਸਮਾਂ ਨਹੀਂ ਝੁਕਦਾ, ਕਦੀ ਰੁਕਦਾ ਵੀ ਨਹੀਂ, ਝੁਕਿਆ ਵੀ ਨਹੀਂ, ਨਾ ਰੁਕਿਆ, ਨਾ ਰੁਕਦਾ ਨਾ। ਸਮਾਂ ਆਪ ਨਾ ਕਿਸੇ ਅੱਗੇ ਰੁਕ ਰਿਹਾ। ਇਸ ਕਰਕੇ ਇਹ ਸਮਾਂ ਜੀ, ਸਮੇਂ ਨਾਲ ਹਰ ਬੰਦਾ ਗੱਲ ਕਰ ਜਾਂਦਾ। ਸੁਣ ਲਿਆ ਕਰੋ, ਵਧੀਆ ਲੱਗੇ ਇੱਥੇ ਬਹਾਲੀ, ਨਹੀਂ ਤੇ ਪ੍ਰਮਾਤਮਾ ਨੇ ਦੋ ਕੰਨ ਇਸੇ ਲਈ ਦਿੱਤੇ, ਇੱਧਰੋਂ ਸੁਣੋ ਇੱਧਰੋਂ ਕੱਢ ਦਿਓ। ਸਮੇਂ ਦੀ ਇੱਕ ਹੋਰ ਗੱਲ ਕਰ ਲਈਏ ਜੀ ਨਾਲ ਜੁੜਦੀ। ਜਥੇਦਾਰ ਸਾਹਿਬ ਨੇ ਪਿੱਛੇ ਜੇ ਇੱਕ ਮੀਟਿੰਗ ਬੁਲਾਈ ਜਿਸ 'ਚ ਉਹਨਾਂ ਨੇ ਕਿਹਾ ਕਿ ਸਾਰੇ ਜਿਹੜੇ ਹੈਗੇ ਆ ਅਕਾਲੀ ਪੰਥਕ ਵਿਚਾਰਧਾਰਾ ਦੇ ਲੋਕ ਆਗੂ, ਉਹਨਾਂ ਸਾਰਿਆਂ ਨੂੰ ਬੁਲਾਇਆ। ਸ਼੍ਰੋਮਣੀ ਕਮੇਟੀ ਨੇ ਮੀਟਿੰਗ ਕਾਲ ਕੀਤੀ। ਉਹਨਾਂ ਵਿੱਚ ਕੁਝ ਬੰਦੇ ਇਹੋ ਜਿਹੇ ਵੀ ਬੈਠੇ ਸੀ ਜਿਹੜੇ ਆਪਣੇ ਆਪ ਨੂੰ ਪੰਥਕ ਕਹਾਉਂਦੇ ਆ, ਪਰ ਪੰਥ ਨੇ ਉਹਨਾਂ ਨੂੰ ਛੇਕਿਆ ਹੋਇਆ। ਜਥੇਦਾਰ ਸਾਹਿਬ, ਇਹ ਵੀ ਤੁਹਾਡੇ ਲਈ ਇੱਕ ਸਵਾਲ ਹੈ, ਜਵਾਬ ਦੇਣ ਦੀ ਕੋਸ਼ਿਸ਼ ਕਰਿਓ। ਅਗਲੇ ਐਪੀਸੋਡ ਵਿੱਚ ਤੁਹਾਡੇ ਜਵਾਬ ਆਉਣ ਤੋਂ ਬਾਅਦ ਹੋਰ ਡਿਸਕਸ ਕਰਾਂਗੇ। ਇੱਕ ਗੱਲ ਦੱਸਿਓ ਜੀ। ਹਾਂਜੀ। ਇਹਨਾਂ ਦਿਨਾਂ ਦੇ ਵਿੱਚ ਇੱਕ ਵੀਡੀਓ ਵਾਇਰਲ ਹੋ ਰਹੀ ਬੜੀ ਵੱਡੇ ਪੱਧਰ ਤੇ। ਉਹ ਗੱਲ ਉਹੀ ਧਰਮ ਦੀ ਵਾਲੀ ਗੱਲ ਆਉਂਦੀ ਨਾ, ਧਰਮ ਹੀ ਜ਼ਿਆਦਾ, ਧਰਮ ਦੀ ਗੱਲ ਅੱਜ ਸ਼ੁਰੂ ਹੋ ਗਈ, ਪਤਾ ਨਹੀਂ ਕਿੱਦਾਂ। ਵੀਡੀਓ ਵਾਇਰਲ ਹੋ ਰਹੀ ਜੀ, ਲੜਕੀਆਂ ਇੱਕ ਹੈਗੀਆਂ ਉਹ ਦੱਸਦੀਆਂ ਪਈਆਂ ਜੀ ਅਸੀਂ ਫਲਾਣੇ ਮੰਦਿਰ 'ਚ ਗਏ, ਉੱਥੇ ਸਾਡੇ ਪੂਜਾ ਪਾਠ ਦੇ ਇੰਨੇ ਪੈਸੇ ਲੱਗਦੇ। ਉਂਝ ਤਾਂ ਵੈਸੇ ਪੂਜਾ ਪਾਠ ਤੁਸੀਂ ਚਾਹੇ ਸਿੱਖ ਧਰਮ 'ਚ ਕਰਾ ਲਓ, ਅਖੰਡ ਪਾਠ ਕਿਹੜਾ ਫ੍ਰੀ ਹੁੰਦੇ। ਗੁਰਦੁਆਰਿਆਂ ਦੇ ਬਾਹਰ ਲਿਖਿਆ ਹੁੰਦਾ ਇਹ ਪਾਠ ਕਰਾਉਣਾ ਤੇ ਇੰਨੇ ਪੈਸੇ, ਆਹ ਪਾਠ ਕਰਾਉਣਾ ਤੇ ਇੰਨੇ ਪੈਸੇ, ਇਹਦੀ ਮੰਦਿਰਾਂ ਦੇ ਬਾਹਰ ਵੀ ਲਿਖਿਆ ਹੁੰਦਾ। ਬਿਲਕੁਲ। ਇਹ ਸਾਰਾ ਕੁਝ ਕੀ ਹੈ ਜੀ, ਥੋੜਾ ਜਿਹਾ ਵਿਸਥਾਰ ਨਾਲ ਦੱਸੋ। ਅਸਲ ਪਤਾ ਕੀ ਜੀ, ਉਹ ਭੈਣਾਂ ਗਈਆਂ ਮੰਦਿਰ 'ਚ ਮੱਥਾ ਟੇਕਣ, ਕਿਉਂਕਿ ਵੈਸੇ ਵੀ ਮੰਦਿਰ ਉਹ ਪਹਾੜੀ ਇਲਾਕੇ 'ਚ ਆ, ਦੂਰ ਆ ਥੋੜਾ ਜਿਹਾ। ਲੇਕਿਨ ਜੋ ਕੁਝ ਉਹਨਾਂ ਨੇ ਰੇਟ ਦੱਸੇ ਜਾਂ ਜੋ ਕੁਝ ਉਹਨਾਂ ਨੇ ਅੰਦਰ ਦੇ ਹਾਲਾਤ ਦੱਸੇ ਆ, ਉਸ ਹਿਸਾਬ ਨਾਲ ਮੈਂ ਕਹਿੰਦਾ ਵੀ ਕਿਸੇ ਵੀ ਧਰਮ ਲਈ ਮਾੜਾ। ਮੈਂ ਉਸ ਧਰਮ ਲਈ ਪਰਟੀਕੂਲਰ ਗੱਲ ਨਹੀਂ ਕਰਦਾ ਕਿਉਂਕਿ ਇਹ ਹਿੰਦੂ ਧਰਮ ਦੀ ਗੱਲ ਆ। ਇਹ ਕਿਸੇ ਵੀ ਧਰਮ ਲਈ ਮਾੜਾ ਜੀ ਕਿ ਧਰਮ ਦੇ ਵਿੱਚ ਲੁੱਟ ਖਸੁੱਟ ਹੋਣੀ। ਜਿਹੜੇ ਵੀ ਪੈਸੇ ਮੰਗਦੇ। ਹਾਂਜੀ, ਬਿਲਕੁਲ ਬਿਲਕੁਲ। ਕਹਿੰਦੇ ਜੀ ਮੱਥਾ ਟੇਕਣ ਦੇ ਇੰਨੇ ਪੈਸੇ, ਜੇ ਤੁਸੀਂ 3 ਜਾਣੇ ਆਰਤੀ ਕਰਾਓ ਇੰਨੇ ਪੈਸੇ। ਉਹ ਥਾਲੀ ਦੱਸ ਰਿਹਾ ਸੀ ਪਤਾ ਨਹੀਂ ਕਿੰਨੇ ਦੀ ਉਹ ਥਾਲੀ ਆ, ਜਿਹੜੀ ਪੂਜਾ ਦੀ ਸਮੱਗਰੀ ਪਈ, ਕਿ ਕਹਿੰਦੇ 30-40 ਰੁਪਏ ਦਾ ਸਮਾਨ ਹੈ ਤੇ ਇੰਨੇ ਦਾ ਵੇਚ ਰਹੇ, 2100 ਦਾ ਪਤਾ ਨਹੀਂ ਕਿੰਨੇ ਦਾ ਵੇਚ ਰਹੇ। ਮਤਲਬ ਕਿ ਇਹ ਨਹੀਂ, ਕਿਸੇ ਵੀ ਧਰਮ ਦੇ ਵਿੱਚ ਇਹ ਚੀਜ਼ ਬਹੁਤ ਮਾੜੀ ਆ। ਜੋ ਵੀ ਉੱਥੋਂ ਦੇ ਹੈਗੇ ਨੇ ਪੈਰੋਕਾਰ ਕਹਾਂਗੇ ਆਪਾਂ, ਜ਼ਿਆਦਾ ਵਧੀਆ। ਕਿਉਂਕਿ ਧਰਮ ਦੇ ਪੈਰੋਕਾਰ ਤਾਂ ਮੰਨਣ ਵਾਲੇ ਹੁੰਦੇ ਨੇ ਜੀ, ਉਹ ਪ੍ਰਬੰਧਕ ਆ ਜਿਹੜੇ ਠੇਕੇਦਾਰ, ਉਹਨਾਂ ਦੇ ਸ਼ਬਦ ਠੇਕੇਦਾਰੀ, ਚਾਹੇ ਉਹ ਕੋਈ ਧਰਮ ਹੈ, ਜਿਹੜੇ ਸਮਝਦੇ ਕਿ ਅਸੀਂ ਧਰਮੀ ਬੰਦੇ ਆ, ਉਹ ਠੇਕੇਦਾਰੀ ਕਰਦੇ ਆ। ਹਾਂ, ਜਿਹੜੇ ਜੋ ਵੀ ਉੱਥੋਂ ਦੇ ਅਸੀਂ ਕਹੀਏ ਕਿ ਉਹ ਸਾਹਮਣੇ ਕਾਰਜਭਾਰ ਜੋ ਵੀ ਆ ਜਾਂ ਠੇਕੇਦਾਰ ਜੋ ਵੀ ਅਸੀਂ ਕਹਿ ਸਕਦੇ ਆ, ਉਹਨਾਂ ਨੂੰ ਇੰਨਾ ਚਾਹੀਦਾ ਜੀ, ਕਿਉਂਕਿ ਰੱਬ ਹੀ ਆ ਜੀ। ਰੱਬ ਤੋਂ ਅੱਗੇ ਦੁਨੀਆ 'ਚ ਕੋਈ ਚੀਜ਼ ਨਹੀਂ, ਧਰਮ ਧਰਮ ਹੀ ਆ। ਤੇ ਇਸ ਕਰਕੇ ਧਰਮ ਕੋਈ ਨਹੀਂ ਮਾੜਾ, ਅਸੀਂ ਮਾੜੇ ਆ, ਜਾਂ ਸਾਡੇ ਜਿਹੜੇ ਧਰਮ ਦੇ ਗਾਂਹ ਆਉਣ ਵਾਲੇ ਜਿਹੜੇ ਕਈ ਅਲੰਬਰਦਾਰ ਜਿਹੜੇ ਠੇਕੇਦਾਰੀ ਕਰਦੇ ਆ, ਅਸੀਂ ਸਿੱਧੀ ਗੱਲ ਕਹੋ ਠੇਕੇਦਾਰੀ ਕਰਨ ਵਾਲੇ ਮਾੜੇ ਆ।
ਉਹਨਾਂ ਨੂੰ ਇਸ ਤਰੀਕੇ ਨਾਲ ਨਹੀਂ ਚਾਹੀਦਾ, ਕਿਉਂਕਿ ਕਦੀ ਵੀ ਤੁਸੀਂ ਦੇਖੋ ਫਿਰ ਅਸੀਂ ਕਹਿੰਦੇ ਆ ਜੀ, ਕਿਉਂਕਿ ਇੱਕ ਸਰਕਲ ਜਿਹਾ ਘੁੰਮ ਜਾਂਦਾ ਜੀ, ਸਾਡੇ ਧਰਮ ਪਿੱਛੇ ਬੜੇ ਨੇ, ਸਾਡੇ ਧਰਮ ਪਿੱਛੇ ਬੜੇ ਨੇ, ਕ੍ਰਿਸਚਨ ਧਰਮ ਅੱਗੇ ਚੱਲ ਗਿਆ। ਖਾਮੀਆਂ ਉਹਨਾਂ 'ਚ ਵੀ ਨੇ, ਇਹ ਨਹੀਂ ਵੀ ਤੁਸੀਂ ਅਸੀਂ ਕਹਿ ਦੀ ਵੀ ਉਹਨਾਂ 'ਚ ਖਾਮੀਆਂ ਨਹੀਂ ਗਈਆਂ, ਲੇਕਿਨ ਉਹਨਾਂ ਦੀਆਂ ਖਾਮੀਆਂ ਇਸ ਤਰੀਕੇ ਦੀਆਂ ਨਹੀਂ ਕਿ ਪੈਸੇ ਚੜਾਉਣੇ, ਪ੍ਰਸ਼ਾਦ ਵਿਕਣੇ, ਜਾਂ ਪਾਰਕਿੰਗਾਂ ਦੇ ਵਿੱਚ ਜੋ ਵੀ ਕੁਝ ਸਮਾਨ ਵਿਕਣੇ, ਜੇ ਉਹਨਾਂ 'ਚ ਇਹ ਕੁਝ ਨਹੀਂ ਹੁੰਦਾ। ਸਾਡਾ ਧਰਮ ਸਭ ਤੋਂ ਸੁਪਰੀਮ ਆ, ਚਾਹੇ ਹਿੰਦੂ ਧਰਮ ਆ, ਚਾਹੇ ਸਿੱਖ ਧਰਮ ਆ, ਚਾਹੇ ਮੁਸਲਿਮ ਧਰਮ ਆ, ਚਾਹੇ ਈਸਾਈ ਧਰਮ ਆ। ਕਿਉਂ ਸੁਪਰੀਮ ਆ? ਕਿਉਂਕਿ ਅਸੀਂ ਸੁਪਰੀਮ ਬਣਾਵਾਂਗੇ। ਤੇ ਦੂਜੀ ਗੱਲ ਜਿਹੜੀ ਮੈਂ ਵਿੱਚ ਐਡੀਸ਼ਨ ਕਰਨੀ ਚਾਹੁੰਦਾ ਤੁਹਾਡੀ ਗੱਲ ਦੇ ਨਾਲ, ਧਰਮ ਨੂੰ ਮੰਨਣਾ ਤੁਹਾਡਾ ਆਪਣਾ ਕੀਤਾ ਔਰ ਇੰਡੀਪੈਂਡੈਂਟ ਹੋ, ਕੋਈ ਮੰਨੇ ਚਾਹੇ ਨਾ ਮੰਨੇ, ਉੱਤੇ ਕੋਈ ਪਾਬੰਦੀ ਵੀ ਨਹੀਂ ਹੈ, ਨਹੀਂ ਹੋਣੀ ਚਾਹੀਦੀ। ਉਂਝ ਧਰਮ ਦੇ ਜਿਹੜੇ ਠੇਕੇਦਾਰਾਂ ਦੀ ਅਸੀਂ ਗੱਲ ਕਰਦੇ ਹਾਂ, ਉਹ ਜ਼ਬਰਦਸਤੀ ਧਰਮ ਬਣਾਉਣ ਦੀ ਕੋਸ਼ਿਸ਼ ਵੀ ਕਰਦੇ ਹੈਗੇ ਆ, ਜਿਹਦਾ ਖਮਿਆਜ਼ਾ ਭੁਗਤਣਾ ਪੈਂਦਾ ਇਕੱਲਿਆਂ ਉਹਨਾਂ ਨੂੰ ਨਹੀਂ, ਪੂਰੇ ਸਮਾਜ ਨੂੰ ਭੁਗਤਣਾ ਪੈਂਦਾ। ਬਿਲਕੁਲ ਬਿਲਕੁਲ ਜੀ। ਨਾਲੇ ਸਭ ਤੋਂ ਵੱਡੀ ਜਿਹੜੀ ਦੁਨੀਆ ਦੇ ਵਿੱਚ ਅਸੀਂ ਕਹਿੰਦੇ ਕਿ ਜਿਹੜੀ ਲੜਾਈ ਆ ਉਹ ਮੈਂ ਦੀ ਆ, ਕਿਸੇ ਧਰਮ ਦੀ ਨਹੀਂ ਗੀ। ਮੈਂ ਜਥੇਦਾਰ, ਮੈਂ ਪੰਡਾ ਜੋ ਵੀ ਹਿੰਦੂ ਧਰਮ ਚ ਹੁੰਦਾ, ਮੈਂ ਮੌਲਵੀ, ਇੱਧਰ ਮੈਂ ਪਾਦਰੀ। ਲੜਾਈ ਉਦੋਂ ਹੁੰਦੀ ਜਦੋਂ ਮੈਂ ਆ ਜਾਂਦੀ। ਪਾਦਰੀ ਦੀ ਕੋਈ ਲੜਾਈ ਨਹੀਂ, ਕਿਸੇ ਜਥੇਦਾਰ ਦੀ ਕੋਈ ਲੜਾਈ ਨਹੀਂ, ਕਿਸੇ ਹਿੰਦੂ ਧਰਮ ਦੇ ਪੰਡਤ ਦੀ, ਉਹਨਾਂ ਦੇ ਜੋ ਵੀ ਹੁੰਦੇ ਆ ਵੱਡੇ, ਕਿਸੇ ਦੀ ਲੜਾਈ ਨਹੀਂ। ਲੜਾਈ ਮੈਂ ਦੀ ਆ, ਕਿਉਂਕਿ ਜਦੋਂ ਮੈਂ ਗੁਰਨਿੰਦਰ ਸਿੰਘ ਬੱਲ ਹਉਮੈ, ਉਦੋਂ ਫਿਰ ਮੈਨੂੰ ਕੀ ਹੋਣਾ ਕਿ ਮੈਂ ਆਹ ਚੀਜ਼ਾਂ ਕਹਾਂ ਤੇ ਮੇਰੀ ਪੈਠ ਬਣੀ ਰਵੇ, ਜਾਂ ਮੇਰੇ ਚੜਾਈ ਬਣੂਗੀ, ਚੜਾਈ ਹੋਊਗੀ, ਜਿਹੜੇ ਮੇਰੇ ਆਕਾ ਜੋ ਕਹਿੰਦੇ ਨੇ। ਜਦ ਕਿ ਜੇ ਅਸੀਂ ਸਿੱਖ ਹੋ ਕੇ ਗੁਰੂ ਗ੍ਰੰਥ ਸਾਹਿਬ ਦੇ ਅਕੋਰਡਿੰਗਲੀ ਚੱਲੀਏ ਨਾ, ਤੇ ਗੁਰੂ ਗ੍ਰੰਥ ਸਾਹਿਬ 'ਚ ਕਿਤੇ ਨਹੀਂ ਲਿਖਿਆ ਵੀ ਮੈਂ ਨਾਲ ਵੀ ਮੈਂ ਕੁਝ ਆ। ਤੇ ਗੁਰੂ ਅਰਜਨ ਦੇਵ ਜੀ ਤੱਕ ਤੁਸੀਂ ਪੜ੍ਹ ਲਓ, ਉਹਨਾਂ ਤੋਂ ਬਾਅਦ ਜੇ ਜਿਹੜੀ ਵੀ ਤੁਸੀਂ ਐਡੀਸ਼ਨਲ ਗੁਰੂ ਤੇਗ ਬਹਾਦਰ ਸ਼ਾਹ ਪਾਤਸ਼ਾਹੀਆਂ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਦੀਆਂ ਜਿਹੜੀਆਂ ਆਖਰੀ ਜਿਹੜੇ ਸ਼ਲੋਕ ਆਉਂਦੇ ਨੇ, ਉਹਨਾਂ ਤੇ ਖੁਦ ਕਿਹਾ ਕਿ ਰਾਮ ਗਇਓ ਰਾਵਣ ਗਇਓ ਜਾ ਕਾ ਬਹੁ ਪਰਿਵਾਰ, ਕਹੋ ਨਾਨਕ ਇਹ ਥਿਰ ਨਹੀਂ ਸੁਪਨੇ ਜਿਉ ਸੰਸਾਰ, ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ। ਅਸੀਂ ਤੇ ਆਪ ਹੀ ਹੋਣੀਆਂ ਕਰੀ ਜਾਂਦੇ, ਅਸੀਂ ਨੇ ਆਹ ਕਰ ਦੋ, ਜੇ ਕਰ ਦੋ, ਉਹ ਕਰ ਦੋ। ਇਹਦਾ ਮਤਲਬ ਵੀ ਜਾਂ ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਹੋ ਰਹੇ ਹਾਂ। ਜਦੋਂ ਅਸੀਂ ਸਿਰਫ ਮੱਥਾ ਹੀ ਟੇਕਣਾ ਜੀ, ਫਿਰ ਦੂਰ ਹੀ ਹਾਂ। ਹਾਂ ਬਿਲਕੁਲ ਬਿਲਕੁਲ ਜੀ। ਵੈਸੇ ਤੇ ਇੱਕ ਆਮ ਜੀ ਮੈਂ ਕਵਿਤਾ ਲਿਖੀ ਹੈ ਬੜੀ ਸਧਾਰਨ ਜੀ, ਕਿ ਇੱਕ ਜਿਹੜਾ ਸਧਾਰਨ ਆਦਮੀ ਹੈ ਜੀ, ਰੱਬ ਉਹਦਾ ਮੈਂ ਕਹਿੰਦਾ ਵੀ ਸਭ ਤੋਂ ਜ਼ਿਆਦਾ ਸਾਥ ਦਿੰਦਾ। ਮੈਂ ਉਹੀ ਲੱਭ ਰਿਹਾ ਸਾਂ ਤੇ ਕੁਦਰਤੀ ਮੇਰੇ ਸਾਹਮਣੇ ਵੀ ਆ ਗਈ ਆ ਕਿ ਜਿਹੜਾ ਇੱਕ ਸਧਾਰਨ ਆਦਮੀ ਹੁੰਦਾ ਜੀ, ਉਹਦੀ ਦੁਨੀਆ ਦੇ ਵਿੱਚ ਸਭ ਤੋਂ ਅੱਗੇ ਕਿਉਂ ਹੁੰਦਾ? ਕਿਉਂਕਿ ਉਹਨੂੰ ਫਿਕਰ ਫਾਕਾ ਕੋਈ ਨਹੀਂ ਹੁੰਦਾ। ਉਹ ਕਿਸੇ ਨੇ ਕਿਹਾ ਨਾ ਕਿ ਰੱਬਾ ਮੇਰੇ ਪਿੱਛੇ ਕੋਈ ਪੱਜ ਨਾ ਬੰਨੀ, ਕੋਈ ਅਹੁਦਾ ਨਾ ਦਵੀਂ, ਕੋਈ ਛੱਜ ਨਾ ਬੰਨੀ। ਇਹ ਛੱਜ ਜੇ ਸਾਰੇ ਜਿਹੜੇ ਸਿਕਿਉਰਟੀਆਂ ਦਵਾਉਂਦੇ ਆ, ਜਿਹੜੇ ਸਭ ਕੁਝ, ਜਿਹੜੇ ਗੱਲਾਂ ਕਰਾਉਂਦੇ ਆ, ਜਿਹੜਾ ਸਭ ਕੁਝ ਕਰਾਉਂਦੇ ਆ। ਉਹ ਕਹਿੰਦਾ ਜੀ ਆਮ ਆਦਮੀ ਜਿਹੜਾ ਆਮ ਜਿਵੇਂ ਮੈਂ ਆ, ਜਾਂ ਭਾਜੀ ਨੇ, ਜਾਂ ਹੋਰ ਜਿਹੜੇ ਸਧਾਰਨ ਆਦਮੀ ਨੇ, ਜਿਹਨਾਂ ਨੂੰ ਹੁੰਦਾ ਚਲੋ ਰੋਟੀ ਪਾਣੀ ਚੱਲਦਾ ਵਧੀਆ, ਉਹ ਕਹਿੰਦਾ ਮੈਂ ਸਾਦੇ ਜਿਹੇ ਜੀਵਨ ਵਾਲਾ ਤੇ ਮੇਰੀਆਂ ਛੋਟੀਆਂ ਛੋਟੀਆਂ ਲੋੜਾਂ ਨੇ। ਆਮ ਆਦਮੀ ਦੀਆਂ ਇਹੀ ਹੁੰਦੀਆਂ। ਆਮ ਆਦਮੀ ਪਾਰਟੀ ਦੀ ਗੱਲ ਨਹੀਂ ਕਰ ਰਹੇ ਜੀ, ਆਮ ਆਦਮੀ ਦੀ, ਸਧਾਰਨ ਬੰਦੇ ਦੀ ਗੱਲ। ਇਹ ਨਾ ਕਹਿ ਦੇ ਹੁਣ ਕਰੋੜ ਦੀ ਕਾਰ ਰੱਖੀ ਬੈਠਾ, ਜਿਵੇਂ ਮੈਂ ਅੱਗੇ ਰਸਤੇ ਦੀ ਗੱਲ ਕਰ ਰਿਹਾ ਵੀ ਹਰ ਇੱਕ ਬੰਦਾ ਦੂਜੇ ਦੀ ਵਿਰੋਧਤਾ ਕਰ ਲਈ ਬੈਠਾ ਹੈ, ਤੇ ਤਿਆਰ ਵੀ ਗੱਲ ਕਰਾਂਗੇ। ਕਹਿੰਦਾ ਜੀ ਮੈਂ ਸਾਦੇ ਜਿਹੇ ਜੀਵਨ ਵਾਲਾ ਤੇ ਮੇਰੀਆਂ ਛੋਟੀਆਂ ਛੋਟੀਆਂ ਲੋੜਾਂ ਨੇ, ਤੇ ਨਿੱਕੀਆਂ ਨਿੱਕੀਆਂ ਖੁਸ਼ੀਆਂ ਤੇ ਨਗੂਣੀਆਂ ਜੀਆਂ ਮੇਰੀਆਂ ਥੋੜਾਂ ਨੇ। ਕਿਆ ਉਹਨੂੰ ਆਟਾ ਮੁੱਕ ਗਿਆ, ਦਾਲ ਖੰਡ ਪੱਤੀ, ਜੇ ਵੱਧ ਤੋਂ ਵੱਧ ਬੜੀ ਜੀ ਲੋੜ ਪੈ ਯਾਰ, ਖਰਚਾ ਪੈ ਗਿਆ। ਇਹ ਭਾਵੇਂ ਛੋਟੀਆਂ ਚੀਜ਼ਾਂ ਹੈਗੀਆਂ ਪਰ ਬੜੀਆਂ ਇੰਪੋਰਟੈਂਟ, ਹਾਂਜੀ, ਮਹੱਤਵਪੂਰਨ, ਗੁਜ਼ਾਰਾ ਨਹੀਂ ਇਹਨਾਂ ਚੀਜ਼ਾਂ ਤੋਂ ਬਿਨਾਂ। ਖੁਸ਼ੀਆਂ ਉਹਨਾਂ ਨੇ ਨਿੱਕੀਆਂ ਨਿੱਕੀਆਂ ਖੁਸ਼ੀਆਂ ਮੇਰੀਆਂ ਤੇ ਨਗੂਣੀਆਂ ਜੀਆਂ ਥੋੜਾਂ ਨੇ। ਆਂਦਾ ਰੱਬ ਵੀ ਸੋਚਦਾ ਹੋਣਾ ਏ ਕਿ ਇਸ ਬੰਦੇ ਦਾ ਕੀ ਕਰਨਾ ਹੈ। ਹੁਣ ਇਹ ਸੋਚੋ ਵੀ ਅਸਲੀ ਰੱਬ ਦੀ ਨਿਗਾਹ ਕਿੱਥੇ ਹੁੰਦੀ ਆ। ਆਂਦਾ ਰੱਬ ਵੀ ਸੋਚਦਾ ਹੋਣਾ ਇਸ ਬੰਦੇ ਦਾ ਵੀ ਕੀ ਕਰਨਾ ਹੈ, ਉਹ ਲੋੜੋਂ ਵੱਧ ਕੁਝ ਕਰਦਾ ਨਹੀਂ, ਇਹਨੇ ਕਿੱਥੇ ਮਰਨਾ ਹੈ। ਬਿਲਕੁਲ ਬਿਲਕੁਲ। ਆਂਦਾ ਲੋੜੋਂ ਵੱਧ ਕੇ ਸੋਚਦਾ ਨਹੀਂ, ਇਹਦਾ ਤੇ ਆਪੇ ਹੀ ਸਰਨਾ ਏ। ਆਂਦਾ ਨਾ ਵਿਖਾਵੇ ਨਾ ਛਲਾਵੇ, ਸਾਦਾ ਖਾਵੇ ਤੇ ਸਾਦਾ ਹੀ ਪਾਵੇ। ਨਾ ਵਿਖਾਵੇ ਨਾ ਛਲਾਵੇ, ਆਂਦਾ ਸਾਦਾ ਖਾਵੇ ਤੇ ਸਾਦਾ ਹੀ ਪਾਵੇ। ਉੱਚਿਆਂ ਦੀ ਇਹ ਰੀਸ ਨਹੀਂ ਕਰਦਾ ਤੇ ਨੀਵਾਂ ਹੋ ਲੁੱਡੀਆਂ ਪਾਵੇ। ਉੱਚਿਆਂ ਦੀ ਇਹ ਰੀਸ ਨਹੀਂ ਕਰਦਾ ਕਿ ਉਹਨੇ ਕਿਹੜੀਆਂ ਕਾਰਾਂ ਖਰੀਦੀਆਂ ਵੱਡੀਆਂ, ਤੇ ਨੀਵਾਂ ਹੋ ਲੁੱਡੀਆਂ ਪਾਵੇ। ਉਹਨੂੰ ਹੁੰਦਾ ਚੱਲ ਆ ਕਿਆ ਸਾਈਕਲ ਦੇ ਨਾਲ ਚੱਲਿਆ, ਬਹੁਤ ਖੁਸ਼ ਹੋ ਗਏ, ਜਾਂ ਨਿੱਕੀਆਂ ਨਿੱਕੀਆਂ ਖੁਸ਼ੀਆਂ ਨੂੰ ਇੰਜੋਏ ਕਰਦਾ, ਘਰ ਮਿੱਠੇ ਚੌਲ ਬਣਾ ਲਏ ਖੁਸ਼ ਹੋ ਗਏ, ਕੜਾਹ ਪ੍ਰਸ਼ਾਦ ਬਣਾ ਲਿਆ ਖੁਸ਼ ਹੋ ਗਏ, ਲੁੱਡੀਆਂ ਪਾਵੇ। ਜੇ ਗਰੀਬੀ ਤੋਂ ਨਹੀਂ ਡਰਿਆ, ਇਹਨੇ ਮੌਤ ਕੋਲੋਂ ਕਿੱਥੋਂ ਡਰਨਾ ਏ। ਤੇ ਉਹ ਫਿਰ ਅੱਗੋਂ ਪ੍ਰਮਾਤਮਾ ਕਹਿੰਦਾ ਕਿ ਲੋੜੋਂ ਵੱਧ ਕੁਝ ਨਹੀਂ ਕਰਦਾ ਤੇ ਇਹ ਆਪੇ ਹੀ ਸਰਨਾ ਏ। ਹੁਣ ਵੇਖੋ ਜੀ, ਪੰਡਿਤ ਪਾਦਰੀ ਨਾ ਗਿਆਨੀ
ਤੇ ਮੌਲਵੀ ਨਾ ਰੱਬ ਦਾ ਵਿਗਿਆਨੀ। ਹੂੰ। ਕਿਉਂਕਿ ਆਮ ਬੰਦਾ ਨਾ ਪੰਡਤ ਹੁੰਦਾ, ਨਾ ਪਾਦਰੀ ਹੁੰਦਾ, ਨਾ ਮੌਲਵੀ ਹੁੰਦਾ, ਨਾ ਜਥੇਦਾਰ ਹੁੰਦਾ। ਪੰਡਤ ਪਾਦਰੀ ਨਾ ਗਿਆਨੀ, ਮੌਲਵੀ ਨਾ ਰੱਬ ਦਾ ਵਿਗਿਆਨੀ, ਅਫਸਰ ਨੇਤਾ ਨਾ ਵਪਾਰੀ, ਤੇ ਨਾ ਕੋਈ ਉਹਨੂੰ ਸਿਆਸੀ ਬਿਮਾਰੀ। ਕੀ ਬਾਤ, ਬਹੁਤ ਖੂਬ। ਅਫਸਰ ਨੇਤਾ ਨਾ ਵਪਾਰੀ, ਨਾ ਕੋਈ ਉਹਨੂੰ ਸਿਆਸੀ ਬਿਮਾਰੀ, ਤੇ ਦੁਸ਼ਮਣੀ ਜਿਹਦੀ ਬਹੁਤ ਹੀ ਛੋਟੀ, ਤੇ ਹਰ ਫਟ ਜਰਦਾ ਪਰ ਹਰ ਫਟ ਜਾਣਦਾ ਭਰਨਾ ਏ। ਕਿਉਂਕਿ ਜਿਹਦੀ ਦੁਸ਼ਮਣੀ ਵਿਚਾਰੀ ਛੋਟੀ ਨੂੰ ਵਾਤਾ, ਹੁਣ ਜਿਹਨੂੰ ਚਾਕੂ ਦੀ ਜਾਂ ਕਿਸੇ ਹੋਰ ਦੀ ਸੱਟ ਲੱਗੀ ਭਰ ਜੂਗੀ, ਜਿਹਨੂੰ ਗੋਲੀ ਵੱਜ ਗਈ, ਜਿਵੇਂ ਹੁਣ ਅਸੀਂ ਉਹ ਗੱਲ ਕਰ ਰਹੇ ਹਾਂ, ਕਿੱਥੋਂ ਭਰਨਾ, ਟਾਈਮ ਹੀ ਲੱਗਣਾ। ਤੇ ਹਰ ਫਟ ਜਾਣਦਾ ਭਰਨਾ ਏ, ਤੇ ਲੋੜੋਂ ਬਾਅਦ ਇਹ ਕੁਝ ਨਹੀਂ ਕਰਦਾ, ਇਹਦਾ ਤੇ ਆਪੇ ਸਰਨਾ ਏ। ਆਪੇ ਸਰਨਾ। ਹੁਣ ਵੇਖੋ ਜੀ, ਘਰ ਛੋਟਾ, ਪਰਿਵਾਰ ਵੀ ਛੋਟਾ, ਤੇ ਆਮਦਨ ਨਾਲ ਫਿਕਰ ਵੀ ਛੋਟੇ। ਬਿਲਕੁਲ ਕੁਦਰਤੀ ਗੱਲ ਹੈ। ਘਰ ਛੋਟਾ, ਪਰਿਵਾਰ ਵੀ ਛੋਟਾ, ਆਮਦਨ ਦੇ ਨਾਲ ਫਿਕਰ ਵੀ ਛੋਟੇ, ਰਹਿਣ ਸਹਿਣ ਤੇ ਉੱਠਣੀ ਬਹਿਣੀ, ਤੇ ਜਿਹਦੇ ਦੋਸਤ ਮਿੱਤਰ ਵੀ ਛੋਟੇ। ਕਿਉਂਕਿ ਉਹਦੇ ਵੱਡਿਆਂ ਦਾ ਤਾਂ ਵੱਡਿਆਂ ਨਾਲ ਨਹੀਂ ਹੈਗੀ ਗੱਲ ਉਹਦੀ। ਰਹਿਣ ਸਹਿਣ ਤੇ ਉੱਠਣੀ ਬਹਿਣੀ, ਜਿਹਦੇ ਦੋਸਤ ਮਿੱਤਰ ਵੀ ਛੋਟੇ, ਤੇ ਬਾਲੀ ਉਹਦੀ ਉਹ ਰਜਾ 'ਚ ਰਹਿ ਜੇ, ਤੇ ਚੋਗ ਜਿਹਦਾ ਤੂੰ ਚਰਨਾ ਏ। ਬਾਲੋ ਦੀ ਉਹ ਰਜਾ 'ਚ ਰਹਿ ਜਾ, ਚੋਗ ਜਿਹਦਾ ਤੂੰ ਜਰਨਾ ਏ, ਤੇ ਲੋੜੋਂ ਵੱਧ ਫਿਰ ਕੁਝ ਨਹੀਂ ਹੁੰਦਾ, ਤੇਰਾ ਆਪੇ ਸਰਨਾ ਏ। ਗੱਲ ਤੁਸੀਂ ਬਹੁਤ ਵਧੀਆ ਕੀਤੀ, ਤੇ ਤੁਹਾਡੀ ਗੱਲ ਚੋਂ ਹੀ ਕਵਿਤਾ ਸੁਣਦਿਆਂ ਮੇਰਾ ਸਵਾਲ ਹੋਰ ਆ ਖੜਾ ਹੋ ਗਿਆ। ਮੈਨੂੰ ਪਤਾ ਤੁਹਾਡੇ ਕੋਲ ਜਵਾਬ ਹੈਗਾ, ਜਵਾਬ ਵੀ ਤੁਸੀਂ ਕਵਿਤਾ 'ਚ ਦੇਣਾ ਹੁੰਦਾ। ਸਵਾਲ ਮੇਰਾ ਬਲ ਸਾਹਿਬ ਇਹ ਹੈ, ਬਲ ਸਾਹਿਬ ਬਾਰੇ ਮੈਂ ਦੁਬਾਰਾ ਗੱਲ ਪ੍ਰੋਗਰਾਮ ਦੇ ਵਿੱਚ ਵਿਚਾਲੇ ਵੀ ਕਰਨੀ ਚਾਹੁੰਦਾ ਕਿ ਇਹਨਾਂ ਦੇ ਕੋਲ ਸਾਰੀਆਂ ਗੱਲਾਂ ਦੇ ਜਵਾਬ ਹੁੰਦੇ ਵੀ ਬੜੇ ਕਲਾਤਮਕ ਤਰੀਕੇ ਨਾਲ ਜਵਾਬ ਹੁੰਦੇ ਆ। ਕਲਾਤਮਕ ਤਾਂ ਕਵਿਤਾ ਦੇ ਰਾਹੀਂ ਦਿੰਦੇ ਨਾ ਜਵਾਬ। ਬਲ ਸਾਹਿਬ ਸਵਾਲ ਮੇਰਾ ਇਹ ਆ ਕਿ ਟੋਲਰੈਂਸ ਹੁੰਦੀ ਬਰਦਾਸ਼ਤ ਕਰਨਾ, ਇਨਟੋਲਰੈਂਸ ਬਰਦਾਸ਼ਤ ਦਾ ਮਾਦਾ ਨਾ ਹੋਣਾ। ਕੋਈ ਗੱਲ ਸਾਨੂੰ ਚੰਗੀ ਲੱਗਦੀ ਹੀ ਨਹੀਂ। ਆ ਹੁਣ ਗੱਲਾਂ ਕੀਤੀਆਂ, ਜਿਹੜੇ ਜਥੇਦਾਰ ਦੇ ਪੈਰੋਕਾਰ ਆ, ਖਾਸ ਬੰਦੇ ਜਿਹੜੇ, ਉਹਨਾਂ ਨੇ ਤਾਂ ਕਹਿਣਾ ਹੀ ਲੈ ਬੈਠੇ ਗੱਲਾਂ ਕਰਦੇ ਆ ਟੀਵੀ ਸਟੂਡੀਓ ਦੇ ਵਿੱਚ ਬੰਦ ਕਮਰੇ 'ਚ, ਬਾਹਰ ਆ ਕੇ ਦੇਖੋ ਫਿਰ ਪਤਾ ਲੱਗਦਾ। ਇਨਟੋਲਰੈਂਸ ਬਹੁਤ ਹੈ ਸਮਾਜ ਵਿੱਚ ਸਾਡੇ ਸਾਰੇ, ਇਕੱਲੇ ਪੰਜਾਬ ਦੀ ਗੱਲ ਨਹੀਂ ਕਰਦੇ, ਇਨ ਸੋਸਾਇਟੀ ਇਨ ਟੋਟਲ ਇਨਟੋਲਰੈਂਸ ਬਹੁਤ ਹੈ। ਹਾਂਜੀ ਬਿਲਕੁਲ ਸਾਰਿਆਂ 'ਚ ਟੋਟਲੀ। ਅਸੀਂ ਕਈ ਵਾਰ ਕਹਿ ਦਿੰਦੇ ਨਾ ਵੀ ਇਹਨਾਂ ਦੇਸ਼ਾਂ 'ਚ, ਤੁਹਾਨੂੰ ਸ਼ਾਇਦ ਮੈਂ ਅੱਗੇ ਵੀ ਕਈ ਵਾਰ ਜ਼ਿਕਰ ਕੀਤਾ ਕਿ ਇਨਟੋਲਰੈਂਸ ਇਹਨਾਂ ਦੇਸ਼ਾਂ 'ਚ ਉਹਨਾਂ ਨਾਲੋਂ ਵੀ ਜ਼ਿਆਦਾ ਆ, ਆਪਣੇ ਦੇਸ਼ ਨਾਲੋਂ ਵੀ ਜ਼ਿਆਦਾ, ਉੱਥੋਂ ਨਾਲੋਂ ਜ਼ਿਆਦਾ। ਇਨਟੋਲਰੈਂਸ ਜਿਹੜੀ ਹੈ ਜੀ, ਉਂਝ ਤਾਂ ਬੰਦੇ ਮਾਰੂ ਭਾਵਨਾ, ਜੇ ਤੁਸੀਂ ਕਿਸੇ ਨੂੰ ਬਰਦਾਸ਼ਤ ਨਹੀਂ ਕਰਦੇ, ਤੁਹਾਡੇ ਅੰਦਰ ਉਹ ਭਾਵਨਾ ਹੀ ਹੈ ਨਹੀਂ ਕਿ ਕਿਸੇ ਦੂਜੇ ਦੀ ਗੱਲ ਸੁਣ ਲਵੋ, ਬਰਦਾਸ਼ਤ ਕਰ ਲਵੋ। ਕੋਈ ਬੰਦਾ ਸਾਨੂੰ ਹੁੰਦਾ, ਬੰਦਾ ਗੱਲ ਕਹਿ ਕੇ ਜਾਵੇ ਕਿੱਥੇ, ਭੱਜਣ ਦਿੰਦੇ ਇਹਨੂੰ ਇਨਟੋਲਰੈਂਸ ਕਹਿੰਦੇ। ਇਹਨੂੰ ਇਨਟੋਲਰੈਂਸ ਕਹਿੰਦੇ। ਕਈ ਵਾਰ ਭਾਜੀ ਅਸੀਂ ਇਸ ਤਰ੍ਹਾਂ ਹੋ ਜਾਂਦੇ ਵੀ ਕਿਸੇ ਨੇ ਗੱਲ ਕੀਤੀ ਤੇ ਅਸੀਂ ਉਹਦਾ ਹੱਲ ਲੱਭਣ ਲੱਗ ਜਾਂਦੇ ਆ। ਹੱਲ ਅਸੀਂ ਉਹਦਾ ਸਿੱਧਾ ਨਹੀਂ ਲੱਭਦੇ ਵੀ ਚੱਲ ਇਹਨੇ ਗੱਲ ਕੀਤੀ, ਹੋ ਸਕਦਾ ਮੇਰੇ ਫਾਇਦੇ ਦੀ ਹੋਵੇ। ਗੱਲ ਦੂਜੇ ਪਾਸੇ ਚਲੇ ਜਾਂਦੀ। ਕਿਸੇ ਵੇਲੇ ਨਾ ਕਿਸੇ ਬੰਦੇ ਨੇ ਇੱਕ ਆਹ ਘਰ ਸਰਦਾਰਾਂ ਦਾ ਸੀ, ਜਿਹਨਾਂ ਨੂੰ ਸੋ ਕਾਲ, ਜਿਵੇਂ ਜਿਹੜੀ ਕੈਟਾਗਰੀ ਜਿਵੇਂ ਮੈਨੂੰ ਜੱਟ ਕਹਿੰਦੇ ਨੇ, ਨਾਲ ਮੀਰਜ਼ਾਦਿਆਂ ਦਾ ਘਰ ਸੀ। ਹੁਣ ਉਹਨੇ ਕਿਹਾ ਵੀ ਲਾਗੇ ਇਹਨਾਂ ਦਾ ਘਰ ਹੈ, ਤੇ ਹੋਏ ਨਾ ਕਿਸੇ ਤਰੀਕੇ ਨਾਲ ਮੀਰਜ਼ਾਦੇ ਨੂੰ ਇੱਥੋਂ ਉਠਾ ਦਈਏ, ਵੀ ਜਦੋਂ ਕੋਈ ਰਿਸ਼ਤੇ ਵਾਲੇ ਆਉਣਗੇ ਕੱਲ੍ਹ ਨੂੰ, ਉਹ ਕਹਿਣਗੇ ਵੀ ਕਿੰਨਾ ਦੇ ਗੁਆਂਢ ਰਹਿੰਦੇ ਜੀ, ਮੀਰਜ਼ਾਦੇ ਦੇ ਗੁਆਂਢ। ਉਹਨੇ ਕੀ ਕੀਤਾ ਜੀ, ਉਹਨੂੰ ਆਪਣੇ ਜਿੱਥੇ ਕਿਤੇ ਰਸਤਾ ਜਾਂਦਾ ਸੀਗਾ ਖੂਹ ਨੂੰ, ਉਹਨੇ ਕਿਹਾ ਵੀ ਤੈਨੂੰ ਉੱਥੇ ਦੁੱਗਣੀ ਜਗ੍ਹਾ ਦੇ ਦੇਣੇ, ਤੂੰ ਉੱਥੇ ਰਹਿ ਲਾ। ਉਹ ਉੱਠ ਕੇ ਤੇ ਉੱਥੇ ਉਹਨੇ ਰਹਿਣ ਲੱਗ ਗਿਆ। ਉਹ ਰੱਬ ਦੀ ਐਸੀ ਕੁਦਰਤ ਹੋਈ ਵੀ ਉਹ ਜਦੋਂ ਹੌਲੀ ਜੀ ਥੋੜੀ ਜਿਹੀ ਡਿਵੈਲਪਮੈਂਟ ਹੋਈ, ਉਹ ਜਗ੍ਹਾ ਬੜੀ, ਰਸਤਾ ਮਹਿੰਗਾ ਹੋ ਗਿਆ। ਹੁਣ ਜੱਟ ਨੂੰ ਵਿੱਚੋਂ, ਕਿਉਂਕਿ ਤਬਾਦਲਾ ਤੇ ਕੱਚਾ ਕੀਤਾ ਸੀਗਾ, ਹੁਣ ਜੱਟ ਨੂੰ ਵਿੱਚੋਂ ਲੁੰਧਰਾ ਲੈਣ ਵੀ ਉੱਥੇ ਤੇ ਮਹਿੰਗਾਈ ਬੜੇ ਡਬਲ ਟ੍ਰਿਪਲ ਰੇਟ ਹੋ ਗਿਆ, ਤੇ ਆਹ ਮੈਂ ਕਿੱਥੇ ਖੁੰਝ ਜੀ ਲੈ ਲਈ ਇਹਦੀ। ਇਹਦਾ ਮੀਰਜ਼ਾਦਾ ਵੀ ਤੂੰ ਕੀਤਾ ਸਾਡੇ ਨਾਲ ਧੋਖਾ ਆ। ਹੁਣ ਇਨਟੋਲਰੈਂਸ ਵੇਖੋ, ਧੋਖਾ ਉਹਨੇ ਕੀਤਾ, ਧੋਖਾ ਆਪ ਕੀਤਾ। ਇਨਟੋਲਰੈਂਸ ਮਤਲਬ ਪੁੱਠਾ ਤਰੀਕਾ ਸੋਚਣ ਦਾ। ਇਨਟੋਲਰੈਂਸ ਹੁੰਦੀ ਕਿਵੇਂ, ਪੁੱਠਾ ਤਰੀਕਾ ਸੋਚਣ ਦਾ। ਕੀਤਾ ਵੀ ਕੀਤਾ ਤੂੰ ਸਾਡੇ ਨਾਲ ਧੋਖਾ ਆ। ਉਹ ਕਹਿੰਦਾ ਗਰੀਬ ਤੂੰ ਤੇ ਸਾਨੂੰ ਗਰੀਬ ਕਰ ਗਿਓ, ਤੈਨੂੰ ਤਾਂ ਅਸੀਂ ਆਸੇ ਬਹਾਨੇ ਚਲੋ ਕਹਿਤਾ ਤੇ ਜਗ੍ਹਾ ਬਦਲਦੀ, ਤੂੰ ਮਾਲਕੀ ਬਣ ਕੇ ਬਹਿ ਗਿਓ। ਉਹ ਕਹਿੰਦਾ ਕੋਈ ਨਹੀਂ ਜਨਾਬ, ਮੈਨੂੰ ਕਿਤੇ ਹੋਰ ਦੇ ਦਿਓ। ਉਹਨੇ ਕਿਹਾ ਇਸ ਤਰ੍ਹਾਂ ਕਰ, ਫਲਾਣੀ ਨਹਿਰ ਆ ਤੇ ਉਹਦੇ ਲਾਗੇ ਸਾਡਾ ਇੱਕ ਹੈਗਾ, ਤੂੰ ਆਇਆ ਕਰ, ਉਹ ਅੱਧਾ ਕਿੱਲਾ ਹੀ ਵੜ ਲਾ। ਉਹਨੂੰ ਜੱਟ ਨੂੰ ਪਤਾ ਲੱਗ ਗਿਆ ਮਹਿੰਗੀ ਬੜੀ ਹੋ ਗਈ ਹੈ। ਉਹਨੇ ਉੱਥੋਂ ਨੂੰ ਅੱਧਾ ਕਿੱਲਾ ਜਿਵੇਂ 2 ਕਨਾਲਾਂ ਜਗ੍ਹਾ ਦੇ ਦਿੱਤੀ। ਉਹ ਮਾੜੀ ਕਿਸੇ ਨੂੰ ਨਹਿਰ ਦੇ ਕੰਢੇ ਤੇ ਕੋਈ ਪ੍ਰੋਜੈਕਟ ਜਗ੍ਹਾ ਵਿੱਚ ਆ ਗਈ। ਹੁਣ ਇਸ ਕਰਕੇ ਅਸੀਂ ਜਿੰਨੇ ਮਰਜ਼ੀ ਅੰਦਰੋਂ ਕਿਸੇ ਤੋਂ ਸੜੀ ਜਾਈਏ, ਜਿੰਨੀ ਮਰਜ਼ੀ ਇਨਟੋਲਰੈਂਸ ਕਰੀਏ, ਉਹਦੇ ਭਾਗ ਨੇ। ਅਸੀਂ ਕਈ ਵਾਰਾਂ ਤੇ ਇਹ ਕਹਿ ਦਿੰਦੇ ਲੈ ਇਹ ਕਿਸ ਤਰ੍ਹਾਂ ਗੱਡੀ ਲੈ ਗਿਆ। ਨਹੀਂ, ਜਿਹੜੀ ਮੈਂ ਇਨਟੋਲਰੈਂਸ ਦੀ ਗੱਲ ਕਰਨੀ ਚਾਹੁੰਦਾ ਸੀ ਜੀ, ਉਹ ਮੀਡੀਆ, ਸੋਸ਼ਲ ਮੀਡੀਆ ਦੀ ਗੱਲ। ਬਿਲਕੁਲ। ਚਾਹੇ ਫੇਸਬੁੱਕ ਹੈ, ਇੰਸਟਾਗ੍ਰਾਮ ਹੈ, YouTube ਈਵਨ। ਹਾਂਜੀ। ਤੁਸੀਂ ਦੂਜਾ ਕਿ ਬੰਦਾ ਗੱਲ, ਫਾਰ ਐਗਜ਼ਾਮਪਲ ਪੋਲੀਟੀਕਲ ਗੱਲ ਹੈ, ਕਿਸੇ ਨੇ ਕਹਿਤਾ ਜੀ ਭਗਵੰਤ ਮਾਨ ਨੇ ਆਹ ਕੰਮ ਕਮਾਲ ਦਾ ਕੀਤਾ,
ਦੂਜਾ ਕਹਿੰਦਾ ਭਗਵੰਤ ਮਾਨ ਤੁਹਾਡਾ ਜੀਜਾ ਲੱਗਦਾ। ਇਦਾਂ ਦੇ ਸਵਾਲ ਮਤਲਬ ਪੁੱਠੇ ਸਵਾਲ ਪੁੱਛਦੇ। ਕਿਸੇ ਨੇ ਕਹਿਤਾ ਜੀ ਕੈਪਟਨ ਅਮਰਿੰਦਰ ਸਿੰਘ ਜਿਹੜਾ ਸੀਗਾ ਉਹ ਸਰਕਾਰ ਚਲਾ ਨਹੀਂ ਸਕਿਆ, ਪੰਜਾਬ ਨਾਲ ਧੋਖਾ ਕਰ ਗਿਆ, ਇਹ ਕਰ ਗਿਆ, ਉਹ ਕਰ ਗਿਆ। ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਆਇਆ, ਉਹਨੇ ਇੱਦਾਂ ਕਰਤਾ। ਅੱਛਾ, ਤੁਹਾਨੂੰ ਹੁਣ ਚੰਨੀ ਚੰਗਾ ਨਹੀਂ ਲੱਗਦਾ ਕਿਉਂਕਿ ਉਹ ਗਰੀਬ ਪਰਿਵਾਰ ਦਾ ਸੀ। ਗਰੀਬ ਪਰਿਵਾਰ ਦਾ ਸੀ। ਇਸ ਤਰੀਕੇ ਇਨਟੋਲਰੈਂਸ, ਇਹ ਇਕੱਲੀ ਪੋਲੀਟੀਕਲ ਨਹੀਂ, ਸੋਸ਼ਲ ਇਨਟੋਲਰੈਂਸ ਵੀ ਉਦੋਂ ਜ਼ਿਆਦਾ। ਧਰਮ ਦੇ ਨਾਂ ਤੇ ਤਾਂ ਇਨਟੋਲਰੈਂਸ ਇੰਨੀ ਜ਼ਿਆਦਾ ਕਿ ਤੁਸੀਂ ਗੱਲ ਵੀ ਨਹੀਂ ਕਰ ਸਕਦੇ। ਧਰਮ ਨੂੰ ਕਹਿ ਕੇ ਵੇਖ ਲਓ ਕਿਸੇ ਨੂੰ ਮਾੜਾ। ਮਸੀਹ ਜਥੇਦਾਰ ਦੀ ਗੱਲ ਕੀਤੀ ਹੈ, ਪਤਾ ਨਹੀਂ ਕਿੰਨੇ ਕੁ ਫੇਸਬੁੱਕ ਦੇ ਉੱਤੇ ਜਾਂ ਕਿੰਨੇ ਕੁ YouTube ਦੇ ਉੱਤੇ ਕਮੈਂਟ ਆਉਣੇ ਪੋਜ਼ਿਟਿਵ ਆਉਣ। ਅਸੀਂ ਸਾਰੇ ਫਿਕਰਮੰਦੀ ਦੇ ਵਿੱਚੋਂ ਸਾਡੀਆਂ ਗੱਲਾਂ ਨਿਕਲਦੀਆਂ ਹੈਗੀਆਂ। ਫਿਕਰਮੰਦੀ ਇਹ ਹੈਗੀ ਆ ਕਿ ਸਾਰਾ ਕੁਝ ਸੁੱਖ ਸ਼ਾਂਤੀ ਦੇ ਨਾਲ ਜ਼ਿੰਦਗੀ ਬਤੀਤ ਕਰਨ ਦਾ ਮੌਕਾ ਮਿਲੇ ਸਾਰਿਆਂ ਨੂੰ ਬਰਾਬਰ ਦਾ ਹੱਕ ਹੈ। ਪਰ ਇਨਟੋਲਰੈਂਸ ਜਿਹੜੀ ਹੈ ਉਹ ਬਰਦਾਸ਼ਤ ਨਹੀਂ ਕੀਤੀ ਜਾ ਰਹੀ। ਸਮਾਜ ਜਿਹੜਾ ਅਗਾਂਹ ਵਧੂ ਸਮਾਜ ਦੇ ਵਿੱਚ ਇਨਟੋਲਰੈਂਸ ਦੀ ਕੋਈ ਥਾਂ ਨਹੀਂ ਹੈ। ਟੋਲਰੇਟ ਕਰਨਾ ਸਿੱਖੋ, ਦੂਜੇ ਦੀ ਗੱਲ ਨੂੰ ਸੁਣਨਾ ਸਿੱਖੋ। ਦੂਜੇ ਦੀ ਗੱਲ ਨੂੰ ਸੁਣਨਾ, ਸਿਰਫ ਸੁਣਨਾ ਤੁਹਾਨੂੰ ਚੰਗੀ ਲੱਗਦੀ ਹੈ ਠੀਕ ਹੈ, ਨਹੀਂ ਤੇ ਛੱਡ ਦਿਓ। ਪਰ ਜ਼ਰੂਰੀ ਨਹੀਂ ਹਰ ਗੱਲ ਦਾ ਜਵਾਬ ਦੇਣਾ ਤੇ ਦੇਣਾ ਵੀ ਠੋਕ ਕੇ। ਬਿਲਕੁਲ। ਅਸਲ ਪਤਾ ਕੀ ਭਾਜੀ, ਜਿਵੇਂ ਮੈਂ ਤੁਹਾਨੂੰ ਰਸਤੇ ਵੀ ਦੱਸਿਆ ਵੀ ਦੋਗਲੇ ਆ। ਸਾਡਾ ਸਿੰਗਲ ਸਟੈਂਡ ਕੋਈ ਨਹੀਂ ਗਾ। ਅਸੀਂ ਦੋਗਲੇ ਇਸ ਕਰਕੇ ਅਸੀਂ ਦੇਖਦੇ ਹਾਂ ਵੀ ਕਿਹੜੇ ਪਾਸੇ ਨੂੰ ਦਰਿਆ ਜ਼ਿਆਦਾ ਵਗ ਰਿਹਾ। ਵੀ ਕਿਸੇ ਨੇ ਕਹਿ ਦਿੱਤਾ ਜੀ ਫਲਾਣਾ ਬੰਦਾ ਬੜਾ ਵਧੀਆ ਜੀ, ਵਿੱਚੋਂ ਇੱਕ ਨੇ ਕਹਿ ਦਿੱਤਾ ਵੀ ਨਹੀਂ ਚੰਗਾ, ਤੇ ਉਹ 10-20 ਜਦੋਂ ਗਾਲਾਂ ਵਰਦੀਆਂ ਨੇ ਉਹਨੂੰ, ਉਹ ਨਾਲ 21, 22, 23 ਚ ਵੀ ਵੈਸੇ ਵੀ ਗਾਲਾਂ ਕੱਢ ਜਾਂਦੇ ਆ। ਇਹ ਇਨਟੋਲਰੈਂਸ ਦਾ ਇੱਕ ਅਲੱਗ ਜਿਹਾ ਰੂਪ ਲੈ ਕੇ, ਕਿ ਜੇ ਨੈਗੇਟਿਵਿਟੀ ਫੈਲਾਉਣ ਵਾਲੇ ਲੋਕ ਜਿਹੜੇ ਵੱਖਰੇ ਹੋ ਗਏ ਆ ਮੀਡੀਆ 'ਚ, ਜਿਨ੍ਹਾਂ ਨੇ ਨੈਗੇਟਿਵ ਹੀ ਗੱਲ ਕਰਨੀ। ਮੈਂ ਕਹਿੰਦਾ ਜੀ ਭਾਜੀ ਨੇ ਤਰੱਕੀ ਕੀਤੀ ਕਿਉਂਕਿ ਉਹਨਾਂ ਵਿੱਚ ਆਹ ਗੁਣ ਸੀ। ਥੱਲੇ ਲੈ ਸਵਾਦ ਤਰੱਕੀ ਕੀਤੀ, ਇੰਨੇ ਸਾਲ ਕੈਨੇਡਾ ਇਹਨੂੰ ਹੋ ਗਏ ਆ, ਉਹਦੇ ਕਰਕੇ ਹੌਲੀ ਹੌਲੀ ਇੰਨੇ ਸਾਲਾਂ 'ਚ ਹਰ ਬੰਦਾ ਕੈਨੇਡਾ 'ਚ ਵਧੀਆ। ਬਿਲਕੁਲ ਇਹੋ ਜਿਹੇ ਵੀ ਹੋਣਗੇ, ਕਈ ਇਹੋ ਜਿਹੇ ਹੋਣਗੇ ਜਿਹੜੇ ਕਹਿੰਗੇ ਹਾਂ ਭਾਜੀ ਜਦੋਂ ਦੇ ਆਏ ਨੇ ਉਹਨਾਂ ਨੇ ਲਗਾਤਾਰ ਮਿਹਨਤ ਕੀਤੀ, ਤਰੱਕੀ ਕਰਨੀ ਬਣਦੀ, ਲੇਕਿਨ ਉਹਦੇ ਥੱਲੇ ਆਏਗਾ ਤੂੰ ਕਿਉਂ ਨਹੀਂ ਕਰ ਲਈ। ਹੁਣ ਉਹ ਵਿਚਾਰੇ ਬੰਦੇ ਕੋਲ ਜਵਾਬ ਹੀ ਨਹੀਂ ਹੁੰਦਾ ਵੀ ਮੈਂ ਕਿਉਂ ਨਹੀਂ ਤਰੱਕੀ ਕਰ ਲਈ। ਹਰ ਬੰਦੇ ਦੀ ਕਿਸਮਤ ਆਪੋ ਆਪਣੀ। ਕਈ ਵਾਰੀ ਤਾਂ ਕੋਈ ਬੰਦਾ ਨਾ ਇਦਾਂ ਦਾ ਕੋਈ ਫੇਸਬੁੱਕ ਤੇ ਆਪਦੀ ਪਾਲਣ ਦਾ ਪੋਸਟ, ਉਹ ਬਾਅਦ 'ਚ ਜਦੋਂ ਪੜ੍ਹਦਾ ਨਾ ਕਮੈਂਟ ਥੱਲੇ ਆਇਓ ਕਹਿੰਦਾ ਦਫਾ ਕਰੋ, ਪੋਸਟ ਹੀ ਡਿਲੀਟ ਕਰ ਦਿਓ। ਨਹੀਂ, ਮੈਂ ਵੀ ਇੱਕ ਵਾਰ ਕੀਤੀ ਸੀ ਜੀ। ਮੈਂ ਕੈਨੇਡਾ ਦੇ ਜਿਹੜੇ ਆ ਸ਼ੈਕ ਵਗੈਰਾ ਟੁੱਟ ਜਾਂਦੇ ਸਰਦੀਆਂ 'ਚ, ਉਹਦੇ 'ਚ ਵਿਚਾਰੇ ਗਰੀਬ ਲੋਕ ਉਹ ਕੀ ਆਂਦੇ ਕੱਪੜੇ ਕੁੱਪੜੇ 'ਚ ਲੈ ਕੇ ਪਏ ਹੁੰਦੇ ਆ, ਉਹਨਾਂ ਦੀ ਸਪੈਸ਼ਲ ਨਾਲ ਫੋਟੋਆਂ ਪਾਈਆਂ ਸੀ। ਥੱਲੇ ਇਹੋ ਜਿਹੇ ਕਮੈਂਟ, ਇੱਕ ਬੰਦੇ ਦਾ ਕਮੈਂਟ ਆ ਜੇ ਤੂੰ ਏਡਾ ਹੀ ਔਖਾ ਤੇ ਛੱਡ ਕੇ ਇੰਡੀਆ ਆ ਜਾ। ਹਾਂ ਬਿਲਕੁਲ। ਮੈਂ ਪੋਸਟ ਹੀ ਡਿਲੀਟ ਕਰ ਦਿੱਤੀ। ਚੰਗਾ ਨਹੀਂ ਲੱਗਦਾ। ਹਾਲਾਂਕਿ ਤੁਸੀਂ ਹਮਦਰਦੀ ਜ਼ਾਹਰ ਕੀਤੀ ਵੀ ਸਰਕਾਰ ਨੂੰ ਜਾਂ ਸਾਡੀ ਸੁਸਾਇਟੀ ਨੂੰ ਇਹਨਾਂ ਬੇਘਰਿਆਂ ਬਾਰੇ ਸੋਚਣਾ ਚਾਹੀਦਾ। ਨਾਲ ਇਹ ਵੀ ਹਮਦਰਦੀ ਜ਼ਾਹਰ ਕੀਤੀ ਵੀ ਜ਼ਰੂਰੀ ਨਹੀਂ ਤੁਸੀਂ ਪੰਜਾਬ ਨੂੰ ਭੰਡਦੇ ਜੇ, ਇੰਡੀਆ ਨੂੰ ਭੰਡਦੇ ਜੇ। ਗਰੀਬੀ ਆ, ਗਰੀਬੀ ਦੁਨੀਆ ਦੇ ਹਰ ਦੇਸ਼ 'ਚ, ਭੁੱਖਮਰੀ ਦੁਨੀਆ ਦੇ ਹਰ ਦੇਸ਼ 'ਚ। ਲੇਕਿਨ ਭੁੱਖਮਰੀ ਕੁਝ ਕਾਰਨਾਂ ਕਰਕੇ ਹੁੰਦੀ। ਕਈ ਵਾਰ ਲੋਕੀ ਨਸ਼ੇ ਵਾਲੇ ਪਾਸੇ ਤੁਰ ਪੈਂਦੇ ਆ, ਕਈ ਵਾਰ ਥੋੜੀ ਬੇਰੁਜ਼ਗਾਰੀ ਵੀ ਆ ਜਾਂਦੀ, ਕਈ ਵਾਰ ਕਿਸਮਤ ਵੀ ਆ ਜਾਂਦੀ ਹੈ। ਲੇਕਿਨ ਆਪਾਂ ਦੋਗਲੇਪਨ ਦੀ ਭਾਜੀ ਗੱਲ ਕਰ ਰਹੇ ਸਾਂ। ਉਹਦੇ 'ਚ ਇਹ ਸੀ ਕਿ ਜਿਹੜਾ ਮੇਰੇ ਵਰਗਾ ਦੋਗਲਾ ਬੰਦਾ ਹੁੰਦਾ, ਜਿਹੜਾ ਜਿਸ ਤਰ੍ਹਾਂ ਕਹਿੰਦਾ ਵੀ ਇਹਨੂੰ ਹਰ ਪਾਸੇ ਘੁਮਾਇਆ ਜਾ ਸਕਦਾ ਦੋਗਲੇਪਨ ਨੂੰ। ਮੈਂ ਕਮੈਂਟ ਨਹੀਂ ਦੇਣੇ, ਪਹਿਲਾਂ ਮੈਂ ਗੱਲ ਸੁਣਨੀ ਤੁਹਾਡੀ। ਕਿਉਂਕਿ ਦੋਗਲੇਪਨ ਨੂੰ ਹਰ ਪਾਸੇ ਘੁਮਾਇਆ ਜਾਂਦਾ। ਕਹਿੰਦਾ ਰੱਬਾ ਤੇਰੇ ਭਗਤ ਦੀਆਂ ਚੰਦ ਖੁਆਇਸ਼ਾਂ ਨੇ। ਹੁਣ ਅਸੀਂ ਉਹਦੇ ਘਰ ਵੀ ਦੋਗਲਾਪਨ ਵਿਖਾਉਂਦੇ ਹਾਂ। 10 ਰੁਪਏ ਮਗਰੋਂ ਸੁੱਟਦੇ ਪਹਿਲਾਂ ਹੁੰਦਾ ਸੱਚੇ ਪਾਤਸ਼ਾਹ ਮੇਰੇ ਮਨ ਦੀਆਂ ਮੁਰਾਦਾਂ ਪੂਰੀਆਂ ਕਰੀ, ਜਾਂ ਪਰਿਵਾਰ ਨੂੰ ਸੁੱਖ ਸ਼ਾਂਤੀ ਵਰਤਾ। ਰੱਬਾ ਤੇਰੇ ਭਗਤ ਦੀਆਂ ਚੰਦ ਖੁਆਇਸ਼ਾਂ ਨੇ। ਹੁਣ ਇਹ ਭਗਤ ਵੇਖੋ ਆਸ਼ਕ ਟਾਈਪ ਵੀ ਆ, ਦੂਜਾ ਵੀ ਆ। ਜੇ ਪੂਰੀਆਂ ਕਰਦੇ ਬੰਦਾ ਸ਼ੁਕਰਗੁਜ਼ਾਰ ਹੋਵੇ। ਜੇ ਪੂਰੀਆਂ ਕਰਦੇ, ਜੇ ਕਰਦੇ ਨਹੀਂ ਕਰੇ ਤਾਂ ਤੂੰ ਨਹੀਂ ਕਰੇ ਤਾਂ ਫਿਰ ਰੱਬ ਕੌਣ ਤੇ ਮੈਂ ਕੌਣ। ਰੱਬ ਵੀ ਜੱਬ ਹੋ ਜਾਂਦਾ। ਬੰਦਾ ਸ਼ੁਕਰਗੁਜ਼ਾਰ ਹੋਵੇ। ਮੈਂ ਯਾਰ ਹੋਵਾਂ ਜੱਗ ਤੇ ਸੋਹਣੀਆਂ ਨਾਰਾਂ ਦਾ, ਪਰ ਮੇਰੀ ਪਤਨੀ ਦਾ ਨਾ ਕੋਈ ਯਾਰ ਹੋਵੇ। ਉਹ ਬੜੀ ਕਹਿ ਲਓ ਵੀ ਚੈਲੰਜ ਵਾਲੀ ਗੱਲ ਤੁਸੀਂ ਕੀਤੀ ਹੈ। ਹਾਂਜੀ, ਮੈਂ ਯਾਰ ਹੋਵਾਂ ਜੱਗ ਤੇ ਸਾਰੀਆਂ ਸੋਹਣੀਆਂ ਨਾਰਾਂ ਦਾ, ਪਰ ਮੇਰੀ ਪਤਨੀ ਦਾ ਨਾ ਕੋਈ ਯਾਰ ਹੋਵੇ। ਧੀਆਂ ਭੈਣਾਂ ਲੋਕਾਂ ਦੀਆਂ ਨਾ ਕਰਾਂ ਮਸਤੀ ਮੈਂ, ਪਰ ਮੇਰੀਆਂ ਦਾ ਸਦਾ ਉੱਚਾ ਕਿਰਦਾਰ ਹੋਵੇ। ਹੁਣ ਵੇਖੋ ਕਿੰਨੇ ਦੋਗਲੇ। ਬਿਲਕੁਲ। ਮੈਂ ਇਸ ਦੋਗਲੇਪਨ ਦੀ ਗੱਲ ਕੀਤੀ। ਸਹੀ ਤੋਂ ਪਰਦੇ ਚੁੱਕ ਰਹੇ ਸੀ। ਹਾਂਜੀ, ਮੈਂ ਬੀਅਰ ਵਿਸਕੀਆਂ ਪੀਵਾਂ ਨਾਲ ਗੋਰੀਆਂ ਦੇ, ਤੇ ਜਿਹਨੂੰ ਡੇਟ ਲਈ ਆਖਾਂ ਉਹ ਬੈਠੀ ਤਿਆਰ ਹੋਵੇ, ਤੇ ਮੇਰੀ ਸਤੀ ਸਵਿਤਰੀ ਦੇਵੀ ਪੂਜਣ ਯੋਗ ਘਰ। ਮੇਰੀ ਸਤੀ ਸਵਿਤਰੀ ਦੇਵੀ ਪੂਜਣ ਯੋਗ ਘਰ, ਭਾਵੇਂ ਘੱਟ ਕੱਪੜਿਆਂ 'ਚ ਪੂਰਾ ਹਾਰ ਸ਼ਿੰਗਾਰ ਹੋਵੇ। ਕੀ ਬਾਤ। ਇਹ ਮਾਨਸਿਕਤਾ ਸਾਡੀ, ਇਹ ਸਭ ਤੋਂ ਔਖੀ ਚੀਜ਼ ਆ। ਆਹ ਚੀਜ਼ਾਂ ਅਸੀਂ ਕਰਦੇ ਜੇ ਇਹ ਹੈ ਨੇ, ਤੇ ਸਾਨੂੰ ਲੱਗਣਗੀਆਂ ਵੀ ਬੜੀਆਂ ਭੈੜੀਆਂ। ਹੁਣ ਵੇਖੋ, ਮੈਂ ਆਸ਼ਿਕ ਕਾਮੀ ਹੋ ਕੇ ਨਾ ਬਦਨਾਮ ਹੋ। ਮੈਂ ਆਸ਼ਿਕ ਕਾਮੀ, ਕੰਮ ਸਾਰੇ ਕਰਾਂ। ਕਾਮੀ ਹੁੰਦਾ ਜਿਹੜਾ ਕਾਮ ਵਾਸਨਾ ਵਾਲਾ, ਤੇ ਆਸ਼ਿਕ ਹੁੰਦਾ ਜਿਹੜਾ ਆਮ
ਭੂੰਡ ਆਸ਼ਕੇ ਨੂੰ ਛੇੜਦੇ ਨੇ। ਭੂੰਡ ਆਸ਼ਕਾਂ ਦੀ ਵੀ ਤੁਹਾਨੂੰ ਗੱਲ ਸੁਣਾਵਾਂਗੇ ਕਿੰਨੇ ਤਰ੍ਹਾਂ ਦੇ ਹੁੰਦੇ ਉਹ ਵੀ ਕਿਸੇ ਦਿਨ। ਮੈਂ ਆਸ਼ਕ ਕਾਮੀ ਹੋ ਕੇ ਨਾ ਬਦਨਾਮ ਹੋਵਾਂ, ਹਰ ਪਾਸੇ ਬੱਲੇ ਬੱਲੇ ਤੇ ਮੇਰਾ ਖੁੱਲਾ ਕਾਰੋਬਾਰ ਹੋਵੇ। ਕੀ ਬਾਤ, ਹਰ ਪਾਸੇ ਬੱਲੇ ਬੱਲੇ ਤੇ ਮੇਰਾ ਖੁੱਲਾ ਕਾਰੋਬਾਰ ਹੋਵੇ। ਮੈਂ ਮਜਬੂਰ ਕਦੀ ਵੀ ਹੋਵਾਂ ਨਾ, ਨਾ ਮੈਂ ਮਜ਼ਦੂਰ ਹੋਵਾਂ ਤੇ ਨਾ ਹੀ ਮਜਬੂਰ ਹੋਵਾਂ। ਮੈਂ ਮਜਬੂਰ ਕਦੀ ਵੀ ਹੋਵਾਂ ਨਾ, ਮੇਰੀ ਪੂਰੀ ਤੂਤੀ ਵੱਜਦੀ ਵਿੱਚ ਸਰਕਾਰ ਹੋਵੇ। ਕੀ ਬਾਤ, ਹੁਣ ਕਿੱਡੇ ਸਰਕਾਰੀ ਦਰਬਾਰੇ ਚੰਗੀ ਪਹੁੰਚ ਹੋਣੀ ਚਾਹੀਦੀ। ਕਿੱਡੇ ਦੋਗਲੇ ਅਸੀਂ, ਕਿੱਡੇ ਤਕੜੇ। ਹੁਣ ਵੇਖੋ, 2 ਪੁੱਤ 2 ਪੋਤਰੇ, ਜੇ ਤੇਰੀ ਮਰਜ਼ੀ ਆ, ਕਹਿਣਾ ਰੱਬ ਨੂੰ ਆ ਤੇ ਲਾਲਚ ਵੇਖੋ ਕਿੱਡੀ ਤਗੜੀ ਵੀ ਧੀ ਨਾ ਹੋਵੇ। 2 ਪੁੱਤ 2 ਪੋਤਰੇ ਤੇਰੀ ਮਰਜ਼ੀ ਆ ਤੇ ਨੋਹਾਂ ਚੰਗੀਆਂ ਤੇ ਚੰਗਾ ਉਹਨਾਂ ਦਾ ਪਰਿਵਾਰ ਹੋਵੇ। ਕੀ ਬਾਤ, ਰਿਸ਼ਤੇਦਾਰ ਵੀ ਤਗੜੇ ਹੋਣੇ ਚਾਹੀਦੇ। ਨੋਹਾਂ ਚੰਗੀਆਂ ਤੇ ਚੰਗਾ ਉਹਨਾਂ ਦਾ ਪਰਿਵਾਰ ਹੋਵੇ ਤੇ ਬਲ ਦੀ ਹਰ ਕੋਈ ਵੱਡੀ ਮੰਗ ਨਹੀਂ ਦਾਤਾ। ਨਾ ਨਾ, ਕੁਝ ਨਹੀਂ ਮੰਗਿਆ। ਬਲ ਦੀ ਹੋਰ ਕੋਈ ਵੱਡੀ ਮੰਗ ਨਹੀਂ ਦਾਤਾ, ਬਸ ਬਸ ਬੇਈਮਾਨ ਤੇ ਗੱਪੀਆਂ ਦਾ ਸਰਦਾਰ ਹੋਵੇ। ਦੇਖੋ ਜੀ, ਆਪਣੇ ਆਪ ਨੂੰ ਇਸ ਤਰੀਕੇ ਨਾਲ ਪੇਸ਼ ਕਰਨ ਦਾ ਜਿਹੜਾ ਕਰਤੱਵ ਹੈ, ਜਿਹੜਾ ਤੁਸੀਂ ਕਹਿ ਸਕਦੇ ਵੀ ਢੰਗ ਤਰੀਕਾ, ਉਹ ਬਲ ਅੰਮ੍ਰਿਤਸਰੀਆ ਸਾਹਿਬ ਕੋਲ ਹੀ ਹੈ। ਇਹ ਕਿਉਂ ਹੈ? ਦੇਖੋ, ਜਿਹੜੇ ਨਾ ਮਖੌਲੀਆ ਲਹਿਜੇ 'ਚ ਗੱਲਾਂ ਕਰਨ ਵਾਲੇ ਹੁੰਦੇ ਆ, ਜਿਹਨਾਂ ਨੂੰ ਅਸੀਂ ਹਾਸ ਰਸ ਵਿਅੰਗਕਾਰ ਕਹਿੰਦੇ ਆ, ਉਹ ਹਮੇਸ਼ਾ ਆਪ ਦੀ ਗੱਲ ਕਰਦੇ। ਬਿਲਕੁਲ ਦੂਜੇ ਨੂੰ ਸੁਣਾਉਣਾ ਕਹਿੰਦੇ, ਧੀ ਨੂੰ ਸੁਣਾਉਣਾ ਤੇ ਧੀ ਨੂੰ ਕਹਿਣਾ ਤੇ ਨੂੰਹ ਨੂੰ ਸੁਣਾਉਣਾ। ਆਖਾ ਧੀ ਨੂੰ ਸਮਝਾਵਾਂ ਨੂੰਹ ਨੂੰ। ਹਾਂਜੀ। ਉਹ ਇਹ ਸਮਾਜ ਦੇ ਜਿਹੜੇ ਦੁੱਖ ਦੀ ਰਗ ਦੇ ਉੱਤੇ ਹੱਥ ਰੱਖਦੇ, ਇਹ ਹਰ ਇੱਕ ਬੰਦੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਹਰ ਇੱਕ ਬੰਦਾ ਇਦਾਂ ਨਹੀਂ ਕਰ ਸਕਦਾ। ਸਮਾਜ ਦੀ ਦੁੱਖ ਦੀ ਰਗ ਦੇ ਉੱਤੇ ਹੱਥ ਰੱਖਣਾ ਬਹੁਤ ਵੱਡਾ ਜ਼ਿੰਮੇਵਾਰੀ ਵਾਲਾ ਕੰਮ ਹੈ। ਜੇ ਜ਼ਿੰਮੇਵਾਰੀ ਤੁਸੀਂ ਨਿਭਾ ਰਹੇ ਹੋ ਵਾਲ ਸਾਹਿਬ, ਤੇ ਤੁਸੀਂ ਚੰਗਾ ਹੀ ਕਰ ਰਹੇ ਹੋ। ਔਰ ਸਭ ਤੋਂ ਜਿਹੜੀ ਕਾਬਲੇ ਤਾਰੀਫ ਗੱਲ ਹੈ ਕਿ ਤੁਸੀਂ ਸਾਰੀ ਗੱਲ ਆਪਦੇ ਤੇ ਲਿਆ ਕੇ ਤੇ ਦੂਜਿਆਂ ਨੂੰ ਸਮਝਾਉਣ ਦਾ ਯਤਨ ਕਰ ਰਹੇ। ਹਾਂਜੀ, ਕਿਉਂਕਿ ਜੇ ਮੈਂ ਆ ਤੇ ਇਹਦਾ ਮਤਲਬ ਵੀ ਮੈਂ ਕੋਈ ਪਾਕ ਪਵਿੱਤਰ ਨਹੀਂਗਾ, ਪਾਕ ਪਵਿੱਤਰ ਰੂਹ ਨਹੀਂ ਕਿ ਮੈਂ ਇਹ ਸਾਰਾ ਕੁਝ ਮੇਰੇ ਵੀ ਮਨ ਚ ਆਉਂਦਾ ਆ ਲਾਲਚ। ਮੈਂ ਤਾਂ ਹੁਣ ਕੈਮਰੇ ਸਾਹਮਣੇ ਬਹਿ ਕੇ ਐਵੇਂ ਗੱਪਾਂ ਮਾਰੀ ਜਾਵਾਂ ਜੀ ਮੈਂ ਬਹੁਤ ਸੰਤ, ਮੈਂ ਬਹੁਤ ਸਾਧ। ਦੂਸਰੀ ਗੱਲ, ਜ਼ਿੰਦਗੀ 'ਚ ਇੱਕ ਨੋਟ ਰੱਖੋ, ਜਿਹੜਾ ਬੰਦਾ ਆਪਣੇ ਆਪ ਨੂੰ ਬਹੁਤ ਵੱਡਾ ਸੰਤ ਸਾਧ ਹੁੰਦਾ, ਉਹ ਕਦੀ ਸੰਤ ਸਾਧ ਹੁੰਦਾ ਨਹੀਂ ਹੋਇਆ, ਪ੍ਰੈਕਟੀਕਲੀ ਨਹੀਂ ਹੁੰਦਾ। ਅਖੀਰਲੀ ਮੈਂ ਚਾਹੂੰਗਾ ਕਿ ਕਵਿਤਾ ਦੇ ਜਿਹੜੇ ਬੰਦ ਸੀ ਤੁਸੀਂ ਦੁਬਾਰਾ ਸੁਣਾਓ। ਹਾਂਜੀ, ਵੇਖੋ, 2 ਪੁੱਤ 2 ਪੋਤਰੇ ਤੇਰੀ ਮਰਜ਼ੀ ਆ, ਮਰਜ਼ੀ ਉਹਦੀ ਆ, ਲੈਣੇ ਫੇ ਵੀ ਹੈਗੇ। ਨੋਹਾਂ ਚੰਗੀਆਂ ਤੇ ਚੰਗਾ ਉਹਨਾਂ ਦਾ ਪਰਿਵਾਰ ਹੋਵੇ। ਬਲ ਦੀ ਕੋਈ ਮੰਗ ਨਹੀਂ ਤੇਰੇ ਤੋਂ ਵੱਡੀ, ਨਾ ਕੋਈ ਮੰਗ ਨਹੀਂ, ਬਸ ਬੇਈਮਾਨ ਤੇ ਗੱਪੀਆਂ ਦਾ ਸਰਦਾਰ ਹੋਵੇ। ਬੜੀ ਤੁਸੀਂ ਦੇਖੋ ਜੀ, ਆਪਾਂ ਗੱਲ ਕਿੱਥੋਂ ਸੀਰੀਅਸ ਸ਼ੁਰੂ ਕੀਤੀ ਸੀ ਗੱਲ, ਤੇ ਵਿਚਕਾਲੇ ਜਾ ਕੇ ਮੈਂ ਵੀ ਲੱਗਾ ਸੀ ਵੀ ਸਾਰਾ ਸਮਾਜ ਹੀ ਉਥਲ ਪੁਥਲ ਹੋ ਗਿਆ। ਇਹ ਕਿਸੇ ਦੇ ਕਾਬੂ ਹੋਣ ਵਾਲੀ ਗੱਲ ਨਹੀਂ ਹੈਗੀ। ਤੇ ਬਹੁਤ ਅਸੀਂ ਜਥੇਦਾਰ ਨੂੰ ਵੀ ਚੈਲੰਜ ਜਿਹਾ ਕਰੀ ਜਾਂਦੇ ਸੀ, ਭਾਈ ਆਹ ਕੀ ਕਰੀ ਜਾਂਦਾ ਤੂੰ, ਸਲਾਹਾਂ ਨਸੀਹਤਾਂ ਜਿਹੀਆਂ ਦੇਈ ਜਾਂਦੇ ਸੀ, ਪਰ ਅਖੀਰ ਤੇ ਲਿਆ ਕੇ ਤੁਸੀਂ ਸਾਰਿਆਂ ਨੂੰ ਵਧੀਆ ਗੱਲ ਕਰ ਮਾਰੀ। ਇਹ ਬਹੁਤ ਵਧੀਆ, ਤੁਸੀਂ ਸ਼ਲਾਘਾ ਦੇ ਪਾਤਰ ਹੋ, ਧੰਨਤਾ ਦੇ ਪਾਤਰ। ਮਿਹਰਬਾਨੀ ਤੁਹਾਡੀ ਜੀ। ਤੇ ਅਸੀਂ ਚਾਹੁੰਦੇ ਹਾਂ ਕਿ ਜੀ ਤੁਸੀਂ ਦਿਨ ਦੁੱਗਣੀ ਰਾਤ ਚੌਗਣੀ, ਤੁਹਾਡੀ ਕਲਮ ਤਰੱਕੀ ਕਰੇ, ਕਲਮ ਨੂੰ ਬਖਸ਼ਿਸ਼ ਹੋਵੇ ਕਿ ਉਹ ਇੱਦਾਂ ਖੂਬਸੂਰਤ ਜਿਹੜੇ ਸ਼ਬਦ ਜਿਹੜੇ ਉਕਰੀ ਜਾਵੇ, ਤੇ ਤੁਸੀਂ ਸੱਥ 'ਚ ਬੈਠ ਕੇ ਪੰਜਾਬੀ ਭੈਣ ਭਰਾਵਾਂ ਦੇ ਨਾਲ ਆਪਦੇ ਵਿਚਾਰ ਸਾਂਝੇ ਕਰਦੇ ਰਹੋ। ਇਹ ਪਿਆਰ ਦਿੰਦੇ ਆ ਜੀ, ਫਿਰ ਕੋਸ਼ਿਸ਼ ਕਰੀਦੀ ਆ ਕਿ ਜਿੰਨਾ ਕੁਝ ਕਈ ਵਾਰ ਮਨ ਦੇ ਵਲਵਲੇ ਹਾਈਵੇ ਵੀ ਹੋ ਜਾਂਦੇ ਆ, ਜਿਵੇਂ ਆਪਾਂ ਗੱਲਾਂ ਕਰਦੇ, ਕਿਉਂਕਿ ਵੈਸੇ ਤੇ ਕਹਿੰਦੇ ਕਿ ਰੱਬ ਇੱਕ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖ ਧੰਦਾ, ਖੋਲਣ ਲੱਗਿਆ ਪੇਜ ਇਸ ਦੇ ਹੋ ਜਾਏ ਕਾਫਰ। ਬੰਦਾ ਪੇਜ ਹੁੰਦੇ ਜਦੋਂ 2 ਤਰੀਕੇ ਦੇ ਪੇਜ ਲੋਕੀ ਕਈ ਬੋਲ ਦਿੰਦੇ, ਕਈ ਪੇਜ ਬੋਲ ਦਿੰਦੇ। ਪੇਜ ਦੂਜੇ ਪੇਜ ਹੁੰਦੇ ਆ ਪੰਨੇ, ਜਦੋਂ ਫਰੋਲਦੇ ਆ ਉਦੋਂ ਬੰਦਾ ਕਈ ਵਾਰ ਕਾਫਰ ਵੀ ਹੋ ਸਕਦਾ, ਬੰਦਾ ਗੁਨਾਹੀ ਵੀ ਹੋ ਸਕਦਾ, ਕਿਉਂਕਿ ਇਨਸਾਨ ਆ, ਇਨਸਾਨ ਗਲਤੀਆਂ ਦਾ ਪੁਤਲਾ ਹੈ। ਤੇ ਜਿਹੜੇ 5 ਤਰ੍ਹਾਂ ਦੀਆਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਉਹ ਬਣ ਕੇ ਜਦੋਂ ਜੁੜ ਕੇ ਅੰਦਰ ਆਉਂਦੇ ਆ ਜੀ, ਉਦੋਂ ਫਿਰ ਗਲਤੀ ਨਾ ਹੋਵੇ ਤੇ ਫਿਰ ਉਹ ਸੰਭਾਵਨਾ ਘੱਟ ਹੁੰਦੀ, ਫਿਰ ਉਹ ਦੇਵੀ ਦੇਵਤਾ ਜਾਂ ਰੱਬ ਹੀ ਹੁੰਦਾ। ਜੇ ਤੁਹਾਡੇ ਕੋਲ ਟਾਈਮ ਹੋਵੇ। ਹਾਂਜੀ। ਤੇ ਮੈਂ ਇੱਕ ਹੋਰ ਚੀਜ਼ ਦੱਸਦਾ ਕਿ ਅਸੀਂ ਕਹਿੰਦੇ ਜੀ ਫਲਾਣਾ ਵਿਕ ਗਿਆ, ਢੀਂਗੜਾ ਵਿਕ ਗਿਆ। ਅਸੀਂ ਇਨਸਾਨ ਹਾਂ ਜੀ, ਇਨਸਾਨ ਦੀਆਂ ਲੋੜਾਂ ਨੇ, ਅਸੀਂ ਹਰ ਚੀਜ਼ ਵੇਚ ਦਿੰਦੇ ਹਾਂ। ਬਿਲਕੁਲ। ਉਹ ਕਹਿੰਦੇ ਨਾ, ਕਿਤੇ ਫਕੀਰ ਵਿਕੇ, ਕਿਤੇ ਜ਼ਮੀਰ ਵਿਕੇ, ਲੇਕਿਨ ਫਕੀਰ ਵਿਕਦੇ ਨਹੀਂਗੇ, ਉਹ ਉਹਦੇ ਘਰ 'ਚ ਵਿਕਦੇ ਆ। ਉਹ ਜੋੜ ਕੇ ਨਾ ਵੇਖਿਆ ਕਰੋ, ਕਿੱਥੇ ਫਕੀਰ ਵਿਕੇ, ਕਿੱਥੇ ਜ਼ਮੀਰ ਵਿਕੇ। ਬਿਲਕੁਲ। ਕਿਉਂਕਿ ਇੱਕ ਮੇਰੇ ਵੀਰ ਨੇ ਲਾਈਨਾਂ ਲਿਖੀਆਂ ਸੀ ਤੇ ਮੈਂ ਉਹਨੂੰ ਇਹ ਗੱਲ ਸਮਝਾਈ ਸੀ ਵੀ ਭਾਈ ਡਿਫਰੈਂਸ ਰੱਖਿਆ ਕਰੋ। ਲਿਖਣ ਦਾ ਮਤਲਬ ਇਹ ਨਹੀਂ ਵੀ ਜੋ ਮੂੰਹ ਆਇਆ ਲਿਖੀ ਜਾਓ। ਸੋਚ ਲਿਆ ਕਰੋ ਕਿ ਇੰਨਾ ਕੁ ਅੱਖਰ ਬਦਲਦੀ ਹੈ ਨਾ ਜੀ, ਤੇ ਬੜਾ ਫਰਕ ਪੈ ਜਾਂਦਾ।
ਉਹ ਕਹਿੰਦੇ ਨਾ ਵੀ ਉਹ ਖੂੰਡਾ ਤੇ ਉੱਤੋਂ ਲਾ ਦਈਏ ਤੇ ਖੁੱਡਾ ਬਣ ਜਾਂਦਾ। ਤੇ ਇਸ ਕਰਕੇ ਫਰਕ ਰੱਖਿਆ ਕਰੋ। ਲਓ ਜੀ, ਇਹ ਉਹ ਗੱਲ ਆ ਜਿਹਨੂੰ ਸੀਰੀਅਸ ਨਹੀਂ ਲੈਣਾ ਆਪਾਂ ਜੀ। ਇੱਕ ਰੱਬ ਦੀ ਬਣਾਈ ਦੁਨੀਆ ਵਿੱਚ ਹਰ ਚੀਜ਼ ਸ਼ਰੇਆਮ ਵਿਕੇ। ਇੱਕ ਰੱਬ ਦੀ ਬਣਾਈ ਦੁਨੀਆ ਵਿੱਚ ਇੱਕੋ ਰੱਬ ਆ, ਇੱਕੋ, ਹਾਂਜੀ, ਜਿਹਨੇ ਸਾਰੀ ਦੁਨੀਆ ਬਣਾਈ, ਹਾਂਜੀ, ਜਿੱਥੇ ਹਰ ਚੀਜ਼ ਸ਼ਰੇਆਮ ਵਿਕੇ। ਅਨਾਜ ਵਿਕਦਾ, ਇਨਸਾਨ ਵਿਕਦੇ, ਕਿਉਂਕਿ ਹਰ ਚੀਜ਼ ਸ਼ਰੇਆਮ ਵਿਕੇ। ਉਹ ਸੇਲ ਲੱਗੀ ਹੈ। ਹਾਂਜੀ, ਸੇਲ ਲੱਗੀ ਹੈ ਜੀ। ਗੁਰਬਾਣੀ ਵਿਕੇ ਵਿੱਚ ਅਖੰਡ ਪਾਠਾਂ ਦੇ ਤੇ ਬਾਜ਼ਾਰਾਂ ਵਿੱਚ ਭਗਵਾਨ ਵਿਕੇ। ਕਿਉਂਕਿ ਚਾਹੇ ਮੰਨੀਏ ਜਾਂ ਨਾ ਮੰਨੀਏ, ਅਸੀਂ ਪਹਿਲੇ ਸੀਰੀਅਸਨੈਸ ਜੀ ਲੈਂਦੀ ਫਿਰ ਤੇ ਹਾਂਜੀ, ਗੁਰਬਾਣੀ ਵਿੱਚ ਵਿਕੇ ਅਖੰਡ ਪਾਠਾਂ ਦੇ ਤੇ ਬਾਜ਼ਾਰਾਂ ਵਿੱਚ ਭਗਵਾਨ ਵਿਕੇ। ਕਈ ਚਿੱਟੇ ਦਿਨ ਹੀ ਵਿਕ ਜਾਂਦੇ ਤੇ ਕੋਈ ਗਰੀਬ ਢਲ ਜਾਂਦੀ ਸ਼ਾਮ ਵਿਕੇ। ਬਿਲਕੁਲ ਬਿਲਕੁਲ, ਕਿਤੇ ਗਰੀਬੀ ਢਲ ਜਾਂਦੀ ਸ਼ਾਮ ਵਿਕੇ। ਕਈ ਵਿਕ ਜਾਂਦੇ ਵਿੱਚ ਪਰਦੇ ਦੇ ਤੇ ਕੋਈ ਹੋ ਕੇ ਪੂਰਾ ਬਦਨਾਮ ਵਿਕੇ। ਕਿਉਂਕਿ ਤੁਸੀਂ ਦੇਖਦੇ ਜੇ ਮੀਡੀਆ 'ਚ ਜਿਹੜੇ ਹਿਸਾਬ ਦੀਆਂ ਫੋਟੋਆਂ ਆਉਂਦੀਆਂ ਨੇ ਜਾਂ ਕੁੜੀਆਂ ਪਾਈ ਜਾਂਦੀਆਂ ਨੇ, ਜੋ ਵੀ ਕੁਝ, ਕੋਈ ਹੋ ਕੇ ਪੂਰਾ ਬਦਨਾਮ ਵਿਕੇ। ਤਨ ਆ ਜਿਹੜਾ ਸਰੀਰ ਆ, ਤਨ ਢੱਕਿਆ ਵੇਚਣ ਜ਼ਮੀਰਾਂ ਨੂੰ ਤੇ ਕੋਈ ਨਾਂ ਦੀ ਬਣਾਉਂਦਾ ਸ਼ਾਨ ਵਿਕੇ। ਕਈਆਂ ਨੇ ਤਨ ਢੱਕੇ ਨੇ ਲੇਕਿਨ ਜ਼ਮੀਰਾਂ ਵੇਚੀਆਂ। ਬਿਲਕੁਲ ਬਿਲਕੁਲ। ਤੇ ਕੋਈ ਨਾਂ ਦੀ ਬਣਾਉਂਦਾ ਸ਼ਾਨ ਵਿਕੇ। ਕਈ ਅਫਸਰ, ਸਿਆਸੀ, ਧਾਰਮਿਕ ਲੀਡਰ, ਇਹ ਸਾਰੇ ਵਿਕਦੇ ਨੇ। ਵਿਕਦੇ ਕਿਵੇਂ ਨੇ ਉਹ ਤੁਹਾਨੂੰ ਮੇਰੇ ਨਾਲੋਂ ਜ਼ਿਆਦਾ ਪਤਾ ਹੈ। ਕੋਈ ਅਫਸਰ, ਸਿਆਸੀ, ਧਾਰਮਿਕ ਲੀਡਰ ਕਿਉਂ ਲੱਭਦਾ? ਕੋਈ ਲੱਭਦਾ ਲਾਭ, ਕੋਈ ਹਾਨ ਵਿਕੇ। ਕੋਈ ਅਫਸਰ, ਸਿਆਸੀ, ਧਾਰਮਿਕ ਲੀਡਰ, ਕੋਈ ਲੱਭਦਾ ਲਾਭ, ਕੋਈ ਹਾਨ ਵਿਕੇ। ਕਈਆਂ ਦੀ ਹਾਨੀ ਹੋ ਜਾਂਦੀ, ਉਹਨਾਂ ਨੂੰ ਵਿਚਾਰਿਆਂ ਨੂੰ ਆਪਣਾ ਸਾਰਾ ਕੁਝ ਦੂਜੀ ਪਾਰਟੀ ਜਾਣਾ ਪੈਂਦਾ, ਆਹ ਕਰਨਾ ਪੈਂਦਾ, ਵਿਕਦੇ। ਤੇ ਕਈ ਲਾਭ ਦੀ ਲਾਲਚ 'ਚ ਵਿਕ ਜਾਂਦੇ, ਜਿਵੇਂ ਹੁਣ ਸਿੰਗਲਾ ਸਾਹਿਬ ਕੁਰਸੀ, ਜਿਵੇਂ ਹੁਣ ਸਾਡੇ ਸਿੰਗਲਾ ਸਾਹਿਬ ਫੰਡੇ ਗਏ ਨੇ। ਬਿਲਕੁਲ, 1% ਦਾ ਹੀ ਮਾਰ ਗਿਆ ਨਾ ਉਹ। ਮੈਨੂੰ ਤਾਂ ਇੱਕ ਬੰਦੇ ਦੀ ਵਿਚਾਰ ਦੀ ਗੱਲ ਬੜੀ ਵਧੀਆ ਲੱਗੀ। ਉਹ ਕਹਿੰਦਾ ਛੱਡੋ ਯਾਰ, 1% ਹੀ ਆ ਫਿਰ। ਕਹਿੰਦਾ ਛੱਡੋ ਯਾਰ, ਕਹਿੰਦਾ ਜਿਹੜਾ ਤੁਸੀਂ ਪਹਿਲਾਂ ਜੱਟ ਬਣਾਏ ਨੇ ਤੇ ਅੱਧਾ ਖਾ ਗਏ ਪੰਜਾਬ। ਉਹ ਗਰੀਬ ਕਹਿੰਦਾ ਬਾਣੀਆਂ ਪਰਸੈਂਟੇਜ ਨਾਲ ਚੱਲਿਆ, ਤੁਸੀਂ ਇਹਨੂੰ ਫੰਡਤਾ। ਉਹ ਫੰਡੋ ਜਿਹੜੇ ਅੱਧਾ ਪੰਜਾਬ ਖਾ ਗਏ ਨੇ, ਉਹਨਾਂ ਨੂੰ ਵੀ ਫੰਡ ਦੋ ਕਹਿੰਦਾ। ਅਸਲ ਵਿੱਚ 1% ਦਾ ਰੌਲਾ ਸ਼ਾਇਦ ਘੱਟ ਹੈ। ਰੌਲਾ ਤਾਂ ਉਸ ਗੱਲ ਦਾ ਜਦੋਂ ਸਿੰਗਲਾ ਸਾਹਿਬ ਜਿੱਤੇ ਸੀ ਤੇ ਕਾਰ ਦੇ ਉੱਪਰ ਖੜੇ ਥਾਪੀਆਂ ਮਾਰਦੇ ਸੀ। ਆਹ ਲੋਕੀ ਫਿਰ ਤੁਹਾਨੂੰ ਪਤਾ ਜਿਵੇਂ ਮੈਂ ਪਹਿਲਾਂ ਕਿਹਾ ਵੀ ਹਰ ਪਾਸੇ ਦੁਨੀਆ ਡੋਲਦੀ, ਦੁਨੀਆ ਦੋ ਮੂੰਹ ਆ ਤਲਵਾਰ। ਹੁਣ ਵੇਖੋ ਜੀ, ਬਲ ਰੱਬ ਦੀਆਂ ਰੱਬ ਹੀ ਜਾਣਦਾ ਏ। ਕਿਤੇ ਕਲਮ ਵਿਕੇ, ਕਿਤੇ ਜ਼ੁਬਾਨ ਵਿਕੇ। ਲੋਕਾਂ ਦੀ ਜ਼ਬਾਨਾਂ ਵੀ ਚੱਲਦੀਆਂ ਨੇ, ਸਾਰਾ ਕੁਝ ਚੱਲਦਾ ਏ। ਮਜਬੂਰੀ ਤੇ ਢਿੱਡ ਦੀ ਭੁੱਖ ਸਦਾ ਹੋ ਹਾਲਾਤਾਂ ਤੋਂ ਪਰੇਸ਼ਾਨ ਵਿਕੇ। ਬਹੁਤ ਖੂਬ। ਮਜਬੂਰੀ ਤੇ ਢਿੱਡ ਦੀ ਭੁੱਖ ਸਦਾ ਹੋ ਹਾਲਾਤਾਂ ਤੋਂ ਪਰੇਸ਼ਾਨ ਵਿਕੇ। ਬਹੁਤ ਖੂਬ। ਮੈਂ ਜਾਂਦੇ ਜਾਂਦੇ ਇੱਕ ਗੱਲ ਕਹਿਣੀ ਚਾਹੁੰਦਾ ਜੀ, ਪੰਜਾਬੀ ਸਾਥੀ 'ਚ ਬੈਠੇ ਭੈਣ ਭਰਾਵਾਂ ਨਾਲ ਸਾਂਝੀ ਕਰਨੀ ਚਾਹੁੰਦਾ। ਭਾਰਤ ਦੀ ਸੁਪਰੀਮ ਕੋਰਟ ਨੇ ਇੱਕ ਬੜਾ ਅਜੀਬੋ ਗਰੀਬ ਫੈਸਲਾ ਦਿੱਤਾ। ਤੁਹਾਡੀ ਟਿੱਪਣੀ ਦੀ ਉਡੀਕ ਰਹੂਗੀ। ਫੈਸਲਾ ਕੀ ਹੈ ਜੀ ਕਿ ਜਿਹੜੀਆਂ ਔਰਤਾਂ ਆਪਦਾ ਸਰੀਰ ਵੇਚਦੀਆਂ, ਉਹਨਾਂ ਨੂੰ ਕਹਿੰਦੇ ਜੀ ਮਾਨ ਸਨਮਾਨ ਦਾ ਹੱਕ ਹੋਣਾ ਚਾਹੀਦਾ, ਪੁਲਿਸ ਉਹਨਾਂ ਨੂੰ ਤੰਗ ਨਾ ਕਰੇ। ਕੀ ਕਦੀ ਤੁਸੀਂ ਸੋਚਿਆ ਸੁਪਰੀਮ ਕੋਰਟ ਵਾਲਿਓ ਕਿ ਉਹਨਾਂ ਨੂੰ ਇਹ ਕਿਹੜੀ ਮਜਬੂਰੀ ਸੀ ਜਿਹੜੇ ਕਰਕੇ ਉਹਨਾਂ ਨੂੰ ਸਰੀਰ ਵੇਚਣਾ ਪਿਆ? ਬਿਲਕੁਲ। ਕੀ ਉਹ ਕਹਿੰਦੇ ਜੀ ਇਹ ਪੇਸ਼ਾ ਹੈ, ਇਹ ਕਿੱਤਾ ਹੈ, ਫਿਰ ਤੁਸੀਂ ਇਸ ਪੇਸ਼ੇ 'ਚ ਆ ਜਾਓ। ਜਿਹੜੇ ਤੁਸੀਂ ਆਪਣੇ ਆਪ ਨੂੰ ਬਹੁਤ ਉੱਚੀਆਂ ਥਾਵਾਂ ਤੇ ਸਮਝਦੇ ਹੋ, ਖੁਦ ਇਸ ਪੇਸ਼ੇ 'ਚ ਆ ਜਾਓ। ਜੇ ਇਹ ਕਿੱਤਾ ਬਹੁਤ ਚੰਗਾ ਤੇ ਜੇ ਸਨਮਾਨਯੋਗ ਕਿੱਤਾ ਹੈਗਾ, ਇਹ ਪ੍ਰੋਫੈਸ਼ਨ ਬਹੁਤ ਵਧੀਆ, ਤੁਸੀਂ ਕਿਉਂ ਨਹੀਂ ਅਡਾਪਟ ਕਰ ਲੈਂਦੇ? ਇੱਕ ਸਵਾਲ ਸੁਪਰੀਮ ਕੋਰਟ ਲਈ ਵੀ ਹੈ ਤੇ ਅਸਲ ਵਿੱਚ ਸਾਡੇ ਸਾਰਿਆਂ ਲੋਕਾਂ ਲਈ ਹੈ ਕਿ ਇਹੋ ਜਿਹੇ ਫੈਸਲਿਆਂ ਤੇ ਅਸੀਂ ਕਿੰਤੂ ਪਰੰਤੂ ਨਹੀਂ ਕਰ ਸਕਦੇ। ਅੱਜ ਅਸੀਂ ਇੱਥੇ ਪੰਜਾਬੀ ਸਾਥੀ 'ਚ ਬੈਠੇ, ਸਟੂਡੀਓ 'ਚ ਬੈਠੇ, ਮੈਂ ਤੇ ਬਲ ਅੰਮ੍ਰਿਤਸਰੀਆ, ਇਹਨਾਂ ਛੋਟੀਆਂ ਗੱਲਾਂ ਦੇ ਉੱਤੇ ਟਿੱਪਣੀਆਂ ਕਰਕੇ ਤੁਹਾਡਾ ਧਿਆਨ ਖਿੱਚਦੇ ਹਾਂ। ਅਸੀਂ ਕਿੰਨੇ ਕੁ ਕਾਮਯਾਬ ਹੁੰਨੇ, ਕਿੰਨੀ ਕੁ ਸਾਡੀ ਗੱਲ ਦੂਰ ਤੱਕ ਜਾਂਦੀ ਹੈ, ਇਹ ਤੁਸੀਂ ਦੱਸਣਾ। ਬਲ ਸਾਹਿਬ, ਕੋਈ ਗੱਲ ਕਰਨੀ ਰਹਿੰਦੀ? ਬਿਲਕੁਲ ਜੀ। ਮੈਂ ਉਹੀ ਜਿਹੜੀ ਤੁਹਾਨੂੰ ਹੁਣੇ ਸੁਣਾ ਕੇ ਹਟਿਆ ਕਵਿਤਾ, ਉਹਦੇ ਵਿੱਚ ਇਹੀ ਲਿਖਿਆ ਕਿ ਕੋਈ ਚਿੱਟੇ ਦਿਨ ਹੀ ਵਿਕ ਜਾਂਦਾ, ਕੋਈ ਵਿਕ ਢਲ ਜਾਂਦੀ ਸ਼ਾਮ ਵਿਕੇ। ਜਦੋਂ ਸ਼ਾਮ, ਉਹੀ ਮੈਂ ਗੱਲ ਹੀ ਉੱਥੋਂ ਫੜੀ ਸੀ। ਹਾਂਜੀ, ਤੇ ਵੇਖੋ ਕਿਉਂਕਿ ਉਹ ਕਿਹਦੇ ਕਰਕੇ ਉਹ ਫੈਸਲਾ ਹੋਇਆ, ਉਹ ਕਿੰਤੂ ਪਰੰਤੂ ਬਾਅਦ ਦੀ ਗੱਲ ਆ। ਮਜਬੂਰੀ ਤੇ ਢਿੱਡ ਦੀ ਭੁੱਖ ਸਦਾ ਹੋ ਹਾਲਾਤਾਂ ਤੋਂ ਪਰੇਸ਼ਾਨ। ਬਿਲਕੁਲ। ਇਹ ਕਿਹੜੇ ਹਾਲਾਤ ਜਿਨ੍ਹਾਂ ਨੇ ਪਰੇਸ਼ਾਨ ਕਰਕੇ ਉਹਨਾਂ ਨੂੰ ਇਸ ਪਾਸੇ ਵੱਲ ਧੱਕਿਆ? ਕਦੀ ਉਹਨਾਂ ਹਾਲਾਤਾਂ ਦੇ ਉੱਤੇ ਧਿਆਨ ਦੇਣ ਦੀ ਕੋਸ਼ਿਸ਼ ਕੀਤੀ ਜਾਂ ਉਹਨਾਂ ਦੀਆਂ ਉਹ ਮਜਬੂਰੀਆਂ ਦੂਰ ਕਰਨ ਦੀ ਕੋਸ਼ਿਸ਼ ਕੀਤੀ, ਭਾਵੇਂ ਉਹ ਭਾਰਤ ਦੀ ਸੁਪਰੀਮ ਕੋਰਟ ਹੋਵੇ ਜਾਂ ਭਾਰਤ ਦੀ ਸਰਕਾਰ ਜਾਂ ਪੰਜਾਬ ਦੀ ਸਰਕਾਰ ਜਾਂ ਕਿਸੇ ਹੋਰ ਵੀ ਦੇਸ਼ ਦੀ? ਇਹ ਛੋਟੀਆਂ ਗੱਲਾਂ ਕਰਕੇ ਅਸੀਂ ਤੁਹਾਡਾ ਮਨੋਰੰਜਨ ਨਹੀਂ ਕਰ ਰਹੇ, ਤੁਹਾਨੂੰ ਅਸਲ ਵਿੱਚ ਹੁਲਾਰਾ ਦਿੰਦੇ ਹਾਂ, ਹਲੂਣਾ ਦਿੰਦੇ ਹਾਂ ਕਿ ਉੱਠੋ
ਇਹ ਦੇਖੋ ਸਾਡੇ ਸਮਾਜ ਵਿੱਚ ਕੀ ਹੋ ਰਿਹਾ। ਬਿਲਕੁਲ। ਬਲ ਸਾਹਿਬ ਤੁਸੀਂ ਸਮਾਂ ਕੱਢਿਆ, ਬਹੁਤ ਪਿਆਰੀਆਂ ਪਿਆਰੀਆਂ ਕਵਿਤਾਵਾਂ ਸੁਣਾਈਆਂ, ਬੜੀਆਂ ਚੰਗੀਆਂ ਲੱਗੀਆਂ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਮਾਂ ਕੱਢਦੇ ਹੋ ਔਰ ਪਿਆਰੀਆਂ ਪਿਆਰੀਆਂ ਗੱਲਾਂ ਕਰਦੇ ਹੋ, ਸਾਡੇ ਦਰਸ਼ਕਾਂ ਨਾਲ, ਪੰਜਾਬੀ ਸਾਥੀ 'ਚ ਬੈਠੇ ਭੈਣ ਭਰਾਵਾਂ ਨਾਲ ਸਾਂਝੀਆਂ ਕਰਦੇ ਹੋ। ਉਹਨਾਂ ਨੂੰ ਉਡੀਕ ਰਹਿੰਦੀ ਹਮੇਸ਼ਾ ਕਿ ਧੰਨਵਾਦ। ਕਦੋਂ ਕਦੋਂ ਬਲ ਸਾਹਿਬ ਆਉਣ ਤੇ ਕਦੋਂ ਚੰਗੀਆਂ ਚੰਗੀਆਂ ਹੋਰ ਗੱਲਾਂ ਸੁਣਨ ਨੂੰ ਮਿਲਣ। ਤੇ ਤੁਸੀਂ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਆਪਣੀ ਟਿੱਪਣੀ ਜ਼ਰੂਰ ਦਿਆ ਕਰੋ। ਤੁਹਾਡਾ ਧੰਨਵਾਦ ਜੀ ਸਾਰੇ ਦਰਸ਼ਕਾਂ ਦਾ ਕਿ ਤੁਸੀਂ ਵਾਇਸ ਆਫ ਇੰਡੀਆ ਨੂੰ ਪਿਆਰ ਦਿਓ, ਇੰਨਾ ਕੁ ਪਿਆਰ ਦਿਓ ਕਿ ਇਹ ਜਿਹੜੀਆਂ ਮਾੜੀਆਂ ਮੋਟੀਆਂ 4 ਲਾਈਨਾਂ ਅਸੀਂ ਲਿਖਦੇ ਹਾਂ ਸਾਰਿਆਂ ਤੱਕ ਪਹੁੰਚਣ। ਬਿਲਕੁਲ, ਥੈਂਕ ਯੂ ਵੈਰੀ ਮਚ। ਧੰਨਵਾਦ।